ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ ਸ਼੍ਰੀ ਗੁਰ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਇਸ ਪ੍ਰਕਾਰ ਸ੍ਰੀ ਗੁਰ ਸਦਨ ਅਤ ਉਤਸਾਹ ਜੋ ਕੀਨਾ
ਅਧਿਕ ਤਿਹਾਵਲ ਬਰਤਹੀ ਭਈ ਪੀਰ ਸੁਖ ਪੀਨਾ। ਇਸ ਪ੍ਰਕਾਰ ਸ੍ਰੀ ਗੁਰ ਸਦਨ ਅਤ ਉਤਸਾਹ ਕੀਨਾ। ਅਧਿਕ ਤਿਹਾਵਲ ਬਰਤਹੀ ਭਈ ਪੀਰ ਸੁਖ ਪੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਨਿਹਚਲ ਚੌਰ ਛਤਰ ਤਖਤ ਕੇ ਮਾਲਕ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਾਂ ਆਪਣੇ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਸਤਿਗੁਰਾਂ ਦੀ ਮਹਾਨ ਕਿਰਪਾ ਦਇਆ ਸਦਕਾ ਸਾਧ ਸੰਗਤ ਦੀਆਂ ਮੁਕੱਦਸ ਘੜੀਆਂ ਦਾ ਆਨੰਦ ਆਪਾਂ ਨਿਤਾ ਪ੍ਰਤੀ ਮਾਣਦੇ ਹਾਂ। ਸਤਿਗੁਰਾਂ ਦੇ ਪਵਿੱਤਰ ਦਰ ਘਰ ਅੰਦਰ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਇਤਿਹਾਸ ਦੀ ਗਾਥਾ ਜਥਾ ਪ੍ਰਸੰਗ ਪਿਛਲੇ ਦੀ ਬਾਣ ਵਿੱਚ ਆਪਾਂ ਸੁਣਿਆ ਵਿਚਾਰਿਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਜਿਹੜੇ ਸਾਰਿਆਂ ਦਾ ਭਲਾ ਲੋਚਦੇ ਹੈ, ਗਰੀਬ ਨਵਾਜ ਸਭ ਦੀ ਕਲਿਆਣ ਕਰਦੇ ਆ, ਜਿਨ੍ਹਾਂ ਨੇ ਅਵਤਾਰ ਹੀ ਜਗ ਤਾਰਨ ਕਉ ਅਵਤਾਰ ਬਣਾਇਓ। ਸੰਸਾਰ ਦੇ ਭਲੇ ਨਿਮਿਤ ਹਜ਼ੂਰ ਨੇ ਅਵਤਾਰ ਧਾਰਿਆ। ਗਰੀਬ ਨਵਾਜ ਨਿਰਵੈਰ ਹਨ, ਕਿਸੇ ਨਾਲ ਕੋਈ ਵੈਰ ਈਰਖਾ ਨਹੀਂ। ਪਰ ਇੱਕ ਪ੍ਰਿਥੀ ਚੰਦ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨਾਲ ਅਕਾਰਨ ਈਰਖਾ ਕਰਦਾ ਹੈ, ਬਹੁਤ ਝਗੜਾ ਕਲੇਸ਼ ਕਰਦਾ ਹੈ ਤੇ ਆਪਦੀਆਂ ਹੀ ਖੁਟਿਆਈਆਂ ਕਰਕੇ ਹੁਣ ਅੰਮ੍ਰਿਤਸਰ ਨੂੰ ਛੱਡ ਕੇ ਤੇ ਦਿੱਲੀ ਨੂੰ ਪਿਆਨਾ ਕਰ ਰਹੇ ਆ, ਜਾਣਾ ਕਰ ਰਹੇ ਆ। ਉਹ ਕਾਰਨ ਇਹ ਬਣਿਆ ਵੀ ਜਿਹੜਾ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜ਼ਹਿਰ ਦਿੱਤਾ ਦਵਾਇਆ ਸੀ ਇਹਨੇ ਬ੍ਰਾਹਮਣ ਪਾਸੋਂ, ਉਹ ਗੱਲ ਸਾਰੇ ਸਿੱਖਾਂ ਵਿੱਚ ਸਭ ਸੰਗਤਾਂ ਵਿੱਚ ਪ੍ਰਗਟ ਪ੍ਰਤੱਖ ਜ਼ਾਹਰ ਹੋ ਗਈ ਸੀ। ਆਪਦੀ ਨਿੰਦਾ ਤੋਂ ਡਰਦਾ ਹੋਇਆ, ਸ਼ਰਮਸਾਰ ਹੁੰਦਾ ਹੋਇਆ ਵਿਚਾਰਦਾ ਵੀ ਇੱਥੇ ਰਹਿਣਾ ਚੰਗਾ ਨਹੀਂ, ਕਿਉਂਕਿ ਹੁਣ ਕਿਸੇ ਨੇ ਮੇਰਾ ਸਤਿਕਾਰ ਨਹੀਂ ਕਰਨਾ, ਉਲਟਾ ਬਦਖੋਈ ਹੋਵੇਗੀ, ਬੇਪਤੀ ਹੋਵੇਗੀ, ਤਾਨੇ ਮਿਹਣੇ ਵੱਜਣਗੇ। ਬਾਬਾ ਮਹਾਦੇਵ ਜੀ ਸਮਝਾਉਣ ਵਾਸਤੇ ਵੀ ਗਏ, ਪਰ ਉਲਟਾ ਬਾਬਾ ਮਹਾਦੇਵ ਜੀਆਂ ਨੂੰ ਬੁਰਾ ਭਰਾ ਮਾੜੇ ਬਚਨ ਪੱਦੀ ਸ਼ਬਦਾਵਲੀ ਵਰਤਦਾ ਰਿਹਾ। ਮੂਰਖ ਆਖਿਆ, ਅਕਲ ਤੋਂ ਮਤ ਤੋਂ ਹੀਣੇ ਆਖਿਆ, ਭਾਵੇਂ ਕਿ ਬਾਬਾ ਮਹਾਦੇਵ ਜੀਆਂ ਦਾ ਸੁਭਾਅ ਜਿਹੜਾ ਹੈ ਉਹ ਭੋਲਾ ਸੂਧਾ ਸਰਲ ਸੁਭਾਅ ਹੈ ਸੀ, ਪਰ ਇਹ ਮੂਰਖ ਆਪਦੇ ਆਪ ਨੂੰ ਸਿਆਣਾ ਤੇ ਸਿਆਣੇ ਨੂੰ ਮੂਰਖ ਦੱਸਦਾ। ਆਪ ਨੂੰ ਚਿਤ ਦੁਰਾਸ ਪਇਓ ਪਰ ਅਵਗੁਣ ਦਰਸੰਤ, ਦ੍ਰਿਗ ਦ੍ਰਿਸ਼ਟ ਕੇ ਦੋਖ ਦਿਓ ਬਿਬ ਸਸ ਗਗਨ ਲਹੰਤ। ਇਹੋ ਜਿਹੀ ਇਹਦੀ ਹਾਲਤ ਹੈ। ਮਹਾਦੇਵ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਨਾ ਟਲਿਆ ਆਖਿਆ ਚੰਗਾ ਬਣਿਆ ਰਹੋ ਚਿੰਤਾ ਰੂਪੀ ਨਦੀ ਦਾ ਮੱਛ, ਭਾਵ ਵੀ ਚਿੰਤਾ 'ਚ ਡੁੱਬਿਆ ਰਹੇ, ਸੜਿਆ ਬਲਿਆ ਰਹੇ ਕਹਿ ਕੇ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਘਰ ਆਏ।
ਧੰਨ ਧੰਨ ਹਰਗੋਬਿੰਦ ਸਾਹਿਬ ਸਾਹਿਬਜ਼ਾਦਾ ਜੀ ਨੂੰ ਵੇਖਿਆ, ਸਲਾਮਤੀ ਵੇਖੀ, ਰਾਜੀ ਖੁਸ਼ੀ ਪੁੱਛੀ ਵੀ ਮਹਾਰਾਜ ਹੁਣ ਠੀਕ ਨੇ ਸਾਹਿਬਜ਼ਾਦੇ। ਸੁਣਿਆ ਵੀ ਪ੍ਰਿਥੀ ਚੰਦ ਨੇ ਬੜਾ ਤਕੜਾ ਹੀ ਹੱਲਾ ਮਾਰਿਆ, ਐਤਕੀ ਜ਼ਹਿਰ ਦਵਾ ਦੇਣ ਲੱਗਾ ਸੀ। ਉਹ ਬ੍ਰਾਹਮਣ ਨੇ ਫਿਰ ਦੱਸਿਆ ਵੀ ਬਾਬਾ ਮਹਾਦੇਵ ਜੀ, ਚਲੋ ਭਾਵੇਂ ਹੈ ਤਾਂ ਤੁਹਾਡਾ ਵੱਡਾ ਭਰਾ ਹੀ ਪ੍ਰਿਥੀ ਚੰਦ, ਪਰ ਖੋਟਾ ਬੜਾ ਹੈ। ਆਪ ਤਾਂ ਨਰਕਾਂ ਨੂੰ ਜਾਣਾ ਹੀ ਸੀ, ਡੁੱਬਿਆ ਹੀ ਸੀ ਪਾਪਾਂ ਵਿੱਚ, ਮੈਨੂੰ ਵੀ ਨਾਲ ਹੀ ਲੈ ਚੱਲਿਆ ਸੀ। ਉਹ ਮੈਂ ਹੀ ਹਾਂ ਜਿਹਨੇ ਜ਼ਹਿਰ ਦੇਣਾ ਚਾਹਿਆ ਸੀ, ਤੇ ਮੈਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਖਿਲਾਫ ਭੜਕਾ ਕੇ ਇਹਨਾਂ ਦੇ ਸਾਹਿਬਜ਼ਾਦੇ ਨੂੰ ਜ਼ਹਿਰ ਦਵਾ ਦੇਣ ਲੱਗਿਆ ਸੀ, ਕੁਝ ਮਾਇਆ ਦਾ ਲਾਲਚ ਦੇ ਕੇ। ਇਹ ਤਾਂ ਧੰਨ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਾਰ ਨੇ, ਬਲਿਹਾਰ ਨੇ ਜਾਈਏ, ਜਿਹੜੇ ਪਰਮੇਸ਼ਰ ਦਾ ਸਰੂਪ ਹੈ, ਪ੍ਰਤੱਖ ਕਲਾ ਉਹਦੇ ਵਿੱਚ ਰੱਖਦੇ ਆ। ਭਾਵੇਂ ਮੈਂ ਜ਼ਹਿਰ ਚੋਰੀ ਦੇਣ ਲੱਗਿਆ ਸੀ ਦਹੀਂ ਵਿੱਚ ਪਾ ਕੇ, ਪਰ ਇਹ ਸਭ ਕੁਝ ਜਾਣ ਗਏ, ਇਹਨਾਂ ਨਾ ਛਕਿਆ ਤੇ ਮੇਰੇ ਪਾਪ ਨੂੰ ਸਭ ਦੇ ਸਾਹਮਣੇ ਪ੍ਰਗਟ ਕੀਤਾ, ਜਿਸ ਕਰਕੇ ਮੈਂ ਨਰਕਾਂ ਵਿੱਚ ਜਾਣ ਤੋਂ ਬਚਿਆ। ਇਹ ਪਾਪ ਦਾ ਭਾਗੀਦਾਰ ਬਣਨੋਂ ਮੈਂ ਬਚਿਆ। ਮੇਰੇ ਬੜੇ ਵੱਡੇ ਗੁਨਾਹ ਨੂੰ ਫਿਰ ਇਹਨਾਂ ਨੇ ਸੀਸ ਤੇ ਹੱਥ ਰੱਖ ਕੇ ਬਖਸ਼ ਵੀ ਦਿੱਤਾ ਹੈ। ਮੈਂ ਜਾਣਿਆ ਵੀ ਇਹ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹਨ, ਜਿਨ੍ਹਾਂ ਦਾ ਧਰਮ ਹੈ ਬਿਰਧ ਹੈ, ਨੀਚਾਂ ਅਧਮਾਂ ਪਤਤਾਂ ਦੀ ਰਾਖੀ ਕਰਨੀ, ਉਹਨਾਂ ਨੂੰ ਉੱਚੇ ਕਰਨਾ। ਜਿੱਥੇ ਨੀਚ ਸੰਭਾਲੀਨ ਤਿੱਥੈ ਨਦਰ ਤੇਰੀ ਬਖਸ਼ੀਸ। ਇਹੋ ਜਿਹੇ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਇਹ ਕੱਲ੍ਹ ਆਪਾਂ ਪ੍ਰਸੰਗ ਸੁਣਿਆ। ਅੱਗੇ ਫਿਰ ਸਾਧ ਸੰਗਤ ਜੀ ਜਿਵੇਂ ਬਾਬਾ ਪ੍ਰਿਥੀ ਚੰਦ ਛੱਡ ਕੇ ਅੰਮ੍ਰਿਤਸਰ ਸ਼ਹਿਰ ਨੂੰ ਤੇ ਦਿੱਲੀ ਪਹੁੰਚੇ, ਜਾਂ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਲਾਹੌਰ ਦੇ ਲਾਗੇ ਇੱਕ ਹੇਹਰ ਪਿੰਡ ਹੈ, ਉੱਥੇ ਠਹਿਰੇ ਸੀ। ਉਹ ਸੁਲਹੀ ਉੱਥੇ ਇਹਨੂੰ ਮਿਲਿਆ ਸੀ ਪ੍ਰਿਥੀ ਚੰਦ ਨੂੰ। ਪ੍ਰਿਥੀ ਚੰਦ ਦਾ ਸੁਲਹੀ ਦੇ ਨਾਲ ਮਿਲਾਪ ਹੋਣਾ ਇੱਥੇ ਪੰਜਾਬ ਜੀ, ਦਿੱਲੀ ਜਾਣ ਤੋਂ ਪਹਿਲਾਂ ਹੀ। ਉਹ ਸਾਰਾ ਪ੍ਰਸੰਗ ਜਿਵੇਂ ਆਉਂਦਾ ਆਪਾਂ ਸੁਣੀਏ ਜੀ। ਚਿਤ ਬਿਰਤੀ ਇਕਾਗਰ ਕਰੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰਾਂ ਨੂੰ ਹਿਰਦੇ ਵਸਾਈਏ ਜੀ। ਆਪਣੀ ਰਸਨਾ ਕਰੋ ਜੀ ਪਵਿੱਤਰ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ੍ਰੀ ਗੁਰ ਸਦਨ। ਤੋ ਕਵੀ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰ ਘਰ ਦਾ ਹਾਲ ਬਿਆਨ ਕਰਦੇ ਆ। ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਗੁਰੂ ਨਾਨਕ ਪਾਤਸ਼ਾਹ ਜੀ ਇਸ ਵਾਰੀ ਵੀ ਕੀਤੀ, ਬ੍ਰਾਹਮਣ ਤੋਂ ਜ਼ਹਿਰ ਦੇਣ ਤੋਂ ਮਹਾਰਾਜ ਜੀ ਨੇ ਬਚਾਇਆ। ਉਸ ਤੋਂ ਬਾਅਦ ਕਵੀ ਜੀ ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਿਹੜਾ ਘਰ ਹੈ, ਗੁਰੂ ਕੇ ਮਹਿਲ ਨਾਵੇਂ ਅਸਥਾਨ ਹੈ। ਆਤ ਉਤਸਾਹ ਜੋ ਕੀਨ। ਸਭ ਸੰਗਤਾਂ ਮਿਲ ਕੇ ਬਹੁਤ ਉਤਸ਼ਾਹ ਖੁਸ਼ੀਆਂ ਮਨਾ ਰਹੀਆਂ ਹਨ। ਅਧਿਕ ਤਿਹਾਵਲ ਬਰਤ ਭਈ। ਤੇ ਖੁੱਲਾ ਡੁੱਲਾ ਅੰਮ੍ਰਿਤ ਰੂਪ ਪੰਚਮ ਕੜਾ ਪ੍ਰਸ਼ਾਦ ਤੇ ਹਾਵਲ ਦੇਗ ਵਰਤਾਈ ਜਾ ਰਹੀ ਹੈ। ਭਈ ਪੀਰ ਸੁਖ ਪੀਨ। ਤੇ ਬੜੀ ਭੀੜ ਹੋ ਰਹੀ ਹੈ। ਸੁੱਖਾਂ ਦੀ ਪੀਣ ਰੰਗੀ ਹੋਈ ਸੰਗਤ ਜਿਹੜੀ ਨਾ, ਉਹ ਭੀੜ ਰੂਪ ਵਿੱਚ ਮਹਾਰਾਜ ਦੇ ਘਰ ਵਿੱਚ ਇਕੱਤਰ ਹੋ ਰਹੀ ਹੈ। ਸੈਵਈਆ ਲਾਗ ਦੰਦਬ ਕੀ ਧੁਨ ਬਾਜਤ ਹੈ। ਤੇ ਛੋਟੀਆਂ ਜਿਹੜੀਆਂ ਨਫੀਰੀਆਂ ਜਾਂ ਛੋਟੇ ਨਗਾਰੇ ਉਹ ਹੌਲੀ ਹੌਲੀ ਵੱਜ ਰਹੇ ਆ। ਉਹਨਾਂ ਦੀ ਦਮਾਮਿਆਂ ਦੀ, ਨਗਾਰਿਆਂ ਛੋਟਿਆਂ ਦੀ ਆਵਾਜ਼, ਨਫੀਰੀਆਂ ਦੀ ਆਵਾਜ਼ ਆ ਰਹੀ ਹੈ। ਬਾਹ ਨਾਦ ਨਫੀਰਨ ਕੇ ਸੰਗ ਭਾਰੀ। ਤੇ ਜਾਂ ਛੋਟੇ ਦਮਾਮਿਆਂ ਤੇ ਇਹ ਨਗਾਰਿਆਂ ਦੇ ਨਾਲ ਨਫੀਰੀਆਂ ਦਾ ਬੜਾ ਉੱਚੀ ਸ਼ੋਰ ਸਤਿਗੁਰਾਂ ਦੇ ਦਰ ਘਰ ਵਿੱਚ ਹੋ ਰਿਹਾ ਹੈ। ਘਰ ਪੌਰ ਕੋਲਾਹਲ ਹੋਏ ਰਹਿਓ। ਸਤਿਗੁਰਾਂ ਦੇ ਘਰ ਦੇ ਵੱਡੇ ਦਰਵਾਜ਼ੇ ਡਿਉੜੀ ਤੇ ਬਹੁਤ ਜਿਹੜਾ ਵਾ ਉਹ ਸਾਜ਼ਾਂ ਦਾ, ਛੋਟੇ ਦਮਾਮਿਆਂ ਦਾ,
ਨਗਾਰਿਆਂ ਦਾ ਨਫੀਰੀਆਂ ਦਾ ਸ਼ੋਰ ਹੋ ਰਿਹਾ ਹੈ। ਸਭ ਆਸ਼ਿਕ ਦੇਤ ਮਿਲੇ ਨਰ ਤੇ ਨਾਰੀ। ਸਿੱਖ ਸੰਗਤਾਂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ, ਜਿਵੇਂ ਹੁਣ ਆ ਜਾਂਦੀ ਹੈ ਨਾ ਘਰਾਂ ਵਿੱਚ ਪਤਾ ਲੈਣ, ਕੋਈ ਅਬ ਨਬੀ ਹੋ ਜਾਵੇ ਤਾਂ ਸੰਗਤਾਂ ਨੂੰ ਪਤਾ ਲੱਗਿਆ ਵੀ ਮਸਾਂ ਹੀ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਮਨੋਂ ਦੁਬਾਰਾ ਹੀ ਜਨਮ ਹੋਇਆ ਹੋਵੇ। ਪ੍ਰਿਥੀ ਚੰਦ ਫਿਰ ਇੱਕ ਵਾਰੀ ਜਾਨੋਂ ਮਾਰ ਪਕਾਉਣ ਲੱਗਾ ਸੀ। ਸੰਗਤਾਂ ਜਿਹੜੀਆਂ ਹਨ ਉਹ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਤੇ ਬੜੇ ਤਰ੍ਹਾਂ ਦੀਆਂ ਅਸੀਸਾਂ, ਲੰਮੀ ਉਮਰਾਂ, ਜਿਉਂਦੇ ਰਹਿਣ, ਜਵਾਨੀਆਂ ਮਾਨਣ, ਇਹੋ ਜਿਹੀ ਅਸੀਸਾਂ ਸੰਗਤਾਂ ਦੇ ਰਹੀਆਂ ਹਨ। ਪ੍ਰਿਥੀਏ ਕਹੋ ਗਾਰ ਨਿਕਾਰਤ ਤੇ ਹੈ। ਨਾਲੇ ਪ੍ਰਿਥੀ ਚੰਦ ਨੂੰ ਗਾਲਾਂ ਦਿੰਦੇ ਆ। ਹਰਗੋਬਿੰਦ ਸਾਹਿਬ ਮਹਾਰਾਜ ਨੂੰ ਅਸੀਸਾਂ ਤੇ ਪ੍ਰਿਥੀ ਚੰਦ ਨੂੰ ਗਾਲਾਂ ਦਿੰਦੇ ਆ ਵੀ ਲਾਹਣਤ ਹੋਵੇ ਪ੍ਰਿਥੀ ਚੰਦ, 5 ਵਰਿਆਂ ਦੇ ਬਾਲਕ ਨਾਲ ਤੂੰ ਵੈਰ ਕਰਦਾ, ਇਹੋ ਜਿਹੇ ਕੰਮ ਤੂੰ ਕਰਦਾ, ਜ਼ਹਿਰ ਦੇਣ ਦੇ, ਕਦੇ ਸੱਪ ਲੜਾਉਣ ਦੇ, ਹੋਰ ਖੋਟੀਆਂ ਚਾਲਾਂ ਚੱਲਦਾ, ਲਾਹਣਤ ਹੋਵੇ ਤੇਰੇ ਪੈਦਾ ਹੋਣ ਤੇ। ਇਸ ਤਰ੍ਹਾਂ ਸੰਗਤਾਂ ਗਾਲਾਂ ਦਿੰਦੀਆਂ ਹਨ ਪ੍ਰਿਥੀ ਚੰਦ ਨੂੰ। ਨਿਤ ਪਾਪ ਬਿਖੈ ਰਤ ਜੋ ਦੁਰਚਾਰੀ। ਕਹਿੰਦੇ ਪ੍ਰਿਥੀ ਚੰਦ ਤੂੰ ਐਡਾ ਗਿਰਿਆ ਹੋਇਆ ਵੀ ਰੋਜ਼ ਹੀ ਪਾਪਾਂ ਦੇ ਵਿੱਚ ਹੀ ਤੂੰ ਦੁਰਚਾਰੀ, ਖੋਟਾ ਬਣਿਆ, ਤੇਰਾ ਆਚਰਣ ਭੈੜਾ ਹੈ ਤੇ ਪਾਪਾਂ ਦੇ ਵਿੱਚ ਤੂੰ ਪ੍ਰੀਤ ਕਰਨ ਵਾਲਾ ਹੈ। ਹਰ ਗੋਬਿੰਦ ਕੋ ਬੇਖ ਦੀਨ ਅਬੈ। ਇਸ ਮੂਰਖ ਪ੍ਰਿਥੀ ਚੰਦ ਪਾਪੀ ਨੇ ਐਤਕੀ ਫਿਰ ਹੱਦ ਮੁਕਾ ਦਿੱਤੀ। ਪਹਿਲਾਂ ਵੀ ਮਾਰਨ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਐਤਕੀ ਇਸ ਪ੍ਰਿਥੀ ਚੰਦ ਨੇ ਜ਼ਹਿਰ ਬਾਹਮਣ ਦੁਆਰਾ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦਵਾਉਂਦਾ ਰਿਹਾ ਹੈ। ਪਰਮੇਸ਼ਰ ਹੱਥ ਦਲੀਨ ਉਬਾਰੀ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਪਰਮੇਸ਼ਰ ਨੇ ਸਾਹਿਬਜ਼ਾਦੇ ਨੂੰ ਹੱਥ ਦੇ ਕੇ ਰੱਖ ਲਿਆ ਹੈ। ਮੁਖ ਕਾਰਖ ਲਾਗ ਗਈ ਤੇ ਸਕੇ। ਤੇ ਮਹਾਰਾਜ ਨੂੰ ਤਾਂ ਪਰਮੇਸ਼ਰ ਨੇ ਰੱਖ ਲਿਆ। ਪ੍ਰਿਥੀ ਚੰਦ ਤੇਰੇ ਮੂੰਹ ਤੇ ਨਿੰਦਿਆ ਰੂਪੀ, ਇਸ ਪਾਪ ਰੂਪੀ ਕਾਲਖ ਲੱਗ ਚੁੱਕੀ ਹੈ। ਮਰ ਬੇ ਲਗ ਜਾਏ ਨਾ ਕੈਸੇ ਪਖਾਰੀ। ਇਹ ਕਾਲਖ ਜਿਹੜੀ ਤੇਰੇ ਮੂੰਹ ਤੇ ਲੱਗ ਗਈ ਹੈ ਨਾ ਪ੍ਰਿਥੀ ਚੰਦ, ਇਹ ਜਾਣ ਲਈ ਵੀ ਮਰਨ ਤੱਕ ਵੀ ਤੇਰੇ ਮਗਰੋਂ ਨਹੀਂ ਲੈਣੀ ਹੈ। ਮਰਨ ਤੋਂ ਬਾਅਦ ਵੀ ਨਰਕਾਂ ਵਿੱਚ ਤੈਨੂੰ ਲੈ ਕੇ ਜਾਵੇਗੀ। ਸ਼ਰਮਿਓ ਘਰ ਵਿੱਚ ਦਰਿਓ ਮਤ ਮੂਰਖ। ਸਾਧ ਸੰਗਤ ਦੀ ਐਵੇਂ ਦੀਆਂ ਗੱਲਾਂ ਹੋ ਰਹੀਆਂ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਸੰਗਤਾਂ ਵਿੱਚ, ਤੇ ਪ੍ਰਿਥੀ ਚੰਦ ਨੂੰ ਪਤਾ ਹੀ ਹੈ ਮੇਰੀ ਨਿੰਦਿਆ ਹੁੰਦੀ ਹੈ ਤੇ ਸ਼ਰਮਿੰਦਾ ਹੁੰਦਾ, ਸ਼ਰਮਸਾਰ ਹੁੰਦਾ, ਘਰੋਂ ਨਹੀਂ ਨਿਕਲਦਾ, ਆਪਦੇ ਘਰ ਵਿੱਚ ਲੁਕਿਆ ਬੈਠਾ ਹੈ। ਬਾਦਹੀ ਬੈਰ ਕਰੇ ਹਿਤ ਟਾਰੀ। ਤੇ ਸੰਗਤ ਕਹਿੰਦੀ ਏ ਵੀ ਮੂਰਖ ਹੁਣ ਘਰ ਵਿੱਚ ਲੁਕਿਆ ਬੈਠਾ ਪ੍ਰਿਥੀ ਚੰਦ ਵਿਅਰਥ ਬਿਨਾਂ ਗੱਲ ਤੋਂ ਹੀ ਅਕਾਰਨ ਹੀ ਸਤਿਗੁਰਾਂ ਦੇ ਨਾਲ ਵੈਰ ਕਰਦਾ ਹੈ। ਭਰਾਵਾਂ ਵਾਲਾ ਪ੍ਰੇਮ ਜਿਹੜਾ ਨਾ ਪ੍ਰਿਥੀ ਚੰਦ ਨੇ ਮਨ ਵਿੱਚ ਰੱਖਿਆ ਨਹੀਂ, ਛੱਡ ਦਿੱਤਾ ਹੈ। ਗੁਰੂ ਨਾਨਕ ਕੀ ਇਹ ਜੋਤ ਬਿਰਾਜਤ। ਪਰ ਇਹ ਸਤਿਗੁਰੂ ਅਰਜਨ ਦੇਵ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜੋਤ ਇਹਨਾਂ ਵਿੱਚ ਬਰਾਜ ਰਹੀ ਹੈ ਗੁਣ ਪੂਰਨ ਜੇ ਸੁਭਕਾਰੀ। ਤੇ ਪੂਰਨ ਹੈ ਗੁਣਾਂ ਦੇ ਵਿੱਚ, ਸ਼ੁਭਕਾਰੀ, ਸਭ ਨੂੰ ਸ੍ਰੇਸ਼ਟਤਾਈ ਦੇਣ ਵਾਲੇ, ਸੁਖ ਦੇਣ ਵਾਲੇ ਹਨ। ਛਾਲ ਬ੍ਰਿੰਦ ਕਰੇ ਨਾ ਛਲੇ ਕੇਸਰੀਤ। ਭਾਵੇਂ ਮਾਰਨ ਦੇ ਹਰਗੋਬਿੰਦ ਸਾਹਿਬ ਨੂੰ ਪ੍ਰਿਥੀ ਚੰਦ ਨੇ ਬੜੇ ਯਤਨ ਕੀਤੇ, ਬੜੇ ਹੀਲੇ ਕੀਤੇ, ਪਰ ਕੋਈ ਸਫਲਾ ਨਹੀਂ ਹੋਇਆ ਹੈ। ਸਦਾ ਸਰਭਾਗਯ ਕ੍ਰਿਤਗਯ ਉਦਾਰੀ। ਕਿਸੇ ਤਰ੍ਹਾਂ ਵੀ ਛਲ ਧੋਖਾ ਨੇਪਰੇ ਨਹੀਂ ਚੜਿਆ ਪ੍ਰਿਥੀ ਚੰਦ ਦਾ, ਕਿਉਂਕਿ ਹਰਗੋਬਿੰਦ ਸਾਹਿਬ ਤਾਂ ਸਰਬਾਗਿਆ, ਸਰਬ ਗਿਆਤਾ, ਸਭ ਦੇ ਮਨਾਂ ਦੀਆਂ ਜਾਣਨ ਵਾਲੇ ਹੈ, ਬੜੇ ਸਖੀ ਚਿੱਤ ਹਨ ਤੇ ਪ੍ਰਿਥੀ ਚੰਦ ਦੇ ਖੋਟੀ ਕ੍ਰਿਤ, ਖੋਟੇ ਕਾਰਨਾਮਿਆਂ ਤੋਂ ਵੀ ਵਾਕਫ ਹਨ। ਇਹ ਬਾਤੀਆਂ ਸੁਣ ਕੈ ਸਭ ਹੀ। ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਹੁੰਦੀਆਂ ਮਹਾਰਾਜ ਦੇ ਘਰ ਵਿੱਚ, ਸੰਗਤਾਂ ਵਿੱਚ। ਇਹ ਸਾਰੀਆਂ ਪ੍ਰਿਥੀ ਚੰਦ ਦੀਆਂ ਗੱਲਾਂ, ਪ੍ਰਿਥੀ ਚੰਦ ਬੀਬੀ ਕਰਮੋ ਦੀ ਜਿੰਨੀ ਨਿੰਦਿਆ ਹੁੰਦੀ ਸੁਣ ਸੁਣ ਕੇ। ਤਿਸ ਕੇ ਪੱਖ ਕੇ ਸਭ ਜਾਏ ਸੁਨਾਵੈ। ਜਿਹੜੇ ਸਾਧ ਸੰਗਤ ਜੀ ਪ੍ਰਿਥੀ ਚੰਦ ਦੇ ਪੱਖ ਵਾਲੇ ਆ ਨਾ, ਕੁਝ ਜਿਵੇਂ ਉਹ ਦੋਗਲੇ ਜਿਹੇ ਹੁੰਦੇ, ਉਧਰ ਵੀ ਜਾਂਦੇ ਆ ਤੇ ਮਹਾਰਾਜ ਦੇ ਘਰ ਵੀ ਆਉਂਦੇ ਜਾਂਦੇ ਆ। ਜਦੋਂ ਸੰਗਤਾਂ ਗੱਲਾਂ ਕਰਦੀਆਂ ਪ੍ਰਿਥੀ ਚੰਦ ਬੀਬੀ ਕਰਮੋ ਦੀ ਨਿੰਦਾ ਕਰਦੀਆਂ, ਉਹ ਸਾਰੀ ਗੱਲਬਾਤ ਇਹ ਸੁਣ ਕੇ ਜਿਹੜੇ ਚੁਗਲ ਹੈ ਪ੍ਰਿਥੀ ਚੰਦ ਦੇ ਪੱਖੀ
ਮਹਾਰਾਜ ਦੇ ਘਰੋਂ ਸੁਣ ਸੁਣ ਕੇ ਪ੍ਰਿਥੀ ਚੰਦ ਦੇ ਘਰ ਜਾ ਜਾ ਕੇ ਦੱਸਦੇ ਵੀ ਤੈਨੂੰ ਐਂ ਕਹਿੰਦੇ ਆ ਉੱਥੇ ਤੇਰੀਆਂ ਇਸ ਤਰ੍ਹਾਂ ਗੱਲਾਂ ਹੁੰਦੀਆਂ ਹਨ। ਲੋਕ ਹਜ਼ਾਰੋਂ ਹਿੰਗਾਰ ਨਿਕਾਰਤ। ਕਹਿੰਦੇ ਹੇ ਪ੍ਰਿਥੀ ਚੰਦ ਜੀ, ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਹਜ਼ਾਰਾਂ ਲੋਕ ਜਿਹੜੀ ਸੰਗਤ ਹੈ ਤੈਨੂੰ ਗਾਲਾਂ ਦਿੰਦੀ ਹੈ, ਬੜੀ ਬੇਪਤੀ ਉਚਾਰਦੀ ਹੈ। ਕੀਨ ਮਹਾ ਅਗ ਬਾਕ ਅਲਾਵੈ। ਇਸ ਤਰ੍ਹਾਂ ਕਹਿੰਦੇ ਆ ਵੀ ਪ੍ਰਿਥੀ ਚੰਦ ਨੇ ਜ਼ਹਿਰ ਦੇਣ ਵਾਸਤੇ 500 ਰੁਪਈਏ ਵਿੱਚ ਬ੍ਰਾਹਮਣ ਖਰੀਦਿਆ ਤੇ ਐਤਕੀ ਪਾਪ ਦੀ ਹੱਦ ਮੁਕਾ ਦਿੱਤੀ। ਇਸ ਤਰ੍ਹਾਂ ਦੀਆਂ ਤੇਰੀਆਂ ਗੱਲਾਂ ਹੁੰਦੀਆਂ ਹਨ। ਜਾਂ ਉਤਸਾਹ ਕਰੈ ਬਾਹ ਭਾਤਿਨ। ਜਿਵੇਂ ਜਿਵੇਂ ਉਤਸ਼ਾਹ ਕਰਦਾ ਹੈ ਨਾ, ਬੜੇ ਤਰ੍ਹਾਂ ਤਰ੍ਹਾਂ ਦੇ ਬਹੁਤ ਭਾਰੀ ਭਾਵ ਵੀ ਪ੍ਰਿਥੀ ਚੰਦ ਜਿਵੇਂ ਕਿਵੇਂ ਉਤਸ਼ਾਹ ਕਰ ਰਹੇ ਆ, ਹਰਗੋਬਿੰਦ ਸਾਹਿਬ ਨੂੰ ਮਾਰਨਾ ਚਾਹੁੰਦਾ ਹੈ। ਇਸ ਤਰ੍ਹਾਂ ਸੰਗਤਾਂ ਗੱਲਾਂ ਕਰਦੀਆਂ ਨੇ। ਬਾਦਿਤ ਭਾਂਤ ਅਨੇਕ ਬਜਾਵੈ। ਤੇ ਅਨੇਕਾਂ ਤਰ੍ਹਾਂ ਦੇ ਜਿਹੜੇ ਵੈ ਤੇਰੀਆਂ ਗੱਲਾਂ ਹੁੰਦੀਆਂ ਨੇ। ਇਸ ਤਰ੍ਹਾਂ ਦੇ ਬਚਨ ਕੀਨ ਮਹਾ ਅਗ ਬਾਕ ਅਲਾਵਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਤੋ ਨਾਲੇ ਫਿਰ ਉਹ ਦੱਸਦੇ ਆ ਵੀ ਮਾਤਾ ਗੰਗਾ ਜੀ ਤਾਂ ਬੜੀਆਂ ਖੁਸ਼ੀਆਂ ਮਨਾ ਰਹੇ ਸਾਹਿਬਜ਼ਾਦੇ ਦੀ ਰੱਖਿਆ ਹੋਣ ਤੇ। ਜਾਂ ਉਤਸ਼ਾਹ ਕਰੈ ਬਹੁ ਭਾਤਨ, ਸੰਗਤਾਂ ਵੀ ਤਰ੍ਹਾਂ ਤਰ੍ਹਾਂ ਦੇ ਗੀਤ ਗਾਉਂਦੀਆਂ ਖੁਸ਼ੀਆਂ ਮਨਾਉਂਦੀਆਂ ਹਨ। ਹਰਗੋਬਿੰਦ ਸਾਹਿਬ ਦੀ ਰੱਖਿਆ ਦੇ ਸ਼ਬਦ ਉਚਾਰੇ ਜਾ ਰਹੇ ਆ। ਬਾਦਿਤ ਭਾਂਤ ਅਨੇਕ ਬਜਾਵੈ, ਅਨੇਕਾਂ ਤਰ੍ਹਾਂ ਦੇ ਵਾਜੇ ਜਿਹੜੇ ਨਾ ਪ੍ਰਿਥੀ ਚੰਦ ਤੁਹਾਡੇ ਸ਼ਰੀਕਾਂ ਦੇ ਘਰ ਤੇ ਦਰਵਾਜ਼ੇ ਤੇ ਖੁਸ਼ੀਆਂ ਦੇ ਵੱਜਦੇ ਹਨ। ਭੀੜ ਰਹੀ ਭਰ ਪਰਨ ਪਾ ਘਰ। ਤੇ ਬੜੀ ਭੀੜ ਹੋ ਰਹੀ ਹੈ ਘਰ ਦੇ ਵਿੱਚ, ਬਹੁਤ ਭਾਰੀ ਜਿਹੜਾ ਪੂਰਨ ਭਾ ਕਰ ਇੱਥੇ ਦਲਿੰਕੜ ਹੋਣਗੇ ਪੂਰਨ। ਤੇ ਘਰ ਜਿਹੜਾ ਵਾ ਪੂਰਨ ਭਾਵ ਚੰਗੀ ਤਰ੍ਹਾਂ ਭੀੜ ਨਾਲ ਮਹਾਰਾਜ ਦਾ ਘਰ ਭਰਿਆ ਹੋਇਆ ਹੈ। ਪੂਰ ਤਿਹਾਵਲ ਕੋ ਬਰਤਾਵੈ। ਤੇ ਦਿਨ ਰਾਤ ਖੁੱਲਾ ਤਿਹਾਵਲ ਕੜਾ ਪ੍ਰਸ਼ਾਦੀ ਦੇਗ ਵਰਤਾਈ ਜਾਂਦੀ ਹੈ। ਕਬਿਤ ਪ੍ਰੀਥੀਆ ਸੁਨਤ ਮਨ ਗਿਣਤੀ ਗਨਤ ਬਾਹ। ਕਵੀ ਜੀ ਕਹਿੰਦੇ ਸੁਣ ਕੇ ਪ੍ਰਿਥੀ ਚੰਦ ਨਾ ਆਪਦੇ ਪੱਖੀਆਂ ਤੋਂ ਚੁਗਲਾਂ ਤੋਂ ਵੀ ਉਧਰ ਤਾਂ ਬੜੀ ਖੁਸ਼ੀ ਮਨਾਈ ਜਾਂਦੀ ਹੈ। ਹਰਗੋਬਿੰਦ ਸਾਹਿਬ ਨੂੰ ਅਸੀਸਾਂ ਮਿਲ ਰਹੀਆਂ, ਪ੍ਰਿਥੀ ਚੰਦ ਤੇ ਤੁਹਾਨੂੰ ਗਾਲਾਂ। ਇਸ ਤਰ੍ਹਾਂ ਦੀ ਸੁਣ ਕੇ ਆਪਦੇ ਪੱਖੀਆਂ ਪਾਸੋਂ ਗੱਲਬਾਤ ਪ੍ਰਿਥੀ ਚੰਦ ਸੜ ਬਲ ਕੇ ਜਿਹੜਾ ਵੈ ਦੁਖੀ ਹੁੰਦਾ ਹੈ ਤੇ ਮਨ ਵਿੱਚ ਗਿਣਤੀਆਂ ਗਿਣਦਾ ਹੈ। ਕਾਜ ਨਹਿ ਸਿੱਧ ਭਇਓ ਸਾਲ ਰਹਿਓ ਛਤੀਆ। ਕਹਿੰਦੇ ਬੜਾ ਉਦਮ ਕੀਤਾ, 2-3 ਹੱਲੇ ਵੀ ਕਰਾਏ ਹਰਗੋਬਿੰਦ ਸਾਹਿਬ ਤੇ, ਪਰ ਮੇਰਾ ਕੰਮ ਪੂਰਾ ਨਾ ਹੋਇਆ। ਹਰਗੋਬਿੰਦ ਸਾਹਿਬ ਨੂੰ ਮਾਰਿਆ ਨਾ ਗਿਆ। ਉਹ ਛਾਤੀ ਵਿੱਚ ਜਿਹੜਾ ਸੱਲ ਗੱਡਿਆ ਹੋਇਆ ਨਾ ਹਰਗੋਬਿੰਦ ਸਾਹਿਬ ਜੰਮੇ ਦਾ, ਉਹ ਮਾਰ ਨਹੀਂ ਸਕਿਆ ਮੈਂ। ਉਸੇ ਦੀ ਉਸੇ ਤਰ੍ਹਾਂ ਹੀ ਮੇਰੀ ਛਾਤੀ ਵਿੱਚ ਉਹ ਸੱਲ ਜਿਹੜਾ ਗੱਡਿਆ ਹੋਇਆ ਹੈ ਉਹ ਨਿਕਲ ਨਹੀਂ ਸਕਿਆ। ਹਰਗੋਬਿੰਦ ਸਾਹਿਬ ਨੂੰ ਮੈਂ ਮਾਰ ਨਹੀਂ ਸਕਿਆ ਹਾਂ। ਨਿਫਲ ਉਪਾਏ ਗਏ ਠਾਨਤ ਅਨੇਕ ਪਏ। ਤੇ ਅਨੇਕੇ ਜਿਹੜੇ ਭਾਵ ਬਹੁਤੇ ਉਪਾਅ ਕੀਤੇ, ਬੜੇ ਉਦਮ ਕੀਤੇ। ਕਦੇ ਸੱਪ ਛਡਵਾਇਆ, ਕਦੇ ਦਾਈ ਨੂੰ ਜ਼ਹਿਰ ਦੇ ਕੇ ਭੇਜਿਆ, ਕਦੇ ਬ੍ਰਾਹਮਣ ਨੂੰ ਬੜਾ ਜ਼ੋਰ ਮਾਰਿਆ, ਪਰ ਕੋਈ ਵੀ ਸਫਲਾ ਨਹੀਂ ਹੋਇਆ, ਸਭ ਬੇਫਲ ਗਏ ਹਨ। ਉਲਟੋ ਕਲੰਕ ਲਏ ਜਾਨਿਓ ਜਿਤ ਕੀਤੀਆ। ਤੇ ਉਲਟਾ ਕਲੰਕ ਲੱਗ ਗਿਆ ਮੱਥੇ ਤੇ। ਸਭ ਪਾਸੇ ਇਹ ਗੱਲ ਜਾਣੀ ਗਈ ਵੀ ਪ੍ਰਿਥੀ ਚੰਦ ਜ਼ਹਿਰ ਦਵਾਉਂਦਾ ਹਰਗੋਬਿੰਦ ਸਾਹਿਬ ਭਾਵ ਆਪਦੇ ਭਤੀਜੇ ਨੂੰ। ਸਾਰੇ ਪਾਸੇ ਇਹ ਗੱਲ ਪ੍ਰਗਟ ਪ੍ਰਤੱਖ ਹੋ ਗਈ। ਕਿੱਥੇ ਮੈਂ ਮਾਰਨਾ ਸੀ, ਸੁੱਖ ਲੈਣਾ ਸੀ ਹਰਗੋਬਿੰਦ ਸਾਹਿਬ ਦੇ ਮਰੇ ਤੇ, ਉਹ ਹਰਗੋਬਿੰਦ ਸਾਹਿਬ ਨੂੰ ਮਾਰ ਵੀ ਨਹੀਂ ਸਕਿਆ ਮੈਂ, ਤੇ ਸੋਭਾ ਲੈਣ ਦੀ ਬਜਾਏ ਅੱਜ ਮੇਰੀ ਨਿੰਦਿਆ ਹੋ ਰਹੀ ਹੈ। ਬੇਪਰ ਮਤਹੀਣ ਬੇਖ ਦਾਵਤੇ ਨਾ ਦੀਨ ਜੇਨ। ਤੇ ਵਿਚਾਰਦਾ ਮਨ ਵਿੱਚ ਵੀ ਬ੍ਰਾਹਮਣ ਕਿੱਡਾ ਮੂਰਖ ਹੈ, ਵੀ ਦਿਨ ਚੜ੍ਹੇ ਹੀ ਸਾਰਿਆਂ ਦੇ ਸਾਹਮਣੇ ਜ਼ਹਿਰ ਦੇਣ ਲੱਗ ਪਿਆ ਸੀ, ਵੀ ਦਾਵ ਨਹੀਂ ਲਾ ਕੇ ਭਾਵ ਆਸਾ ਪਾਸਾ ਵੇਖ ਕੇ ਮੌਕਾ ਵੇਖ ਕੇ ਉਹਨੂੰ ਜ਼ਹਿਰ ਦੇਣਾ ਚਾਹੀਦਾ ਸੀ। ਜਾਮਨੀ ਮੈਂ ਜਾਣ ਤੋ ਨਾ ਤਮ ਭਏ ਅਤੀਆ। ਜਦੋਂ ਅਤੀਆ ਬਹੁਤਾ ਹੀ ਤਮ ਹਨੇਰਾ ਭਾਵ ਰਾਤ ਹੁੰਦੀ ਹਨੇਰੀ ਰਾਤ ਵਿੱਚ ਜੇ ਜ਼ਹਿਰ ਦੇਣਾ ਤੇ ਰਾਤ ਨੂੰ ਦਿੰਦਾ। ਬ੍ਰਾਹਮਣ ਵੀ ਮੂਰਖ ਹੀ ਵਗਿਆ, ਦਿਨੇ ਜ਼ਹਿਰ ਦੇਣ ਲੱਗ ਗਿਆ, ਜਿਸ ਕਰਕੇ ਮੇਰਾ ਸਾਰਾ ਪਰਦਾ ਉਗੜ ਕੇ ਸਾਹਮਣੇ ਆ ਗਿਆ। ਬ੍ਰਾਹਮਣ ਮੂਰਖ ਨੂੰ ਚਾਹੀਦਾ ਸੀ ਜਦੋਂ ਅੱਧੀ ਰਾਤ ਪਈ ਹੁੰਦੀ ਜਾਂ ਅੱਖ ਬਚਾ ਕੇ ਪਾਸਾ ਆਸਾ ਵੇਖ ਕੇ ਮੂੰਹ ਹਨੇਰੇ ਦਹੀਂ ਵਿੱਚ ਜ਼ਹਿਰ ਪਾ ਕੇ ਦਿੰਦਾ ਤਾਂ
ਇਹ ਕੰਮ ਪੂਰਾ ਹੋ ਜਾਣਾ ਸੀ। ਹੋਤ ਕ੍ਰਿਤ ਕ੍ਰਿਤ ਜਾਬੋ ਬੈਰੀ ਮ੍ਰਿਤ ਦੇਖ ਲੇਤ। ਜਦੋਂ ਮੈਂ ਆਪਦੇ ਵੈਰੀ ਹਰਗੋਬਿੰਦ ਸਾਹਿਬ ਨੂੰ ਮਰਿਆ ਵੇਖ ਲੈਂਦਾ ਤੇ ਮੈਂ ਨਿਹਾਲ ਨਿਹਾਲ ਹੋ ਜਾਣਾ ਸੀ, ਕਿਰਤਾਰਥ ਹੋ ਜਾਣਾ ਸੀ, ਖੁਸ਼ ਹੋ ਜਾਣਾ ਸੀ। ਬਚਿਓ ਨਿਜ ਭਾਗਣ ਤੇ ਭਲੀ ਭਾਲ ਰਤੀਆ। ਤੇ ਬੜੇ ਵੱਡੇ ਇਹ ਵਿਚਾਰਦਾ ਪ੍ਰਿਥੀ ਚੰਦ ਵੀ ਬੜੇ ਵੱਡੇ ਭਾਗ ਹੈ ਹਰਗੋਬਿੰਦ ਸਾਹਿਬ ਦੇ। ਤੀਜੇ ਚੌਥੇ ਹੱਲੇ ਤੋਂ ਆਪਦੇ ਵੱਡੇ ਭਾਗਾਂ ਨਾਲ ਵੱਡੀ ਰੇਖਾ ਦੇ ਨਾਲ ਬਚ ਜਾਂਦਾ ਹੈ। ਤੀਜੀ ਚੌਥੀ ਵਾਰੀ ਫੇਰ ਬਚ ਚੁੱਕਿਆ ਹੈ। ਵੱਡੇ ਹੀ ਭਾਗ ਹਨ। ਕਬਿਤ ਨਿੰਦਕ ਬਨੇ ਨਰ ਘਰ ਕਰ ਕਹਿ ਪੁਰ। ਤੇ ਕਵੀ ਜੀ ਕਹਿੰਦੇ ਆ ਵੀ ਇਹ ਵਿਚਾਰਦਾ ਪ੍ਰਿਥੀ ਚੰਦ ਵੀ ਉਲਟਾ ਮੇਰੀ ਨਿੰਦਾ ਹੋ ਰਹੀ ਹੈ। ਸਭ ਪਾਸੇ ਘਰ ਘਰ ਲੋਕ ਮੇਰੇ ਨਿੰਦਕ ਬਣ ਗਏ ਆ। ਸੁਣਿਓ ਨਾ ਜਾਇਗੋ ਵਿਸਾਲ ਬੈਰ ਚੀਨਿਓ। ਤੇ ਵਿਚਾਰਿਆ ਮਨ ਵਿੱਚ ਵੀ ਹੁਣ ਇੱਥੋਂ ਨਿਕਲ ਜਾਣਾ ਹੀ ਚੰਗਾ ਹੈ, ਕਿਉਂਕਿ ਹੁਣ ਨਿੰਦਾ ਮੇਰੇ ਕਿਸੇ ਨੇ ਮੂੰਹ ਤੇ ਕਹਿ ਦਿੱਤਾ ਤੇ ਮੇਥੋਂ ਜਰਿਆ ਨਹੀਂ ਜਾਣਾ ਤੇ ਕੋਈ ਐਵੇਂ ਹੱਥੋਂ ਪਾਈ ਹੋਵਾਂਗੇ, ਝਗੜਾ ਵਧੇਗਾ। ਇਹ ਪ੍ਰਿਥੀ ਚੰਦ ਇਸ ਤਰ੍ਹਾਂ ਵਿਚਾਰਦਾ ਵੀ ਮੇਥੋਂ ਜਰਿਆ ਨਹੀਂ ਜਾਣਾ। ਜੇ ਮੈਨੂੰ ਕਿਸੇ ਨੇ ਚੋਰ ਠੱਗ ਆਖਿਆ, ਗੁਰੂ ਅਰਜਨ ਦੇਵ ਦਾ ਵੈਰੀ ਆਖਿਆ, ਸੱਪ ਆਖਿਆ, ਇਸ ਤਰ੍ਹਾਂ ਦੇ ਬਚਨ ਜੇ ਮੈਨੂੰ ਕੋਈ ਆਖੇਗਾ, ਗੁੱਸਾ ਚੜੇਗਾ, ਵੈਰ ਵੱਧ ਜਾਵੇਗਾ। ਐਸੀ ਚਿੰਤਾ ਠਾਨ ਕੈ ਅਦਕ ਦੁਖ ਮਾਨ ਕੈ। ਇਹੋ ਜੀ ਚਿੰਤਾ ਪ੍ਰਿਥੀ ਚੰਦ ਨੇ ਮਨ ਵਿੱਚ ਮੰਨੀ ਤੇ ਬੜਾ ਦੁਖੀ ਹੋ ਰਿਹਾ ਘਰ ਵਿੱਚ ਬੈਠਾ। ਕਹਿਤ ਨਿਜ ਲੋਕਣ ਸੁਤਿਆਰੀ ਸਭ ਕੀਨਿਓ। ਤੇ ਆਪਦੇ ਜਿਹੜੇ ਬੰਦੇ ਸੀ ਨੇ ਦੇ ਘਰੇ ਰਹਿਣ ਵਾਲੇ ਕੋ ਸਿੱਖ ਸੇਵਕ ਦਾਸ ਨੌਕਰ, ਉਹਨਾਂ ਨੂੰ ਪ੍ਰਿਥੀ ਚੰਦ ਕਹਿੰਦਾ ਵੀ ਇਉਂ ਕਰੋ, ਆਪਾਂ ਛੇਤੀ ਚਲੇ ਜਾਣਾ, ਹੁਣ ਇੱਥੇ ਰਹਿਣਾ ਨਹੀਂ ਅੰਮ੍ਰਿਤਸਰ ਸਾਹਿਬ ਵਿੱਚ। ਜਿਹੜਾ ਸਮਾਨ ਲੱਦ ਲਿਆ ਠੀਕ ਹੈ, ਜਿਹੜਾ ਰਹਿ ਗਿਆ ਉਹ ਛੇਤੀ ਤੋਂ ਛੇਤੀ ਰਾਤੋਂ ਰਾਤ ਗੱਡੇ ਭਰ ਲਏ ਜਾਣ, ਪੂਰਾ ਤਿਆਰਾ ਕੀਤਾ ਜਾਵੇ। ਲਾਦ ਲੈ ਹੋ ਆਜ ਨਹੀਂ ਰਹਿ ਸ਼ੇਸ਼ ਕਾਜ ਕੁਛ। ਤੇ ਅੱਜ ਸਾਰਾ ਸਮਾਨ ਲੱਦ ਲਿਆ ਜਾਵੇ, ਕੋਈ ਵੀ ਵਸਤੂ ਘਰੇ ਬਾਕੀ ਨਾ ਰਵੇ, ਕੋਈ ਕੰਮ ਰਹਿ ਨਾ ਜਾਵੇ। ਅੱਜ ਰਾਤ ਪੈਂਦਿਆਂ ਪੈਂਦਿਆਂ ਸਾਰਾ ਸਮਾਨ ਪੂਰੀ ਤਰ੍ਹਾਂ ਲੱਦ ਕੇ ਤਿਆਰ ਕਰ ਲਵੋ। ਸਗਰੇ ਸਮਾਜ ਕੀ ਸੰਭਾਰ ਕਰ ਲੀਨਿਓ। ਤੇ ਸਾਰੇ ਘਰ ਦੇ ਸਮਾਨ ਦੀ ਸੰਭਾਲ ਕਰ ਲਓ, ਟੁੱਟਣ ਤੋਂ ਬਚਾ ਕੇ ਚੀਜ਼ਾਂ ਸਭ ਗੱਡਿਆਂ ਵਿੱਚ ਰੱਖ ਲਓ, ਸੰਭਾਲ ਕੇ ਸੋਧ ਕੇ। ਵੱਡੀ ਭੁਨ ਸਾਰ ਤੇ ਸਿਧਾਰ ਪਰ ਪੰਥ ਵਿੱਚ। ਕਿਉਂਕਿ ਆਪਾਂ ਦਿਨ ਚੜ੍ਹਨ ਤੋਂ ਪਹਿਲਾਂ ਹੀ ਮੂੰਹ ਹਨੇਰੇ ਹੀ ਤੜਕਾ ਚੜ੍ਹਦਿਆਂ ਹੀ ਆਪਾਂ ਇੱਥੋਂ ਦਿੱਲੀ ਦੇ ਰਸਤੇ ਨੂੰ ਤੁਰ ਪੈਣਾ ਹੈ। ਦੇਖ ਹੈ ਨਾ ਬੋਲ ਹੈ ਸੁਰੌਲ ਹੋਏ ਹੀ ਨਿਓ। ਤੇ ਰੌਲਾ ਨਾ ਪਵੇ ਤਾਂ ਕਿ ਮੂੰਹ ਹਨੇਰੇ ਚਲੇ ਜਾਣਾ। ਕਿਸੇ ਨੂੰ ਦਿਨ ਚੜੇ ਤੇ ਕੋਈ ਵੇਖੇਗਾ, ਰੌਲਾ ਪਵੇਗਾ। ਇਸ ਲਈ ਦਿਨ ਚੜ੍ਹਨ ਤੋਂ ਪਹਿਲਾਂ ਜਦੋਂ ਸਾਰੇ ਸੁੱਤੇ ਹੋਣਗੇ, ਕੋਈ ਦੇਖੇ ਨਾ, ਕੋਈ ਸੁਣੇ ਨਾ, ਸਾਨੂੰ ਜਾਂਦਿਆਂ ਨੂੰ ਵੇਖੇ ਸੁਣੇ ਨਾ, ਰੌਲਾ ਨਾ ਪਵੇ। ਇਸ ਕਰਕੇ ਆਪਾਂ ਚੁੱਪਚਾਪ ਤੁਰ ਜਾਵਾਂਗੇ। ਸਵਈਆ ਤਿਸ ਬਾਸੁਰ ਮੈਂ ਸਭ ਤਿਆਰੀ ਕਰਾਏ। ਤੇ ਕਵੀ ਜੀ ਕਹਿੰਦੇ ਪ੍ਰਿਥੀ ਚੰਦ ਨੇ ਫਿਰ ਇਹ ਰਾਤ ਸਾਰੀ ਤਿਆਰੀ ਕਰਵਾ ਲਈ ਹੈ। ਸਭ ਚੰਗੀ ਤਰ੍ਹਾਂ ਤਰਕਾਲਾਂ ਪੈਂਦਿਆਂ ਤੱਕਰ ਸਾਰਾ ਸਮਾਨ ਬੰਧਵਾ ਲਿਆ ਹੈ ਗੱਡਾਂ ਉੱਪਰ। ਕਹਿਓ ਤਮ ਮੈਂ ਪੁਰ ਤੇ ਨਿਕਸੈ ਹਾਂ। ਤੇ ਕਹਿ ਦਿੱਤਾ ਵੀ ਜਦੋਂ ਹਨੇਰਾ ਪੈ ਜਾਵੇਗਾ ਤੜਕੇ, ਭਾਵ ਦਿਨ ਚੜ੍ਹਨ ਤੋਂ ਪਹਿਲਾਂ ਹੀ ਆਪਾਂ ਪਿੰਡੋਂ ਨਿਕਲ ਜਾਣਾ ਹੈ। ਨਰ ਹੀਰ ਕੈ ਛੇਰ ਨ ਕੋਈ ਕਰੈ। ਕਿਉਂਕਿ ਜੇ ਇੱਥੇ ਦਿਨ ਚੜ੍ਹੇ ਜਾਵਾਂਗੇ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਜਿਹੜੇ ਉਹ ਸਾਨੂੰ ਮਖੌਲ ਕਰਨਗੇ ਵੀ ਹੁਣ ਪ੍ਰਿਥੀ ਚੰਦ ਡਰ ਕੇ ਭੱਜ ਚੱਲੇ ਆ। ਇਸ ਲਈ ਸਾਨੂੰ ਕੋਈ ਮਖੌਲ ਨਾ ਕਰ ਪਾਏਗਾ। ਸੁਨ ਬਾਕ ਕਠੋਰੋ ਕਹੋ ਨਾ ਸਹੈ ਹਾਂ। ਕਿਉਂਕਿ ਜੇ ਕਿਸੇ ਨੇ ਮਾੜੀ ਮੋਟੀ ਗੱਲ ਮੈਨੂੰ ਆਖ ਦਿੱਤੀ, ਦਿਨ ਚੜ੍ਹੇ ਜੇ ਜਾਵਾਂਗੇ, ਰਾਹ ਵਿੱਚ ਕਿਸੇ ਸਿੱਖ ਨੇ ਮਖੌਲ ਟੀਚਰ ਕੀਤੀ ਤੇ ਮੈਂ ਉਹਨੂੰ ਜਿਉਂਦਾ ਨਹੀਂ ਛੱਡਾਂਗਾ, ਮੈਥੋਂ ਜਰਿਆ ਨਹੀਂ ਜਾਣਾ ਹੈ। ਬਿਗਰੇ ਨਰ ਨਾਰੋ ਜੇਗਾਰ ਨਿਕਾਰਤ। ਕਿਉਂਕਿ ਜਿਹੜੇ ਵਿਗੜੇ ਹੋਏ ਸਿੱਖ ਹੈ ਸਾਡੇ ਨਾਲ, ਜਿਨ੍ਹਾਂ ਦੀ ਨਹੀਂ ਬਣਦੀ, ਗੁਰੂ ਅਰਜਨ ਦੇਵ ਮਹਾਰਾਜ ਦੇ ਜਿਹੜੇ ਪੱਖੀ ਹੈ, ਉਹ ਜਦੋਂ ਮੱਥੇ ਲੱਗਣਗੇ ਸਿੱਖ ਜਿੰਨੇ ਵੈ ਮਾਈ ਭਾਈ, ਤੇ ਐਵੇਂ ਵੇਖ ਕੇ ਗਾਲਾਂ ਕੱਢਣਗੇ ਇੱਧਰੋਂ। ਤੁਸੀਂ ਵੀ ਲੜੋਗੇ ਕਿਸੇ ਦੇ ਨਾਲ, ਆਪਦਿਆਂ ਇਹ ਚੇਲਿਆਂ ਸੇਵਕਾਂ ਨੂੰ ਕਹਿੰਦਾ। ਐਵੇਂ ਰੌਲਾ ਵਧੇਗਾ ਦੋ ਪਾਸਿਆਂ ਤੋਂ। ਪਾਖਿਓ ਕੋ ਧਾਰਤ ਜੇ ਦੇਖ ਪੈ ਹੈ। ਤੇ ਕਿਉਂਕਿ ਜਿਹੜੇ ਪੱਖ ਧਾਰਦੇ ਗੁਰੂ ਅਰਜਨ ਦੇਵ ਮਹਾਰਾਜ ਦਾ, ਜੇ ਉਹਨਾਂ ਨੂੰ ਆਪਾਂ ਦਿਸ ਪਏ ਤੇ ਝਗੜਾ ਵਧੇਗਾ, ਮਖੌਲ ਕਰਨਗੇ, ਕੋਈ ਗਾਲਾਂ ਕੱਢਣਗੇ, ਨਿੰਦਿਆ ਕਰਨਗੇ, ਤੇ ਐਵੇਂ ਫਿਰ ਆਪਾਂ ਨੂੰ ਵੀ ਗੁੱਸਾ ਆਵੇਗਾ। ਤੇ ਐਵੇਂ ਰਸਤੇ ਵਿੱਚ ਜਾਣ ਤੋਂ ਪਹਿਲਾਂ ਦਿਨ ਚੜ੍ਹੇ ਲੜਾਂਗੇ। ਇਹਦੇ ਨਾਲੋਂ ਚੰਗਾ ਹੈ ਵੀ ਦਿਨ ਚੜ੍ਹਨ ਤੋਂ ਪਹਿਲਾਂ ਹੀ ਮੂੰਹ ਹਨੇਰੇ
ਪਛਾਣ ਤੋਂ ਪਹਿਲਾਂ ਹੀ ਆਪਾਂ ਇੱਥੋਂ ਤੁਰ ਜਾਈਏ। ਸੁਣ ਲੋਕ ਹਮਾਰੇ ਦੁਖ ਹੈ ਤਿਨ ਤੇ। ਕਿਉਂਕਿ ਜਦੋਂ ਉਹ ਕੁਝ ਬੋਲਣਗੇ ਤੇ ਆਪਣੇ ਲੋਕ ਵੀ ਬੜਾ ਦੁਖੀ ਹੋਣਗੇ, ਭਾਵ ਜਿਹੜੇ ਸਾਡੇ ਨਾਲ ਦੇ ਆ, ਮੇਰੇ ਨਾਲ ਦੇ, ਇਹਨਾਂ ਨੂੰ ਵੀ ਦੁੱਖ ਹੋਵੇਗਾ ਸੁਣ ਕੇ। ਰਿਸ ਧਾਰ ਕੈਰਾਰ ਨ ਹਵੈ ਚੱਲ ਤੇ ਜਹਿ। ਐਵੇਂ ਗੁੱਸਾ ਆਊਗਾ ਤੁਹਾਨੂੰ ਵੀ, ਉਹਨਾਂ ਨੂੰ ਵੀ, ਇੱਕ ਦੂਜੇ ਨਾਲ ਝਗੜਾ ਵਧੂਗਾ। ਇਹਦੇ ਨਾਲ ਚੰਗਾ ਵੀ ਚੁੱਪ ਕਰਕੇ ਹੀ ਆਪਾਂ ਚਲੇ ਜਾਈਏ। ਸਵਈਆ ਬੈਠਿਓ ਨਿਕੇਤ ਮੈਂ ਬੈਠੋ ਰਹਿਓ ਸੋ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਨਾ ਪ੍ਰਿਥੀ ਚੰਦ ਨੇ ਸਾਰਾ ਸਮਾਨ ਲਦਵਾ ਲਿਆ ਤੇ ਆਪਦੇ ਸੇਵਕਾਂ ਨੂੰ ਕਹਿ ਦਿੱਤਾ ਵੀ ਆਪਾਂ ਦਿਨ ਚੜ੍ਹਨ ਤੋਂ ਪਹਿਲਾਂ ਹੀ ਤੁਰ ਜਾਣਾ ਇੱਥੋਂ, ਕਿਸੇ ਦੇ ਮੱਥੇ ਨਹੀਂ ਲੱਗਣਾ। ਵਿਚਾਰ ਜੀ ਕਰਕੇ ਤੇ ਜਿਹੜਾ ਪ੍ਰਿਥੀ ਚੰਦ ਹੈ ਸਮਾਨ ਲਦਵਾ ਕੇ ਗੱਡਾਂ ਭਰ ਕੇ ਤਿਆਰੀ ਕਰਵਾ ਲਈ ਜਾਣ ਦੀ, ਤੇ ਸ਼ਾਮ ਜੀ ਪਈ ਤੋਂ ਆਪਣੇ ਘਰ ਵਿੱਚ ਜਾ ਬੈਠਾ ਹੈ। ਪ੍ਰਤੀਖਤ ਸਾਂਝ ਪਰੋਸਹਿ ਸਾਈ। ਤੇ ਆਪਣੇ ਮਨ ਵਿੱਚ ਵਿਚਾਰਦਾ ਵੀ ਛੇਤੀ ਤੋਂ ਛੇਤੀ ਤਰਕਾਲਾਂ ਪੈਣ, ਰਾਤ ਪੈ ਜਾਵੇ ਛੇਤੀ ਹੀ। ਚਿੰਤ ਮਹਾਨ ਹੈ ਭੋਜਨ ਕੀਨ। ਤੇ ਬੜਾ ਦੁਖੀ ਹੋ ਰਿਹਾ, ਦੁੱਖ ਦੇ ਮਾਰੇ ਨੇ ਐਸ ਰਾਤ ਪ੍ਰਿਥੀ ਚੰਦ ਨੇ ਕੁਝ ਖਾਧਾ ਨਹੀਂ, ਮੁਖ ਨੂੰ ਬੁਰਕੀ ਨਹੀਂ ਲਾਈ ਹੈ। ਅਬੋਲ ਇਕਾਂਤ ਭਇਓ ਇੱਕ ਥਾਈ। ਤੇ ਚੋਰੀ ਕਮਰੇ ਵਿੱਚ ਲੁਕਿਆ ਹੋਇਆ, ਬੋਲਦਾ ਨਹੀਂ ਕਿਸੇ ਦੇ ਨਾਲ, ਐਨ ਚੁੱਪ ਧਾਰ ਕੇ ਜਿਵੇਂ ਸੱਪ ਸੁੰਘਿਆ ਬੈਠਾ ਹੋਇਆ ਹੈ। ਦੁੰਦਭ ਆਦਿਕ ਬਾਦਿਤ ਕੋ ਸੁਨ। ਤੇ ਉਧਰ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਜਿਹੜੇ ਰਾਗ ਵਜਾਏ ਜਾ ਰਹੇ ਆ, ਕੁਝ ਕੀਰਤਨ ਹੁੰਦਾ, ਛੋਟੇ ਨਗਾਰੇ ਵੱਜਦੇ ਆ, ਉਹ ਬੈਠਾ ਹੋਇਆ ਚੁੱਪਚਾਪ ਆਪਦੇ ਘਰ ਵਿੱਚ ਸੁਣੀ ਜਾਂਦਾ, ਸੁਣ ਸੁਣ ਕੇ ਬੜਾ ਦੁਖੀ ਹੁੰਦਾ ਹੈ। ਸੇਲ ਲੱਗੈ ਜਨ ਸੂਲ ਉਠਾਈ। ਮਹਾਰਾਜ ਦੇ ਘਰ ਦੀਆਂ ਖੁਸ਼ੀਆਂ ਕਵੀ ਜੀ ਕਹਿੰਦੇ ਪ੍ਰਿਥੀ ਚੰਦ ਨੂੰ ਇਸ ਤਰ੍ਹਾਂ ਲੱਗਦੀਆਂ ਜਿਵੇਂ ਕਿਸੇ ਨੇ ਛਾਤੀ ਵਿੱਚ ਬਰਸ਼ਾ ਮਾਰ ਦਿੱਤਾ ਹੋਵੇ, ਇੰਨੀ ਸੂਲ ਉੱਠਦੀ ਹੈ ਪ੍ਰਿਥੀ ਚੰਦ ਨੂੰ ਖੁਸ਼ੀ ਵੇਖ ਕੇ। ਸੋ ਕਰ ਕੈ ਔਰ ਮੋਸਾਰ ਕੈ। ਤੇ ਜਿਵੇਂ ਕੋਈ ਕਲੇਜੇ ਵਿੱਚੋਂ ਮਾਰ ਦੇਵੇ ਬਰਸ਼ਾ ਤੇ ਉਹ ਕੜਕਦਾ ਸੀਨੇ ਦੇ ਵਿੱਚ, ਸੜਕਦਾ, ਉਹ ਦੁੱਖ ਦਿੰਦਾ ਨਾ, ਜਿਵੇਂ ਆਹ ਹਾਲ ਪ੍ਰਿਥੀ ਚੰਦ ਦਾ ਹੈ ਵੀ ਜਿਵੇਂ ਕਿਸੇ ਨੇ ਕਲੇਜੇ 'ਚ ਬਰਸ਼ਾ ਮਾਰਤਾ ਹੋਵੇ, ਮਾਰਿਆ ਬਰਸ਼ਾ ਰੜਕਦਾ। ਇਸ ਤਰ੍ਹਾਂ ਮਹਾਰਾਜ ਦੇ ਘਰ ਵਿੱਚ ਹੋ ਰਹੇ ਖੁਸ਼ੀਆਂ ਨੂੰ, ਸ਼ਬਦਾਂ ਨੂੰ, ਗੁਰਬਾਣੀ ਗਾਉਂਦੀਆਂ ਸੰਗਤਾਂ ਨੂੰ, ਘਰ ਵਿੱਚ ਪਏ ਰੌਲੇ ਗੌਲੇ ਨੂੰ, ਗੁਰੂ ਕੇ ਮਹਿਲ ਵਿੱਚ ਸੁਣ ਸੁਣ ਕੇ ਪ੍ਰਿਥੀ ਚੰਦ ਦੁਖੀ ਹੁੰਦਾ ਹੈ। ਘਰ ਕੈ ਦੁੱਖ ਮੈਂ ਡਰ ਕੈ ਥਰ ਕਾਈ। ਤੇ ਨਾਲੇ ਦੁੱਖ ਵਿੱਚ ਗਰਕੀ ਜਾਂਦਾ ਹੈ, ਡਰਦਾ ਵੀ ਹੈ, ਡਰ ਕੇ ਥਿੜਕਦਾ ਹੈ, ਕੰਬਦਾ ਹੈ, ਇਸ ਕਰਕੇ ਵੀ ਕਿਤੇ ਨਾ ਹੋਵੇ ਵੀ ਸਿੱਖ ਮੇਰੇ ਘਰੇ ਵੜ ਆਉਣ, ਕਿਉਂਕਿ ਸਿੱਖ ਬਹੁਤ ਇਕੱਠੇ ਹੋਏ ਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਘਰੇ। ਮੈਨੂੰ ਗਾਲਾਂ ਕੱਢੀਆਂ ਜਾ ਰਹੀਆਂ, ਭਾਵ ਮੇਰੀ ਨਿੰਦਿਆ ਕੀਤੀ ਜਾ ਰਹੀ, ਲਾਹਣਤਾਂ ਪਾਈਆਂ ਜਾ ਰਹੀਆਂ। ਇਹ ਨਾ ਹੋਵੇ ਗੁੱਸੇ ਦੇ ਵਿੱਚ ਸਿੱਖ ਸੰਗਤ ਦਾ ਮੂੰਹ ਇੱਧਰ ਨੂੰ ਹੋ ਜਾਵੇ ਤੇ ਮੇਰੇ ਘਰ ਵਿੱਚ ਆਣ ਵੜਨ ਤੇ ਧੱਕਾ ਜੋਰੀ ਹੋਵੇ, ਕੁੱਟਮਾਰ ਹੋਵੇ। ਇਹ ਵਿਚਾਰ ਕੇ ਰਾਤ ਨੂੰ ਸੁੱਤਾ ਨਹੀਂ ਤੇ ਡਰੀ ਜਾਂਦਾ ਹੈ। ਸਵਈਆ ਭਾਣ ਅਥਿਓ ਤਮ ਛਾਏ ਗਇਓ। ਇਸ ਤਰ੍ਹਾਂ ਕਵੀ ਜੀ ਕਹਿੰਦੇ ਤਰਕਾਲਾਂ ਹੋਈਆਂ, ਸੂਰਜ ਛੁਪਿਆ, ਹਨੇਰਾ ਪੈ ਗਿਆ ਹੈ, ਰਾਤ ਛਾ ਗਈ ਹੈ। ਕਰ ਮੋ ਗਹਿ ਭੋਜਨ ਲਿਆਈ। ਤੇ ਇਹਦੀ ਪਤਨੀ ਪ੍ਰਿਥੀ ਚੰਦ ਦੇ ਬੀਬੀ ਕਰਮੋ ਆਪਣੇ ਹੱਥ ਵਿੱਚ ਭਰੀ ਹੋਈ ਥਾਲੀ ਜਿਹੜੀ ਵੈ ਭੋਜਨ ਪ੍ਰਸ਼ਾਦੇ ਦੀ ਲਿਆਈ ਵੈ। ਧੀਰਜ ਦੀਨ ਪ੍ਰਬੋਧਨ ਕੀਨ। ਤੇ ਆਪਦੇ ਪਤੀ ਨੂੰ ਧੀਰਜ ਦਿੱਤਾ ਹੈ, ਬੜਾ ਹੌਸਲਾ ਦੇ ਰਹੀ ਹੈ। ਪ੍ਰਬੀਨ ਮਹਾਤਮ ਕਿਉ ਦੁਚੇਤਾਈ। ਆਖਿਆ ਹੈ ਮੇਰੇ ਪਤੀ ਪ੍ਰਿਥੀ ਚੰਦ, ਤੁਸੀਂ ਤਾਂ ਬੜੇ ਸਿਆਣੇ ਹੋ ਤੇ ਬੜੇ ਚੁਸਤ ਚਲਾਕ ਹੋ, ਬਹਿਣ ਉੱਠਣ ਵਾਲੇ, ਬਾਹਰ ਅੰਦਰ ਕੀ ਗੱਲ ਹੋਈ, ਬੜਾ ਦੁਖੀ ਹੋ ਰਹੇ, ਸਿਰ ਸੁੱਟ ਕੇ ਬੈਠੇ ਹੋ, ਤੁਹਾਡੇ ਮਨ ਨੂੰ ਕਿਉਂ ਦੁਚਿੱਤੀ ਲੱਗੀ ਹੋਈ ਆ, ਕਿਉਂ ਦੁਖੀ ਹੁੰਦੇ ਹੋ? ਜਾਣਤ ਹੈ ਸਭ ਲੋਕ ਬੇਲੋਕਤ। ਤੁਹਾਨੂੰ ਜਹਾਂਗੀਰ ਦੇ ਦਰਬਾਰ ਵਿੱਚ ਜਿੱਥੇ ਆਪਾਂ ਤੜਕੇ ਜਾਣਾ ਦਿੱਲੀ, ਸਾਰੇ ਹੀ ਜਾਣਦੇ ਆ, ਸਭ ਅਮੀਰ ਵਜ਼ੀਰ ਅਹਿਲਕਾਰ ਤੁਹਾਨੂੰ ਜਾਣਦੇ ਆ, ਵੇਖਦੇ ਸਾਰੇ। ਜੇਪਤ ਸ਼ਾਹ ਸਮੀਪ ਸਦਾਈ। ਉਹ ਸੁਲਹੀ ਵਰਗੇ ਸਦਾ ਪਾਤਸ਼ਾਹ ਜਹਾਂਗੀਰ ਦੇ ਲਾਗੇ ਰਹਿੰਦੇ ਆ, ਵੱਡੇ ਵੱਡੇ ਅਹਿਲਕਾਰ, ਅਮੀਰ ਵਜ਼ੀਰ, ਹੇ ਪਤੀ ਜੀ ਤੁਹਾਨੂੰ ਜਾਣਨ ਬੁੱਝਣ ਵਾਲੇ ਐ, ਸਭ ਤੁਹਾਡੇ ਤੋਂ ਵਾਕਫ ਹਨ। ਜਾਏ ਕੈ ਫੇਰ ਨਿਕਾਸ ਦੇਹੋ ਪੁਰ। ਤੇ ਇਹਦੇ ਵਿੱਚ ਝੋਰਾ ਕਰਨ ਵਾਲੀ ਕਿਹੜੀ ਗੱਲ ਹੈ? ਆਪਾਂ ਕੱਲ ਦਿੱਲੀ ਚਲੇ ਜਾਣਾ, ਉਥੇ ਜਾ ਕੇ
ਆਪਦੇ ਪਛਾਣ ਦੇ ਬੰਦਿਆਂ ਵੱਡਿਆਂ ਦੇ ਨਾਲ, ਅਮੀਰਾਂ ਵਜ਼ੀਰਾਂ ਦੇ ਨਾਲ ਬਹਿ ਕੇ ਗੱਲਬਾਤ ਕਰਕੇ ਤੇ ਅਰਜਨ ਦੇਵ ਨੂੰ, ਮਾਤਾ ਗੰਗਾ ਨੂੰ ਇੱਥੋਂ ਉਜਾੜ ਸੁੱਟਾਂਗੇ ਆਪਾਂ। ਤੁਸੀਂ ਜਾ ਕੇ ਦਰਖਾਸਤ ਕਰਕੇ ਇਹਨਾਂ ਨੂੰ ਇੱਥੋਂ ਅੰਮ੍ਰਿਤਸਰ ਸ਼ਹਿਰ ਵਿੱਚੋਂ ਕਢਾ ਦਿਆ ਜੇ। ਆਪ ਬਸੋ ਹਟ ਤੂਰ ਨ ਆਈ। ਤੇ ਉਥੋਂ ਹਟ ਕੇ ਮੁੜ ਕੇ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਜਦੋਂ ਅਰਜਨ ਦੇਵ ਨੂੰ ਕਢਾ ਦਿੱਤਾ, ਇੱਥੋਂ ਫੜਾ ਦਿੱਤਾ, ਇੱਥੇ ਜੇਲ੍ਹ ਦੇ ਵਿੱਚ ਕੈਦ ਕਰਾ ਦਿਓ ਜੇ। ਤੇ ਉਥੋਂ ਆ ਕੇ ਦਿੱਲੀੋਂ ਆਪਾਂ ਜਦੋਂ ਕੋਈ ਨਾ ਰੂ ਅੰਮ੍ਰਿਤਸਰ ਸਾਹਿਬ ਆਪਾਂ ਆ ਕੇ ਕਬਜ਼ਾ ਕਰਾਂਗੇ, ਇੱਥੇ ਆ ਕੇ ਵਸ ਜਾਵਾਂਗੇ। ਜਾਏ ਕੈ ਸਭਈਆ ਚਿੰਤ ਨਿਵਾਰ ਕਰੋ ਪੁਰਸ਼ਾਰਥ। ਇਸ ਕਰਕੇ ਤੁਸੀਂ ਚਿੰਤਾ ਛੱਡੋ ਤੇ ਉਦਮੀ ਹੋਵੋ। ਬੜਾ ਉਤਸ਼ਾਹ ਕਰਨਾ ਚਾਹੀਦਾ ਤੁਹਾਨੂੰ ਜਾਣ ਵਾਸਤੇ। ਹੋਏ ਸਕਾਰਥ ਜਾਨ ਤੁਮਾਰੋ। ਮੈਂ ਜਾਣਦੀ ਹਾਂ ਤੁਹਾਡਾ ਦਿੱਲੀ ਜਾਣਾ ਬੇਫਲ ਨਹੀਂ ਜਾਵੇਗਾ, ਜ਼ਰੂਰ ਸਫਲਾ ਹੋਵੇਗਾ। ਉਦਮ ਤੇ ਬਿਨ ਪ੍ਰਾਪਤ ਹੋਵੈ ਨਹਿ। ਕਿਉਂਕਿ ਜਿਹੜਾ ਕੁਝ ਆਪਾਂ ਨੂੰ ਪਤੀ ਜੀ ਚਾਹੀਦਾ ਨਾ, ਗੁਰਤਾ ਗੱਦੀ, ਇਹ ਅੰਮ੍ਰਿਤਸਰ ਸਾਹਿਬ ਸਾਰੇ ਸ਼ਹਿਰ ਦੀ ਸ਼ਾਨੋ ਸ਼ੌਕਤ, ਹਰਿਮੰਦਰ ਸਾਹਿਬ ਸਮੇਤ ਸਰੋਵਰ, ਇਹ ਸਾਰਾ ਕੁਝ ਲੈਣਾ ਹੈ ਤੇ ਤੁਹਾਨੂੰ ਉਦਮ ਕਰਨਾ ਪਵੇਗਾ। ਆਪਦੀ ਪਹੁੰਚ ਨੂੰ ਯਾਦ ਰੱਖੋ, ਪਹੁੰਚ ਵਿਖਾਓ ਅਰਜਨ ਦੇਵ ਨੂੰ। ਉਦਮ ਤੋਂ ਬਿਨਾ ਆਪਾਂ ਨੂੰ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ। ਸੋ ਆਬ ਸਾਲਿਆ ਸਮੂਲ ਉਖਾਰੋ। ਤੇ ਉਹ ਜਿਹੜਾ ਸੱਲ ਵੱਜਿਆ ਹੋਇਆ ਨਾ, ਭਾਵ ਹਰਗੋਬਿੰਦ ਸਾਹਿਬ ਇਹਨਾਂ ਦੇ ਘਰੇ ਪੈਦਾ ਹੋਏ ਜਦੋਂ ਦੇ, ਉਹ ਦੁੱਖ ਦਿੰਦੇ ਆਪਾਂ ਨੂੰ, ਜਿਹੜਾ ਵੇਖ ਵੇਖ ਕੇ ਦੁਖੀ ਹੁੰਨੇ ਆ। ਤੁਸੀਂ ਦਿੱਲੀ ਜਾ ਕੇ ਅਰਜਨ ਦੇਵ ਤੇ ਸਮੇਤ ਹਰਗੋਬਿੰਦ ਸਾਹਿਬ ਨੂੰ ਕੱਢ ਸੁੱਟੋ, ਇੱਥੋਂ ਮਾਰ ਮੁਕਾ ਦਿਆ ਜੇ। ਲੈ ਪਤਸ਼ਾਹ ਕੇ ਸੈਨ ਵੱਡੀ। ਤੇ ਪਾਤਸ਼ਾਹ ਜਹਾਂਗੀਰ ਦੇ ਪਾਸੋਂ ਵੱਡੀ ਸੈਨਾ ਲੈ ਮੰਗਵਾ ਕੇ ਪਕਰਾਏ ਦੀਜੈ ਨਤ ਦੂਰ ਉਜਾਰੋ। ਜਾਂ ਤਾਂ ਇਹ ਪਰਿਵਾਰ ਮਾਤਾ ਗੰਗਾ ਹਰਗੋਬਿੰਦ ਸਾਹਿਬ ਸਮੇਤ ਸਤਿਗੁਰਾਂ ਨੂੰ ਪਕੜਾ ਦਿਆ ਜੇ ਗੁਰੂ ਅਰਜਨ ਦੇਵ ਜੀ ਨੂੰ ਫੌਜ ਤੋਂ। ਜੇ ਨਾ ਫੜਾ ਸਕੇ ਫੌਜ ਤੋਂ ਤੇ ਕਿਤੇ ਉਜਾੜ ਦਿਆ ਜੇ, ਫੌਜ ਪਵਾ ਕੇ ਨਾ, ਤੇ ਘਰ ਵਿੱਚ ਲੁੱਟ ਮਾਰ ਕਰਵਾ ਦਿਆ ਜੇ। ਤੇ ਇਸ ਤਰ੍ਹਾਂ ਲੁੱਟ ਮਾਰ ਕਰਵਾ ਕੇ ਉਜਾੜ ਕੇ ਇਹਨਾਂ ਨੂੰ ਅੰਮ੍ਰਿਤਸਰ ਤੋਂ ਦੂਰ ਕੱਢ ਦਿਆ ਜੇ, ਜਿਵੇਂ ਅੱਗੇ ਵਡਾਲੀ ਨੂੰ ਤੋਰਤਾ ਸੀ। ਪੀਵਤ ਜੇ ਦਧ ਜੀਵਤ ਨਾਇਮ। ਬਾਕੀ ਅਫਸੋਸ ਦੀ ਗੱਲ ਹੈ ਵੀ ਇੰਨਾ ਕਸ਼ਟ, ਇੰਨਾ ਕੰਜਰ ਕਲੇਸ਼ ਕਾਹਨੂੰ ਕਰਨਾ ਪੈਣਾ ਸੀ। ਜੇ ਕਿਤੇ ਹਰਗੋਬਿੰਦ ਸਾਹਿਬ ਉਹ ਦੁੱਧ ਪੀ ਲੈਂਦੇ ਜਾਂ ਦਹੀਂ ਪੀ ਲੈਂਦੇ ਜ਼ਹਿਰ ਵਾਲਾ, ਆਪਾਂ ਨੂੰ ਇੰਨਾ ਕੁਝ ਕਰਨ ਦੀ ਲੋੜ ਹੀ ਨਹੀਂ ਸੀ ਦਿੱਲੀ ਜਾਣ ਦੀ। ਜੇ ਕਿਤੇ ਹਰਗੋਬਿੰਦ ਸਾਹਿਬ ਜ਼ਹਿਰ ਖਾ ਲੈਂਦੇ ਤਾਂ ਮਰ ਜਾਂਦੇ। ਜੀਵਤ ਨਾ ਪੁਰ ਰਰ ਉਦਾਰੋ। ਤੇ ਆਪਾਂ ਨੂੰ ਲੋੜ ਹੀ ਨਹੀਂ ਸੀ, ਇੱਥੇ ਟਿਕੇ ਰਹਿੰਦੇ ਆਪਾਂ। ਨਾ ਪੁਰ ਰੌਰ ਉਦਾਰੋ, ਨਾ ਪੁਰ ਦੇ ਭਾਵ ਅੰਮ੍ਰਿਤਸਰ ਸਾਹਿਬ ਵਿੱਚ ਰੌਲਾ ਪੈਂਦਾ, ਤੇ ਨਾ ਆਪਾਂ ਨੂੰ ਅੰਮ੍ਰਿਤਸਰ ਸਾਹਿਬ ਛੱਡ ਕੇ ਦਿੱਲੀ ਜਾਣਾ ਪੈਂਦਾ। ਸਵਈਆ ਯਾ ਬਿਦ ਬਾਕ ਅਨੇਕ ਕਹੇ। ਕਵੀ ਜੀ ਕਹਿੰਦੇ ਬੀਬੀ ਕਰਮੋਂ ਜਿਹੜੀ ਹੈ ਨਾ, ਆਪਣੇ ਪਤੀ ਨੂੰ ਹੌਸਲਾ ਦਿੰਦੀ ਹੈ। ਇਸ ਤਰ੍ਹਾਂ ਦੇ ਬੜੇ ਭੈੜੇ ਚੰਗੇ ਮਾੜੇ ਗੱਲਾਂ ਕੰਨ ਭਰ ਰਹੀ ਬੋਲਦੀ ਹੈ। ਸੁਣ ਹਾਨੀ ਕਛੂ ਦਿਲ ਤੇ ਦਲਗੀਰੀ। ਤੇ ਕਰਮੋਂ ਦੀਆਂ ਗੱਲਾਂ ਸੁਣ ਕੇ ਪ੍ਰਿਥੀ ਚੰਦ ਦਾ ਕੁਝ ਦੁੱਖ ਦੂਰ ਹੋਇਆ, ਕੁਝ ਇਹਨੂੰ ਹੌਸਲਾ ਹੋਇਆ, ਦਿਲਗੀਰੀ ਉਦਾਸੀ ਦੂਰ ਹੋਈ ਹੈ। ਕੀਨ ਆਹਾਰ ਕੋ ਬ੍ਰਿੰਦ ਵਿਚਾਰਤ। ਤੇ ਸਾਰੀ ਵਿਚਾਰ ਦੋ ਜੀਆਂ ਬਹਿ ਕੇ ਕੀਤੀ ਤੇ ਪ੍ਰਿਥੀ ਚੰਦ ਥੋੜਾ ਹੌਸਲੇ 'ਚ ਹੋਇਆ। ਆਪਣੀ ਪਤਨੀ ਤੋਂ ਲੈ ਨੇ ਪ੍ਰਸ਼ਾਦਾ ਛਕਿਆ ਹੈ। ਮੇਲ ਕਰਾਂ ਜੋ ਸਭਾ ਜਹਾਂਗੀਰੀ। ਤੇ ਕਹਿਣ ਲੱਗਾ, ਹਾਂ ਜ਼ਰੂਰ ਪਤਨੀ ਕਰਮੋਂ, ਮੈਂ ਜਾਵਾਂਗਾ ਦਿੱਲੀ ਤੇ ਦਿੱਲੀ ਜਹਾਂਗੀਰ ਪਾਤਸ਼ਾਹ ਦੀ ਸਭਾ ਵਿੱਚ ਮੇਲ ਮਿਲਾਪ ਕਰਾਂਗਾ। ਹੋਹੇ ਸਹਾਇਕ ਮੇਰੇ ਸਬੈ। ਮੈਨੂੰ ਪਤਾ ਹੈ ਉਥੋਂ ਸੁਲਹੀ ਤੇ ਉਸ ਤੋਂ ਇਲਾਵਾ ਜਿੰਨੇ ਵੀ ਅਹਿਲਕਾਰ, ਅਮੀਰ, ਵਜ਼ੀਰ, ਫੌਜਦਾਰ, ਹਾਕਮ ਹੈ ਨਾ ਦਿੱਲੀ ਦੇ, ਜਹਾਂਗੀਰ ਦੇ ਦਰਬਾਰ ਵਿੱਚ ਰਹਿਣ ਵਾਲੇ, ਉਹ ਮੈਨੂੰ ਪਤਾ ਸਾਰੇ ਮੇਰੀ ਸਹਾਇਤਾ ਕਰਨਗੇ। ਕਹਿ ਕਹਿ ਜੋ ਸੁਨਾਵਹਿਗੇ ਮਮ ਪੀਰੀ। ਤੇ ਉਹ ਕਹਿ ਕੇ ਮੇਰੀ ਪੀਰੀ ਭਾਵ ਮੇਰੀ ਵਡਿਆਈ ਕਰਨਗੇ ਜਹਾਂਗੀਰ ਦੇ ਕੋਲ। ਜਿਹੜੇ ਥੱਲੇ ਵਾਲੇ ਬੰਦੇ ਆ ਨਾ, ਜਿਨ੍ਹਾਂ ਦੀ ਗੱਲ ਜਹਾਂਗੀਰ ਬਾਦਸ਼ਾਹ ਸੁਣਦਾ ਹੈ ਕਰਮੋਂ, ਉਹ ਬੰਦੇ ਮੇਰੀ ਵਡਿਆਈ ਕਰ ਕਰਕੇ ਸੁਣਾਉਣਗੇ। ਉਹ ਦੱਸਣਗੇ ਮੇਰੇ ਵਿੱਚ ਕੀ ਵਡਿਆਈਆਂ ਖੂਬੀਆਂ ਹਨ ਜਹਾਂਗੀਰ ਦੇ ਤਾਈਂ। ਦੇ ਧਨ ਕੋ ਆਪਣੇ ਕਰ ਹਾਂ। ਤੇ ਮੈਂ ਅਕਬਰ ਦੇ ਲਾਗਲੇ ਬੰਦੇ ਜਿਹੜੇ ਨੇੜਲੇ ਆ, ਉਹਨਾਂ ਨੂੰ ਪੈਸਾ ਦੇ ਦੇ ਕੇ ਆਪਦੇ ਪੱਖ ਦੇ ਕਰ ਲਵਾਂਗਾ।
ਇਹੋ ਬੈਠੋ ਰਹਿ ਨਾ ਪਠੈ ਲਿਖ ਤੇ ਚੀਰੀ। ਅਰਜੁਨ ਦੇਵ ਇੱਥੇ ਹੀ ਬੈਠਾ ਰਹੂਗਾ। ਇਹ ਤਾਂ ਕਿਸੇ ਨੂੰ ਨਾ ਚਿੱਠੀ ਲਿਖਣ ਜੋਗੇ ਆ। ਇਹ ਕੀ ਜਾਣਦੇ ਆ ਵੀ ਅਦਾਲਤਾਂ ਨੂੰ, ਕੀ ਜਾਣਦੇ ਜਹਾਂਗੀਰ ਬਾਦਸ਼ਾਹ ਵਿੱਚ ਉਹ ਕਿਵੇਂ ਰਾਜਨੀਤੀ ਦੇ ਕੰਮ ਹੁੰਦੇ ਆ। ਮੈਂ ਵਿਉਂਤ ਨਾਲ ਸਾਰਾ ਕੁਝ ਹੀ ਕਰ ਲੈਣਾ, ਗੁਰਿਆਈ ਵੀ ਖੋਹ ਲੈਣੀ, ਹਰਗੋਬਿੰਦ ਸਾਹਿਬ ਵੀ ਮਰਵਾ ਦੇਣੇ ਆ। ਤੂੰ ਕਰਮੋਂ ਮੈਂ ਐਵੇਂ ਹੀ ਮਨ ਵਿੱਚ ਵਿਚਾਰ ਕੀਤੀ ਆ ਵੀ ਉੱਥੇ ਜਾ ਕੇ ਪੈਸਾ ਦੇ ਕੇ, ਵੱਡੀਆਂ ਦੇ ਦੇ ਕੇ ਸਾਰੇ ਅਮੀਰ ਵਜ਼ੀਰ ਅਹਿਲਕਾਰ ਖਰੀਦ ਲੈਣੇ ਆ। ਅਰਜਨ ਦੇਵ ਨੂੰ ਕੋਈ ਪਤਾ ਨਹੀਂ ਲੱਗਣਾ। ਨਾ ਇਹ ਲਿਖ ਪੜ੍ਹ ਸਕਦੇ, ਭਾਵ ਵੀ ਨਾ ਕਿਸੇ ਨੂੰ ਚਿੱਠੀਆਂ ਲਿਖਣ ਵਿੱਚ ਰੁਚੀ ਰੱਖਦੇ ਆ, ਨਾ ਕਿਸੇ ਤੋਂ ਚਿੱਠੀਆਂ ਲੈ ਕੇ ਪੜ੍ਹਦੇ ਆ। ਭਾਵ ਚਿੱਠੀ ਦੁਆਰਾ ਹੀ ਪਤਾ ਲੱਗਣਾ ਹੈ ਨਾ ਵੀ ਜਹਾਂਗੀਰ ਬਾਦਸ਼ਾਹ ਕੀ ਹੁਣ ਅੱਗੇ ਇਹਦੇ ਤੇ ਮੁਕੱਦਮਾ ਚੱਲਦਾ ਹੈ ਜਾਂ ਕੀ ਕਰਨਾ, ਕੀ ਕਰਾਉਣਾ ਹੈ। ਤੇ ਅਰਜਨ ਦੇਵ ਤਾਂ ਸਦਾ ਘਰ ਵਿੱਚ ਬੈਠੇ ਰਹਿੰਦੇ ਆ ਸਿੱਖਾਂ ਪਾਸ। ਇਹਨਾਂ ਨੂੰ ਚਿੱਠੀਆਂ ਲਿਖਣੀਆਂ ਭੇਜਣੀਆਂ ਨਹੀਂ ਆਉਂਦੀਆਂ ਹਨ। ਸਵਈਆ ਰੈਨ ਕੋ ਨੈਣ ਮੈਂ ਨੀਂਦ ਨਹੀਂ। ਇਸ ਤਰ੍ਹਾਂ ਕਵੀ ਜੀ ਕਹਿੰਦੇ ਆਪਦੇ ਮਨ ਵਿੱਚ ਇਹੋ ਜਿਹੇ ਫੁਰਨੇ ਕਰਦਾ ਹੈ ਪ੍ਰਿਥੀ ਚੰਦ। ਸਾਰੀ ਰਾਤ ਬੈਠੇ ਨੇ ਲੰਘਾ ਦਿੱਤੀ, ਕਦੇ ਲੇਟ ਜਾਂਦਾ, ਅੱਖਾਂ ਵਿੱਚ ਨੀਂਦ ਨਹੀਂ ਆਈ ਹੈ। ਵਿੱਚ ਐਨ ਕੇ ਸੈਨ ਰਹਿਓ ਪਰ ਕੈ। ਤੇ ਘਰ ਵਿੱਚ ਲੰਮਾ ਪਿਆ ਰਿਹਾ ਹੋਇਆ ਪਰ ਅੱਖਾਂ ਦੇ ਵਿੱਚ ਨੀਂਦ ਨਹੀਂ ਆਈ ਹੈ। ਪਾਪ ਵਿਖੈ ਅਨੁਰਾਗਤ ਜਾਗਤ। ਲੰਮੇ ਪਿਆ ਹੋਇਆ ਵੀ ਜਾਗਦਾ ਹੈ ਤੇ ਬਸ ਸੋਚਾਂ ਪਾਪ ਵਿੱਚ ਹੀ ਜਦੋਂ ਬਰਾਜਿਆ ਹੋਇਆ ਨਾ, ਨੀਂਦ ਕਾਹਦੀ ਆਉਣੀ ਪਾਪੀ ਨੂੰ। ਤੇ ਮਨ ਦੇ ਵਿੱਚ ਲੰਮੇ ਪਿਆ ਹੋਇਆ ਬਰਾਜਿਆ ਹੋਇਆ ਵੀ ਪਾਪਾਂ ਦੀ ਵਿਚਾਰ ਹੀ ਕਰੀ ਜਾਂਦਾ, ਵਿਉਂਤਾਂ ਬਣਾਈ ਜਾਂਦਾ ਸਤਿਗੁਰਾਂ ਵਿਰੁੱਧ। ਸ਼ੋਕਤ ਪ੍ਰਤ ਉਡੀਕਤ ਹੀ। ਤੇ ਬੜਾ ਸ਼ੋਕਤ ਹੋ ਰਿਹਾ, ਭਾਵ ਵੀ ਗੁੱਸੇ ਵਿੱਚ ਵੀ ਆ, ਉਦਾਸ ਵੀ ਹੋ ਰਿਹਾ ਵੀ ਕਿਹੜਾ ਵੇਲਾ ਹੋਵੇ ਦਿਨ ਚੜ੍ਹੇ। ਦਿਨ ਚੜ੍ਹਨ ਦੀ ਉਡੀਕ ਕਰਦਾ ਹੈ। ਨਿਸਚਾਰ ਘਟੀ ਤੇ ਚੱਲਿਓ ਚਾਰ ਕੈ। ਤੋ ਦਿਨ ਚੜ੍ਹਨਾ ਸ਼ੁਰੂ ਹੋਇਆ। ਕਵੀ ਜੀ ਕਹਿੰਦੇ ਜਦੋਂ 4 ਘੜੀਆਂ ਸਾਧ ਸੰਗਤ ਜੀ ਦਿਨ ਚੜ੍ਹਨ ਵਿੱਚ ਬਾਕੀ ਸੀ, ਉਦੋਂ ਇਹਨੇ ਪੂਰਾ ਤਿਆਰਾ ਕਰ ਲਿਆ, ਦਿੱਲੀ ਨੂੰ ਤੁਰਿਆ ਰਾਤ ਮੂੰਹ ਹਨੇਰੇ ਵਿੱਚ ਹੀ। ਸੇਵਕ ਦਾਸੀ ਲਿਏ ਬਨਿਤਾ ਸੰਗ। ਆਪਣੀ ਪਤਨੀ ਪੁੱਤਰ ਤੇ ਜਿਹੜੇ ਕੋ ਨੌਕਰ ਚਾਕਰ ਸੇਵਕ ਸਨ, ਗੋਲੇ ਲਾਲੇ ਸਾਰੇ ਆਪਣੇ ਨਾਲ ਲੈ ਲਏ ਤੇ ਦਿੱਲੀ ਨੂੰ ਤੁਰਿਆ ਹੈ। ਔਰ ਸਮਾਜ ਸਭੈ ਭਰ ਕੈ। ਤੇ ਜਿੰਨੇ ਸਮਾਨ ਭਰਿਆ ਹੋਇਆ ਸੀ ਗੱਡਿਆਂ ਵਿੱਚ ਉਹ ਵੀ ਤੋਰ ਲਏ ਹਨ। ਪੰਥ ਪਰੇ ਇੱਕ ਦਵੈ ਦਿਨ ਮੈਂ। ਤੇ ਇਸ ਤਰ੍ਹਾਂ ਤੁਰ ਪਏ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਨੂੰ। 1-2 ਦਿਨ ਜਦੋਂ ਲੰਘੇ ਹਨ ਰਸਤੇ ਵਿੱਚ ਤੁਰਿਆਂ ਹੋਇਆਂ। ਜਬ ਹੋਤ ਪਇਓ ਸੁਧ ਕਾਹੂ ਦਈ। ਤੇ ਇਹਨੂੰ ਸਾਧ ਸੰਗਤ ਜੀ ਪ੍ਰਿਥੀ ਚੰਦ ਨੂੰ ਕਿਸੇ ਨੇ ਆ ਕੇ ਖਬਰ ਦਿੱਤੀ। ਜਦੋਂ ਤੁਰਿਆ ਨਾ ਅੰਮ੍ਰਿਤਸਰ ਸਾਹਿਬ ਤੋਂ ਤੇ ਲਾਹੌਰ ਵਾਲੇ ਪਾਸੇ ਨੂੰ ਜਾਂ ਕੁਝ ਦੂਰੀ ਅਜੇ ਇਧਰ ਇਲਾਕੇ ਵਿੱਚ ਹੀ ਅਜੇ, ਕਿਉਂਕਿ ਅੰਮ੍ਰਿਤਸਰ ਤੋਂ ਜੇ ਦਿੱਲੀ ਜਾਂਦਾ ਪ੍ਰਿਥੀ ਚੰਦ ਸਾਧ ਸੰਗਤ ਜੀ ਫਿਰ ਤਾਂ ਇਹ ਹੁਣ ਜਿਹੜਾ ਅਜੋਕਾ ਪੰਜਾਬ ਹੈ ਇੱਧਰ ਹੀ ਆਉਣਾ ਸੀ ਨਾ ਨੇ ਪ੍ਰਿਥੀ ਚੰਦ ਨੇ। ਤੇ ਇੱਥੋਂ ਜਿਵੇਂ ਅੰਮ੍ਰਿਤਸਰ ਹੈ ਇਸ ਪਾਸਿਓਂ ਜੇ ਜਾਂਦਾ ਦਿੱਲੀ ਨੂੰ ਤਾਂ ਤੇ ਇੱਧਰ ਹਰਿਆਣੇ ਵਾਲੀ ਸਾਈਡ ਨੂੰ ਵਧਣਾ ਸੀ, ਭਾਵ ਚੜ੍ਹਦੇ ਨੂੰ ਟੇਢਾ ਜਿਹਾ। ਪਰ ਇਹ ਪ੍ਰਿਥੀ ਚੰਦ ਲਾਹੌਰ ਵੱਲ ਨੂੰ ਤੁਰਿਆ ਸੀ। ਉਹਦਾ ਕਾਰਨ ਇਹ ਵੀ ਇੱਧਰੋਂ ਇੱਧਰ ਇਹਦੇ ਸਹੁਰੇ ਸੀ ਹੇਰ ਪਿੰਡ, ਬੀਬੀ ਕਰਮੋ ਹੇਹਰ ਪਿੰਡ ਦੀ ਸੀ ਲਾਹੌਰ ਦੇ ਲਾਗੇ। ਇੱਥੇ ਇਹਦੀ ਕੁਝ ਜਾਣ ਪਛਾਣ ਸੀ, ਸਿੱਖੀ ਸੇਵਕੀ ਵੀ ਇਹਦੀ ਹੈ ਸੀ। ਇੱਥੋਂ ਮਾਇਆ ਇਕੱਠੀ ਕਰ ਰਿਹਾ ਸੀ ਕੁਝ ਦਿਨ। 1-2 ਦਿਨ ਇਸ ਤਰ੍ਹਾਂ ਲੰਘੇ ਤੇ ਪ੍ਰਿਥੀ ਚੰਦ ਨੂੰ ਕਿਸੇ ਇਹਦੇ ਚੇਲੇ ਨੇ, ਇਹਦੇ ਸਿੱਖ ਨੇ ਆਣ ਕੇ ਖਬਰ ਦਿੱਤੀ ਹੈ ਐਸੋ ਲਹੀ ਇਤ ਔਰ ਅਬੈ। ਤੇ ਆਖਿਆ ਵੀ ਪ੍ਰਿਥੀ ਚੰਦ ਬਾਬਾ ਜੀ ਜਿਹੜਾ ਸੁਲਹੀ ਹੈ ਨਾ ਜੀ, ਤੁਹਾਡਾ ਮਿੱਤਰ ਜਿਹਨੂੰ ਮਿਲਣ ਵਾਸਤੇ ਤੁਸੀਂ ਦਿੱਲੀ ਚੱਲੇ ਹੋ, ਉਹ ਦਿੱਲੀ ਹੈ ਨਹੀਂ, ਉਹ ਤਾਂ ਇੱਥੇ ਪੰਜਾਬ ਵਿੱਚ ਇੱਧਰ ਹੀ ਮਾਝੇ ਦੇਸ਼ ਵਿੱਚ ਕਿਤੇ ਆਇਆ ਹੋਇਆ ਹੈ। ਪਤ ਸ਼ਾਹ ਕੇ ਪਾਸ ਨਾ ਸੋ ਨਈ। ਸੁਣਿਆ ਹੈ ਵੀ ਉਹ ਬਾਦਸ਼ਾਹ ਜਹਾਂਗੀਰ ਦੇ ਪਾਸ ਨਹੀਂ, ਭਾਵ ਜ਼ਾਹਰ ਹੈ ਵੀ ਇਹਦੇ ਜਿਹੜੇ ਲਿੰਕ ਸਨ ਪ੍ਰਿਥੀ ਚੰਦ ਉਹ ਜਹਾਂਗੀਰ ਦੇ ਦਰਬਾਰ ਤੱਕ ਵੀ ਸਨ। ਇਹਨੂੰ ਉੱਥੋਂ ਵੇਖ ਲਓ ਖਬਰ ਹੋ ਗਈ ਵੀ ਸੁਲਹੀ ਜਹਾਂਗੀਰ ਦੇ ਦਰਬਾਰ 'ਚ ਨਹੀਂ ਹੈ ਤੇ ਇੱਧਰ ਆਇਆ ਹੋਇਆ ਮਾਝੇ 'ਚ। ਵੇਖੋ ਸਾਧ ਸੰਗਤ ਜੀ ਕਿੱਡਾ ਪਹੁੰਚਿਆ ਹੋਵੇਗਾ ਵੀ ਪ੍ਰਿਥੀ ਚੰਦ ਨੂੰ ਇਹ ਵੀ ਖਬਰ ਪਹੁੰਚ ਗਈ ਸੀ ਵੀ ਜਹਾਂਗੀਰ ਦੇ ਦਰਬਾਰ ਵਿੱਚ ਕੀ ਹੁੰਦਾ। ਸੁਲਹੀ ਕਹਿੰਦੇ ਉੱਥੇ ਹੈ ਨਹੀਂ ਪ੍ਰਿਥੀ ਚੰਦ ਜੀ। ਤੇ ਇਹ ਵੀ ਸੁਣੀਦਾ ਹੈ ਵੀ ਸੁਲਹੀ ਨੂੰ ਜਹਾਂਗੀਰ ਨੇ ਮਾਝੇ 'ਚ ਭੇਜਿਆ ਹੋਇਆ ਕਿਸੇ ਕੰਮ ਵਾਸਤੇ।
ਤੇ ਇੱਥੇ ਤੁਹਾਡੇ ਲਾਗੇ ਤਾਗੇ ਕਿਤੇ ਆਇਆ ਹੋਇਆ ਹੈ। ਹੋਤ ਭਇਓ ਸੋ ਪ੍ਰਸੰਨ ਹਿਰਦੈ ਮਹਿ। ਸੁਣ ਕੇ ਪ੍ਰਿਥੀ ਚੰਦ ਹਿਰਦੇ ਕਰਕੇ ਬੜਾ ਖੁਸ਼ ਹੋ ਗਿਆ ਹੈ। ਕਾਰਜ ਮੋਹਿ ਬਨੈ ਦੁਨਈ। ਆਖਿਆ ਲੈ ਚੰਗਾ ਹੋਇਆ, ਮੈਨੂੰ ਦਿੱਲੀ ਜਾਣ ਦੀ ਲੋੜ ਨਾ ਪਵੇਗੀ। ਜੇ ਸੁਲਹੀ ਇੱਧਰ ਪੰਜਾਬ ਵਿੱਚ ਮਾਝੇ ਵਿੱਚ ਹੀ ਆ ਤੇ ਫਿਰ ਤਾਂ ਸਗੋਂ ਮੇਰਾ ਦੂਣਾ ਕੰਮ ਬਣ ਜਾਵੇਗਾ, ਲਾਗੇ ਹੀ ਹੈ। ਹੇ ਹਰੀ ਗ੍ਰਾਮ ਬਿਖੈ ਉਤਰਿਓ। ਤੇ ਇਹ ਹੇਹਰ ਪਿੰਡ ਵਿੱਚ ਇਹਨੇ ਪ੍ਰਿਥੀ ਚੰਦ ਨੇ ਡੇਰਾ ਕੀਤਾ। ਇੱਥੇ ਇਹਦੇ ਸਹੁਰੇ ਸਨ ਬੀਬੀ ਕਰਮੋ ਦੇ ਪੇਕੇ। ਤੇ ਹੇਹਰ ਪਿੰਡ ਲਾਹੌਰ ਦੇ ਲਾਗੇ, ਇੱਕ ਤਾਂ ਇਧਰ ਮੁੱਲਾਂਪੁਰ ਦੇ ਲਾਗੇ ਵੀ ਹੈ, ਕਾਫੀ ਹੈ ਇੱਧਰ ਵੀ ਇੱਕ ਦੋ, ਪਰ ਹੇਹਰ ਪਿੰਡ ਇਹ ਲਾਹੌਰ ਦੇ ਲਾਗੇ ਦੱਸੀਦਾ। ਉਸ ਲਾਹੌਰ ਦੇ ਲਾਗੇ ਜਿਹੜਾ ਹੇਹਰ ਪਿੰਡ ਹੈ, ਇੱਥੇ ਪ੍ਰਿਥੀ ਚੰਦ ਨੇ ਉਤਾਰਾ ਕੀਤਾ ਹੈ ਆਪਣੇ ਸਭ ਸਾਜੋ ਸਮਾਨ ਤੇ ਇੱਥੇ ਪੜਾ ਪਾ ਲਿਆ ਹੈ। ਦਿਨ ਕੇ ਤੇਕ ਕੋ ਕੁਛ ਕਰ ਲਈ। ਤੇ ਕੁਝ ਕੁ ਦਿਨ ਇੱਥੇ ਰਹਿ ਕੇ ਨਾ ਪ੍ਰਿਥੀ ਚੰਦ ਨੇ ਤੇ ਕੁਝ ਮਾਇਆ ਇਕੱਠੀ ਕਰ ਲਈ ਇੱਥੇ, ਜਿੰਨੀ ਕੁ ਜਾਣ ਪਛਾਣ ਸੀ, ਕੁਛ ਇਹਦੇ ਸਿੱਖੀ ਸੇਵਕੀ ਸੀ। ਕਿਉਂ ਇਹ ਮੋਹਰੀ ਸੀ ਨਾ ਗੁਰੂ ਅਮਰਦਾਸ ਮਹਾਰਾਜ। ਇਹ ਕਿਹੜਾ ਸਤ ਸੰਗਤ ਬੈਠਾ ਸੀ ਕਦੇ। ਧੰਨ ਗੁਰੂ ਅਮਰਦਾਸ ਮਹਾਰਾਜ ਜਦੋਂ ਗੁਰਤਾ ਤੇ ਸਨ ਨਾ, ਤੇ ਗੁਰੂ ਅਮਰਦਾਸ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀਆਂ ਨੂੰ ਉਹਨਾਂ ਪਤਾ ਨਹੀਂ ਸੀ ਵੀ ਕਿਹੜੀ ਸੰਗਤ ਕਿੱਥੋਂ ਆਉਂਦੀ, ਕਿਹੜੀ ਸੰਗਤ ਕਿੱਥੋਂ ਆਉਂਦੀ ਹੈ। ਤੇ ਗੁਰੂ ਅਮਰਦਾਸ ਮਹਾਰਾਜ ਦਾ ਦੋਹਤਰਾ ਸੀ ਇਹ ਪ੍ਰਿਥੀ ਚੰਦ। ਤੇ ਵੇਖ ਲਓ ਗੁਰੂ ਅਮਰਦਾਸ ਮਹਾਰਾਜ ਜਦੋਂ ਗੁਰਤਾ ਤੇ ਸਨ, ਉਦੋਂ ਤੋਂ ਲੈ ਕੇ ਇਸ ਕੰਮ ਵਿੱਚ ਵੜਿਆ ਹੋਇਆ ਸੀ, ਗੁਰਿਆਈ ਦੀ ਇੱਛਾ ਰੱਖਦਾ ਸੀ। ਤੇ ਉਦੋਂ ਤੋਂ ਲੈ ਕੇ ਸੰਗਤਾਂ ਨੂੰ ਮਿਲਦਾ ਸੀ, ਜਣਾਉਂਦਾ ਸੀ ਵੀ ਮੈਂ ਹੀ ਸਾਰੇ ਕੰਮ ਸਾਂਭਦਾ ਇੱਥੋਂ ਦੇ। ਉਹ ਤਾਂ ਹੀ ਜਦੋਂ ਝਗੜਾ ਕੀਤਾ ਇਹਨੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੱਚਖੰਡ ਗਏ ਹੈ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਾਬਾ ਮੋਹਨ ਜੀ ਆਖ ਹੀ ਦਿੱਤਾ ਸੀ ਨਾ ਵੀ ਭਾਵੇਂ ਗੁੱਸਾ ਹੀ ਕਰੋ ਬਾਬਾ ਜੀ, ਉਸ ਤਰ੍ਹਾਂ ਜਿਹੜਾ ਪ੍ਰਿਥੀ ਚੰਦ ਹੈ ਤਾਂ ਭਣੇਵਾਂ ਲੱਗਦਾ ਸਾਡਾ, ਪਰ ਜਦੋਂ ਤੂੰ ਇੱਥੇ ਰਹਿੰਦਾ ਰਹਿਣਾ ਗੋਇੰਦਵਾਲ ਸਾਹਿਬ, ਹੁਣ ਤਾਂ ਕਹੀਂ ਵੇਖੀਦਾ ਵੀ ਲੋਭੀ ਬੜਾ, ਬਸ ਮਹਾਰਾਜ ਦੇ ਲਾਗੇ ਲਾਗੇ ਤੇ ਪੈਸੇ ਦੇ ਗੇੜੀ ਕੱਢਦਾ ਰਹਿੰਦਾ ਸੀ। ਵੀ ਅਸੀਂ ਤਾਂ ਬਚਪਨ ਤੋਂ ਜਾਣਦੇ ਆ ਇਹਨੂੰ। ਜਦੋਂ ਇਹਨੇ ਕਲੇਸ਼ ਪਾਇਆ ਸੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਜਦੋਂ ਗੁਰਿਆਈ ਮਿਲੀ ਹੈ, ਉਦੋਂ ਪ੍ਰਿਥੀ ਚੰਦ ਦੇ ਕਲੇਸ਼ ਪਾਉਣ ਤੇ ਉਹ ਬਾਬਾ ਮੋਹਨ ਜੀ ਜਾਂ ਬਾਬਾ ਮੋਹਰੀ ਜੀਆਂ ਨੇ ਬਚਨ ਆਖੇ ਸਨ ਵੀ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਇਹਨੂੰ ਬਚਪਨ ਤੋਂ ਹੀ। ਤੋਂ ਭਾਵ ਇਹਦੀ ਸਿੱਖੀ ਸੇਵਕੀ ਬਹੁਤ ਕਾਇਮ ਸੀ। ਹੇਹਰ ਪਿੰਡ ਦੇ ਲਾਗੇ ਲਾਗੇ ਕੁਝ ਲੋਕਾਂ ਤੋਂ, ਕੁਝ ਸੰਗਤਾਂ ਤੋਂ ਗੁਰੂ ਘਰ ਦੇ ਨਾਂ ਤੇ ਇਹਨੇ ਦਸਵੰਧ ਇਕੱਠਾ ਕੀਤਾ ਕੁਝ ਦਿਨ ਰਹਿ ਕੇ। ਜਾਂ ਸੁਨ ਕੈ ਸੁਲਹੀ ਕੋ ਤਬੈ। ਤੇ ਇੱਧਰ ਜਦੋਂ ਸੁਲਹੀ ਨੂੰ ਪਤਾ ਲੱਗਿਆ, ਜਾਂ ਪ੍ਰਿਥੀ ਚੰਦ ਨੂੰ ਪਤਾ ਲੱਗਿਆ ਵੀ ਸੁਲਹੀ ਇੱਧਰ ਹੀ ਆਇਆ ਹੋਇਆ ਲਾਹੌਰ ਦੇ ਲਾਗੇ ਮਾਝੇ ਵਿੱਚ ਹੀ, ਤ ਮਨ ਆਨੰਦ ਧਾਰ ਕੈ ਪੰਥ ਪਿਆਨ। ਤੇ ਮਨ ਵਿੱਚ ਬੜਾ ਆਨੰਦ ਜਾ ਰੱਖ ਕਰਕੇ ਆਪਣੇ ਰਸਤੇ ਵਿੱਚ ਪਿਆ ਹੈ। ਭਾਂਤ ਅਨੇਕ ਗਿਨੈ ਗਿਨਤੀ। ਤੇ ਇਹ ਜਿਹੜਾ ਹੈ ਪ੍ਰਿਥੀ ਚੰਦ ਅਨੇਕਾਂ ਤਰ੍ਹਾਂ ਦੀਆਂ ਗਿਣਤੀਆਂ, ਖੁਸ਼ੀਆਂ ਆਪਦੇ ਮਨ ਵਿੱਚ ਗਿਣਦਾ ਹੈ। ਘਰ ਨਿਜ ਕਾਰਜ ਸਿੱਧ ਭਇਓ ਤੇ ਪਹਿਚਾਨਿਓ। ਆਪਦਾ ਕਾਰਜ ਸਿੱਧ ਹੋਇਆ ਜਾਣ ਲਿਆ ਵੀ ਜੇ ਸੁਲਹੀ ਮੈਨੂੰ ਇੱਥੇ ਹੀ ਮਿਲ ਗਿਆ ਨਾ, ਤੇ ਸਮਝ ਲਓ ਮੇਰਾ ਕੰਮ ਤਾਂ ਇੱਥੇ ਹੀ ਬਣ ਗਿਆ, ਵੀ ਇੱਥੋਂ ਹੀ ਫੌਜ ਚੜਾ ਕੇ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੇ ਲੈ ਜਾਣੀ ਹੈ। ਇਸ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ ਮਨ ਵਿੱਚ। ਜਾਤ ਭਇਓ ਤਲਾਵਤ ਹੀ। ਤੇ ਬੜੀ ਛੇਤੀ ਦੇ ਨਾਲ ਪਹੁੰਚਿਆ ਹੈ, ਸੁਲਹੀ ਨੂੰ ਲੱਭ ਰਿਹਾ ਹੈ, ਘੋੜੇ ਤੇ ਚੜ ਆਪਣਾ ਪੜਾ ਤੋਰਿਆ ਹੈ। ਉਪ ਉਤਪਾਤ ਸੋਹੇ ਤੋਰੀ ਦੈ ਜਿਨ ਠਾਨੋ। ਤੇ ਫਿਰ ਉਤਪਾਤ ਮਨ ਵਿੱਚ ਨਾ ਇਹ ਭਾਰੀ ਪਾਪ ਨੂੰ ਬੜਾ ਪ੍ਰੇਮ ਕਰਦਾ ਹਿਰਦੇ ਵਿੱਚ, ਜਿਵੇਂ ਇਹਨੇ ਠਾਣਿਆ ਹੋਇਆ ਧਾਰਿਆ ਹੋਇਆ ਜਿਹੜਾ ਪਾਪ, ਉਹ ਪਾਪ ਦੀ ਪੂਰਤੀ ਵਾਸਤੇ ਸੁਲਹੀ ਨੂੰ ਮਿਲਣਾ ਲੋਚਦਾ ਹੈ। ਆਪਣੇ ਲੋਕਾਂ ਨਾ ਸੋਇਮ ਬੋਲਤ। ਜਿਹੜੇ ਦੇ ਨਾਲ ਦੇ ਸਿੱਖ ਸੇਵਕ ਹੈ ਨਾ, ਪ੍ਰਿਥੀ ਚੰਦ ਤੁਰਿਆ ਜਾਂਦਾ ਹੈ ਤੇ ਨਾਲੇ ਉਹਨਾਂ ਨੂੰ ਇਸ ਤਰ੍ਹਾਂ ਜਿਹੜੀ ਤਿੜਾ ਮਾਰਦਾ ਜਾਂਦਾ ਹੈ। ਮੋਰ ਮਨੋਰਥ ਪੂਰਨ ਜਨ। ਕਹਿੰਦਾ ਜੇ ਸੁਲਹੀ ਮਿਲ ਗਿਆ ਨਾ ਆਪਾਂ ਨੂੰ ਇੱਥੇ, ਤੇ ਸਮਝ ਲਓ ਆਪਣਾ ਕੰਮ ਇੱਥੇ ਹੀ ਪੂਰਾ ਹੋ ਜਾਣਾ। ਮੇਰਾ ਮਨ ਦਾ ਸੰਕਲਪ ਜਿਹੜਾ ਹੈ ਉਹ ਪੂਰਾ ਹੋ ਗਿਆ, ਸਮਝ ਲਓ। ਕਬਿਤ ਸੁਲਹੀ ਨਿਕਟ ਮੇਰੋ ਮੀਤ ਹੈ ਅਮਿਟ ਮਹਾ। ਕਿਉਂਕਿ ਸੁਲਹੀ ਬੜਾ ਮੇਰਾ ਨਿਕਟ ਵਰਤੀ ਹੈ, ਤੇ ਹੈ ਵੀ ਇੱਥੇ ਲਾਗੇ ਜਿੱਥੇ ਆਪਾਂ ਫਿਰਦੇ ਆ ਨਾ। ਆਪਦਿਆਂ ਸੇਵਕਾਂ ਨੂੰ ਕਹਿੰਦਾ ਇਹ ਸੇਵਕੋ, ਸੁਲਹੀ ਸੁਣਿਆ ਇੱਧਰ ਆਇਆ ਹੋਇਆ, ਜੇ ਆਪਾਂ ਨੂੰ ਮਿਲ ਜਾਵੇ ਸੁਲਹੀ, ਤੇ ਸੁਲਹੀ ਜਿਹੜਾ ਉਹ ਹਾਕਮ ਹੈ ਮੇਰਾ ਬੜਾ ਮਿੱਤਰ ਹੈ, ਤੇ ਮੇਰੀ ਗੱਲ ਮੋੜਦਾ ਨਹੀਂ,
ਮੇਰਾ ਕਿਆ ਅਮਿਟ ਕਰ ਦਿੰਦਾ ਹੈ, ਭਾਵ ਜ਼ਰੂਰ ਪੂਰਾ ਕਰਦਾ ਹੈ। ਮਿਲ ਕੈ ਵਿਕਟਰੇ ਪਛਿਪਰ ਗਹਿਵਾਏ ਹਾਂ। ਤੇ ਜੇ ਮਿਲ ਗਿਆ ਨਾ ਸੁਲਹੀ ਮੈਨੂੰ, ਤੇ ਨਾ ਕੱਟੇ ਜਾਣ ਵਾਲੇ ਭਾਵ ਜਿਹੜੇ ਮੇਰੇ ਵੱਡੇ ਦੁਸ਼ਮਣ ਹੈ, ਹਰਗੋਬਿੰਦ ਸਾਹਿਬ, ਅਰਜੁਨ ਦੇਵ, ਮਾਤਾ ਗੰਗਾ, ਇਹਨਾਂ ਨੂੰ ਮੈਂ ਹੁਣੇ ਹੀ ਅੱਜ ਭਲਕ ਹੀ ਅੰਮ੍ਰਿਤਸਰ ਸਾਹਿਬ ਫੌਜ ਪਵਾ ਕੇ ਤੇ ਗ੍ਰਿਫਤਾਰ ਕਰਾ ਦੇਣਾ ਹੈ। ਪੁੱਤਰ ਕੇ ਸਮੇਤ ਜਾਏ ਪਕਰੇ ਨਿਕੇਤ ਵਿਖੈ। ਸੁਲਹੀ ਨੂੰ ਭੇਜਾਂਗਾ ਮੈਂ ਇੱਥੋਂ, ਇਹਨਾਂ ਦੇ ਘਰ ਵਿੱਚ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਇਹਨਾਂ ਦੀ ਪਤਨੀ ਤੇ ਪੁੱਤਰ ਦੇ ਸਮੇਤ ਪਕੜ ਲੈਣਗੇ। ਮੋਚਨ ਕੋ ਹੇਤ ਕੋ ਹੋਏ ਨਾ ਸਿਖਾਏ ਹਾਂ। ਤੇ ਇਹੋ ਜੀ ਬਾਜੀ ਮੈਂ ਖੇਡਾਂਗਾ, ਇੱਕ ਵਾਰੀ ਗੁਰੂ ਅਰਜਨ ਦੇਵ ਜੀ ਕੈਦ ਹੋ ਗਏ ਤੇ ਫਿਰ ਬਾਹਰ ਆਉਣ ਦਾ ਕੋਈ ਮੈਂ ਰਾਹ ਨਹੀਂ ਛੱਡਾਂਗਾ, ਇਹਨਾਂ ਦੇ ਵਾਸਤੇ ਬਾਹਰ ਨਹੀਂ ਨਿਕਲਣ ਦੇਵਾਂਗਾ। ਕਾਰਾ ਗ੍ਰਹਿ ਰਹਿ ਲੈ ਉਸ ਗਰੇ ਮੈਂ ਗ੍ਰਹਿ ਛੀਨ। ਤੇ ਗੁਰੂ ਅਰਜਨ ਦੇਵ ਸਾਹਿਬ ਰਹਿਣਗੇ ਜੇਲ੍ਹ ਵਿੱਚ, ਕੈਦ ਵਿੱਚ ਰਹਿਣਗੇ ਦਿੱਲੀ, ਤੇ ਮੈਂ ਇਹਨਾਂ ਦਾ ਸਾਰਾ ਘਰ-ਬਾਰ ਸਾਂਭ ਲਵਾਂਗਾ। ਹਰਿਮੰਦਰ ਸਾਹਿਬ, ਅੰਮ੍ਰਿਤ ਸਰੋਵਰ, ਸਭ ਸੰਗਤਾਂ ਦੀ ਕਾਰ ਭੇਟਾ, ਗੁਰੂ ਕੇ ਮਹਿਲ, ਸਭ ਅਸਥਾਨ ਮੈਂ ਖੋਹ ਲਵਾਂਗਾ। ਜੈਸੇ ਲੱਗ ਗ੍ਰਹਿ ਪਰ ਗ੍ਰਹਿ ਬਲੀ। ਅੱਜ ਤਾਂ ਐ ਹੋਇਆ ਵੀ ਜਿਵੇਂ ਕਮਜ਼ੋਰੇ ਭਾਵ ਛੋਟੇ ਗ੍ਰਹਿ ਦੇ ਉੱਪਰ ਵੱਡਾ ਗ੍ਰਹਿ ਪੈ ਜਾਂਦਾ ਹੈ। ਜਤਨ ਬਹੀਨ ਹੋਏ ਸਭ ਨਿਤ ਦੀਨ ਹੋਏ। ਤੇ ਵੇਖਿਆ ਜੇ ਜਦੋਂ ਜਤਨ ਤੋਂ ਬਹੀਣੇ ਹੋ ਗਏ ਨਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਫਿਰ ਸਾਰਿਆਂ ਤੋਂ ਦੁਖੀ ਹੋਣਗੇ, ਬੜੇ ਆਏ ਨਮਾਣੇ ਤੇ ਝੁੱਕ ਕੇ ਮੇਰੇ ਅੱਗੇ ਰਿਹਾ ਕਰਨਗੇ। ਮੇਰੇ ਹੀ ਅਧੀਨ ਹੋਏ ਤਬ ਸੁਖ ਪਾਏ ਹਾਂ। ਜਦੋਂ ਅਰਜੁਨ ਦੇਵ ਜੀ ਦੁਖੀ ਹੋਣਗੇ ਨਾ ਕੈਦ ਵਿੱਚ ਪਏ ਹੋਏ, ਤੇ ਮੇਰੇ ਅਧੀਨ ਹੋਣਗੇ ਵੀ ਮੈਂ ਚਾਹਾਂਗਾ ਤੇ ਛਡਾ ਲਵਾਂਗਾ, ਨਹੀਂ ਤੇ ਸਾਰੀ ਉਮਰ ਜੇਲ੍ਹ 'ਚ ਹੀ ਰੱਖਾਂਗਾ। ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਮੇਰੇ ਅਧੀਨ ਹੋਣਗੇ, ਤੇ ਇਹ ਪ੍ਰਿਥੀ ਚੰਦ ਆਪਦੇ ਬੰਦਿਆਂ ਨੂੰ ਕਹਿੰਦਾ ਮੇਰੇ ਕਲੇਜੇ ਵਿੱਚ ਉਦੋਂ ਠੰਡ ਪੈਣੀ ਹੈ, ਅਸਲੀ ਸੁਖ ਮੈਨੂੰ ਮਿਲੇਗਾ। ਐਸੇ ਬਾਤ ਕਹਿ ਹਾਵਾਂ ਗੁਰੂ ਲਹਿ ਲਹਿ। ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦਾ, ਬੜਾ ਹੁਮ ਕੇ ਜਾ ਰਿਹਾ ਹੈ, ਬੜਾ ਖੁਸ਼ ਹੁੰਦਾ ਹੈ। ਲੋਭ ਧਨ ਚਹਿ ਚਹਿ ਠਾਨਤ ਹੰਕਾਰ ਕੋ। ਤੇ ਮਨ ਵਿੱਚ ਹੰਕਾਰ ਜਿਹਾ ਠਾਣਦਾ ਸੁਲਹੀ ਦੀ ਮੇਰੇ ਨਾਲ ਮਿੱਤਰਤਾ ਹੈ, ਮੈਂ ਸਰਕਾਰੇ ਦਰਬਾਰੇ ਜਾਣਦਾ ਹਾਂ, ਆਉਂਦਾ ਜਾਂਦਾ ਹਾਂ, ਤੇ ਗੁਰਿਆਈ ਹਾਸਲ ਇਹ ਸਿਰਫ ਇਸ ਕਰਕੇ ਕਰਨਾ ਚਾਹੁੰਦਾ ਹੈ, ਮਨ ਵਿੱਚ ਲੋਭ ਨੂੰ ਲਹਿ ਇੱਛਾ ਰੱਖਦਾ, ਲੋਭ ਦੀ ਇੱਛਾ ਦੀ ਪ੍ਰਾਪਤੀ ਵਾਸਤੇ ਗੁਰਿਆਈ ਚਾਹੁੰਦਾ ਹੈ। ਦੇਤ ਹੈ ਦਿਲਾਸੇ ਨੇ ਜੋ ਲੋਕ ਪਰਵਾਸੇ ਹੇਤ। ਆਪਦੇ ਜਿਹੜੇ ਲੋਕ ਨੇ ਨਾ ਨਾਲ ਦੇ, ਉਹਨਾਂ ਨੂੰ ਭਰੋਸਾ ਦਿਵਾਉਂਦਾ ਹੈ, ਜਾਂ ਉਹਨਾਂ ਦਾ ਭਰੋਸਾ ਜਿੱਤਣ ਵਾਸਤੇ ਬੜੇ ਦਲਾਸੇ ਜੇ ਦਿੰਦਾ ਹੈ। ਕਰਤ ਨਿਸਾਸ ਔਰ ਨਿਸਚੈ ਉਦਾਰ ਕੋ। ਤੇ ਇਸ ਤਰ੍ਹਾਂ ਕਵੀ ਜੀ ਕਹਿੰਦੇ ਕਰਦਾ ਹੈ, ਬੜਾ ਦੁਰਸਾਹਸ ਕਰਦਾ ਹੈ, ਔਰ ਵਿੱਚ ਨਿਸ਼ਚਾ ਬੜਾ ਇਹਦੇ ਭਾਰੀ, ਤੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਨਿਸ਼ਾ ਕਰਦਾ, ਤਸੱਲੀਆਂ ਦਿੰਦਾ, ਆਪਦੀ ਪਿੱਠ ਆਪੇ ਹੀ ਥਾਪੜਦਾ ਵੀ ਉਹ ਤੈਨੂੰ ਪਤਾ ਮੇਰੇ ਹੱਥ ਵਿੱਚ ਕੁਝ ਆਉਣਾ ਨਹੀਂ, ਪਰ ਆਪਦੇ ਮਨ ਨੂੰ ਆਪ ਹੀ ਗੱਲਾਂ ਕਰ ਕਰਕੇ ਤਸੱਲੀਆਂ ਦੇਈ ਜਾਂਦਾ ਹੈ। ਹੇ ਹਰੀ ਪਹੁੰਚਿਓ ਜਾਏ ਡੇਰਾ ਕੀਨ ਥਾਏ ਕੇਸ। ਤੋ ਕਵੀ ਜੀ ਕਹਿੰਦੇ ਕਿਸੇ ਥਾਂ ਹੇਹਰ ਪਿੰਡ ਦੇ ਲਾਗੇ ਤਾਗੀ ਪ੍ਰਿਥੀ ਚੰਦ ਨੇ ਡੇਰਾ ਕੀਤਾ ਹੈ। ਕੀਨ ਨੇਸ ਬੇਸਰਾਮ ਕੀਨ ਉਠਿਓ ਪੁਨ ਸਾਰ ਕੋ। ਤੇ ਉੱਠਿਆ ਦਿਨੇ ਇੱਕ ਰਾਤ ਇੱਥੇ ਹੇਹਰ ਪਿੰਡ, ਜਿਹੜਾ ਸਾਧ ਸੰਗੀ ਸੁਲਹੀ ਸੀ ਇਹ ਵੀ ਇੱਥੇ ਹੇਹਰ ਪਿੰਡ ਹੀ ਆ ਕੇ ਬੈਠਾ ਹੋਇਆ ਸੀ, ਜਿੱਥੇ ਪ੍ਰਿਥੀ ਚੰਦ ਦੇ ਦੱਸਦੇ ਸਹੁਰੇ ਸਨ। ਤੇ ਜਿਹੜਾ ਸੁਲਹੀ ਹੈ, ਅੱਗੇ ਰਾਜੇ ਲੋਕ ਹੁੰਦੇ ਸੀ, ਉਹ ਭੇਜ ਦਿੰਦੇ ਹੁੰਦੇ ਸੀ ਆਪਦੇ ਹਾਕਮ ਨੂੰ ਵੀ ਮਾਮਲਾ, ਹੁਣ ਜਿਵੇਂ ਟੈਕਸ ਭਰਦੇ ਆ ਲੋਕ, ਉਦੋਂ ਮਾਮਲਾ ਅਗਰਾਉਂਦੇ ਹੁੰਦੇ ਸੀ। ਹਾਕਮ ਨੇ ਕਿਸੇ ਇੱਕ ਪਿੰਡ ਵਿੱਚ ਬਹਿ ਜਾਣਾ ਤੇ ਸਾਰੇ ਲਾਗੇ ਲਾਗੇ ਪਿੰਡਾਂ ਵਿੱਚ ਖਬਰ ਕਰਾ ਦੇਣੀ ਚੌਧਰੀਆਂ ਨੂੰ। ਉਹਨਾਂ ਨੇ ਆਪੋ ਆਪਣੇ ਪਿੰਡਾਂ ਦੇ ਜੱਟਾਂ ਤੋਂ, ਜ਼ਿਮੀਂਦਾਰਾਂ ਤੋਂ ਮਾਮਲਾ ਉਗਰਾ ਕੇ ਇਕੱਠਾ ਕਰਦਿਆਂ ਕਰਾਉਂਦਿਆਂ ਤੇ ਇੱਥੇ ਹਾਕਮ ਨੂੰ ਇੱਕ ਥਾਂ ਤੇ ਦੇਈ ਜਾਂਦੇ ਸੀ, 5 7 10 ਪਿੰਡ। ਫਿਰ ਉਹਨੇ ਉੱਠ ਕੇ 10 ਕੁ ਪਿੰਡ ਅੱਗੇ ਹੋ ਜਾਣਾ, ਉੱਥੋਂ ਮਾਮਲਾ ਉਗਰਾ ਲੈਣਾ। ਇਹ ਸੁਲਹੀ ਹੇਰ ਪਿੰਡ ਆਇਆ ਹੋਇਆ ਸੀ, ਤੇ ਪ੍ਰਿਥੀ ਚੰਦ ਵੀ ਸੁਣ ਕੇ ਇੱਥੇ ਹੇਰ ਪਿੰਡ ਪਹੁੰਚਿਆ ਤੇ ਬੜਾ ਖੁਸ਼ ਹੁੰਦਾ ਹੈ। ਨਿਸ ਬੇਸਰਾਮ ਕੀਨ ਉਠਿਓ ਪੁਨ ਸਾਰ ਕੋ। ਇੱਕ ਰਾਤ ਇੱਥੇ ਆ ਕੇ ਟਿਕਿਆ, ਦਿਨ ਚੜ੍ਹਿਆ ਹੈ, ਖੁਸ਼ੀ ਖੁਸ਼ੀ ਪ੍ਰਿਥੀ ਚੰਦ ਉੱਠ ਕੇ ਇਸ਼ਨਾਨ ਕੀਤਾ ਅੰਮ੍ਰਿਤ ਵੇਲੇ। ਮੱਜਨ ਕੈ ਨੀਰ ਚੀਰ ਪਹਿਰੇ ਸਰੀਰ ਸੋਹਣੇ ਬਸਤਰ ਸੁਲਹੀ ਨੂੰ ਜੋ ਮਿਲਣ ਜਾਣਾ, ਚੰਗੇ ਸੋਹਣੇ ਬਸਤਰ ਆਪਣੇ ਸਰੀਰ ਤੇ ਪਹਿਨ ਲਏ ਇਸ਼ਨਾਨ ਕਰਕੇ। ਸੋਲਹੀ ਕੇ ਤੀਰ ਪਠਿਓ ਨਾਰ ਸੁਧ ਸਾਰ ਕੋ। ਤੇ ਆਪਦੀ ਸਾਰੀ ਖਬਰਸਾਰ ਦੇਣ ਵਾਸਤੇ ਇੱਕ ਆਪਦਾ ਬੰਦਾ ਜਿਹੜਾ ਮਨੁੱਖ ਹੈ ਨਾ, ਸੇਵਕ, ਪ੍ਰਿਥੀ ਚੰਦ ਨੇ ਸੁਲਹੀ ਦੇ ਵੱਲ ਭੇਜ ਦਿੱਤਾ ਤੇ ਜਾ ਕੇ ਦੱਸਦੇ ਸੁਲਹੀ ਨੂੰ ਵੀ ਤੇਰਾ ਮਿੱਤਰ ਪ੍ਰਿਥੀ ਚੰਦ ਅੱਜ ਤੈਨੂੰ ਮਿਲਣ ਆਵੇਗਾ।
ਇਸ ਤਰ੍ਹਾਂ ਸੁਨੇਹਾ ਲਾ ਦਿੱਤਾ ਹੈ। ਗਇਓ ਪੁਨ ਆਪ ਕਹਿਓ ਅਧਿਕ ਪ੍ਰਤਾਪ ਹੋ ਤੇ ਪਹਿਲਾਂ ਆਪਦਾ ਸਿੱਖ ਭੇਜਿਆ, ਫਿਰ ਆਪ ਬਣ ਕੇ ਗਿਆ ਪੂਰਾ ਬਣ ਠਣ ਕੇ ਪ੍ਰਿਥੀ ਚੰਦ। ਤੇ ਜਾਂਦਿਆਂ ਸਾਰ ਕਹਿੰਦਾ, ਵਾਹ ਸੁਲਹੀ ਬਾਦਸ਼ਾਹ ਜਾਂ ਵਾਹ ਸੁਲਹੀ ਹਾਕਮ ਮੇਰੇ ਮਿੱਤਰ, ਤੇਰਾ ਬਹੁਤ ਪ੍ਰਤਾਪ ਹੋ ਰਿਹਾ ਹੈ, ਬੜਾ ਤੇਰਾ ਸੋਭਾ ਜਸ ਹੋ ਰਿਹਾ ਹੈ। ਛਤਰਨ ਸੰਤਾਪ ਪੌਰੇ ਬੈਠਿਓ ਤੇ ਸੋ ਧੀਰ ਹੋਏ। ਹਾਂ, ਤੈਨੂੰ ਵੇਖ ਕੇ ਦੁਸ਼ਮਣਾਂ ਨੂੰ ਬੜਾ ਸੰਤਾਪ ਹੋ ਜਾਂਦਾ ਹੈ, ਦੁਸ਼ਮਣ ਦੁਖੀ ਹੁੰਦੇ ਤੈਨੂੰ ਵੇਖ ਕੇ, ਤੇਰਾ ਬਹੁਤ ਪ੍ਰਤਾਪ ਹੈ ਇਹ ਹਾਕਮ ਸੁਲਹੀ, ਬੈਠਿਓ ਤੇ ਸਤੀਰ ਹੋਏ। ਇਸ ਤਰ੍ਹਾਂ ਸੁਲਹੀ ਦੀ ਸੋਭਾ ਗਾਉਂਦਾ ਹੋਇਆ ਪ੍ਰਿਥੀ ਚੰਦ ਇਸ ਦੇ ਲਾਗੇ ਹੋ ਬੈਠਾ ਹੈ। ਸੁਲਹੀ ਨੇ ਬੁਝਿ ਕੌਣ ਕਾਰ ਜੋਰ ਜੋ ਰਹਿਓ। ਤੇ ਸੁਲਹੀ ਨੇ ਪੁੱਛਿਆ, ਕਿਉਂਕਿ ਨਾਲ ਇਹਨੂੰ ਪਤਾ ਤਾਂ ਹੁੰਦਾ ਹੀ ਆ ਹਾਕਮਾਂ ਨੂੰ ਵੀ ਡੰਡਾ ਡੋਰੀ ਬੰਨੀ ਫਿਰਦਾ, ਸਾਰੇ ਲੱਦੀ ਫਿਰਦਾ ਗੱਡੇ ਸਮਾਨ ਦੇ। ਕਹਿੰਦਾ, ਮੇਰੇ ਮਿੱਤਰ ਪ੍ਰਿਥੀ ਚੰਦ, ਇਹ ਕਿਵੇਂ ਆਉਣਾ ਹੋਇਆ, ਕਿਹੜਾ ਕੰਮ ਉਲਝਾਈ ਬੈਠਾ, ਮੇਰੇ ਤਾਂ ਹੀ ਤੈਨੂੰ ਕੀ ਲੋੜ ਪੈ ਗਈ ਹੈ। ਕੈਸੇ ਚੱਲ ਆਏ ਹੋ ਸੁਨਾਵ ਵੀਰ ਬਾਤ ਸੋਏ। ਹਾਂ, ਇਹ ਮੇਰੇ ਭਰਾ ਤਾਂ ਆਪਣਾ ਪ੍ਰਿਥੀ ਚੰਦ ਮੇਰੇ ਮਿੱਤਰ, ਸੁਣਾਓ ਕੀ ਹਾਲ ਚਾਲ ਹੈ, ਕਿਸ ਤਰ੍ਹਾਂ ਮੇਰੇ ਪਾਸ ਆਉਣਾ ਹੋਇਆ ਹੈ। ਸੇਵਕ ਨਾ ਪਠਿਓ ਤਾਂ ਬੈਠੇ ਰਹੇ ਹੋ ਤੇ ਆਪ। ਵੀ ਸੇਵਕ ਹੀ ਭੇਜ ਦਿੰਦੇ ਤੁਸੀਂ, ਤੁਹਾਨੂੰ ਆਪ ਆਉਣ ਦੀ ਲੋੜ ਹੀ ਨਹੀਂ ਸੀ, ਉੱਥੇ ਬੈਠੇ ਰਹਿੰਦੇ, ਮੈਂ ਤੁਹਾਡਾ ਕੰਮ ਕਰ ਦਿੰਦਾ। ਕਾਰਜ ਤੁਮਾਰੋ ਕਰ ਦੇਤ ਸੋ ਕਹਿਤ ਜੋਏ। ਵੀ ਆਪਦਾ ਕੋਈ ਸਿੱਖ ਸੇਵਕ ਭੇਜ ਦਿੰਦੇ, ਤੇ ਜਿਹੜਾ ਕਾਰਜ ਸਿੱਖ ਮੈਨੂੰ ਕਹਿੰਦਾ ਤੁਹਾਡੇ ਆਉਣ ਦੀ ਲੋੜ ਹੀ ਨਹੀਂ ਸੀ ਇਹ ਪ੍ਰਿਥੀ ਚੰਦ ਮਹਾਰਾਜ, ਮੈਂ ਉਸ ਤਰ੍ਹਾਂ ਹੀ ਸਿੱਖ ਦੇ ਕਹੇ ਤੇ ਹੀ ਤੁਹਾਡਾ ਕੰਮ ਕਰ ਦੇਣਾ ਸੀ, ਤੁਸੀਂ ਕਾਹਨੂੰ ਖੇਚਲ ਕੀਤੀ ਹੈ। ਸਦਾ ਅਨੁਸਾਰ ਹੈ ਸੋ ਸਖਤਾ ਵਿਚਾਰ ਹੈ। ਹਾਂ, ਆਪਾਂ ਮਿੱਤਰ ਹਾਂ ਪੱਕੇ, ਸਦਾ ਇੱਕ ਦੂਜੇ ਦੇ ਸਖੀ ਹਾਂ, ਇੱਕ ਦੂਜੇ ਦਾ ਪ੍ਰੇਮ ਕਰਨ ਵਾਲੇ ਹਾਂ, ਤੇ ਮੈਂ ਸਦਾ ਤੁਹਾਡੇ ਅਨੁਸਾਰ ਅਧੀਨ ਹਾਂ, ਜਿਵੇਂ ਤੁਸੀਂ ਆਖੋਗੇ। ਬੇਲਮ ਨਹੀਂ ਧਾਰ ਹੈ ਸੁਧਾਰ ਹੈ ਕਹੀਜੈ ਕੋਏ। ਚਲੋ ਦੱਸੋ ਤੁਹਾਨੂੰ ਕੀ ਲੋੜ ਪਈ ਮੇਰੀ, ਮੈਂ ਦੇਰੀ ਨਹੀਂ ਕਰਾਂਗਾ, ਜੋ ਵੀ ਤੁਹਾਡਾ ਕੰਮ ਹੈ ਬੜੀ ਛੇਤੀ ਨਾਲ ਸੁਧਾਰ ਦੇਵਾਂਗਾ, ਭਾਵ ਮੈਂ ਬਣਾ ਦੇਵਾਂਗਾ, ਪੂਰਾ ਕਰਾਂਗਾ। ਪ੍ਰਿਥੀਆ ਕਹਿਤ ਗੁਰੂ ਰਾਖੈ ਤੇਰੀ ਪਤ ਨਿਤ। ਤੇ ਪ੍ਰਿਥੀ ਚੰਦ ਕਹਿੰਦਾ, ਠੀਕ ਹੈ ਸੁਲਹੀ ਮੇਰੇ ਮਿੱਤਰ, ਮੈਨੂੰ ਤੇਰੇ ਤੋਂ ਇਹੋ ਆਸ ਸੀਗੀ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਸਦਾ ਤੇਰੀ ਇੱਜ਼ਤ ਪੈਜ ਬਣਾਈ ਰੱਖੇ। ਵਿਸ਼ਵਾਸ ਚਿਤ ਥਿਤ ਜਾਂ ਹਮੇਸ਼ ਕਾ। ਤੇ ਮੇਰੇ ਮਨ ਵਿੱਚ ਜਿਹੜਾ ਕੁਝ ਤੂੰ ਬੋਲ ਰਿਹਾ ਨਾ, ਵੀ ਤੂੰ ਦੱਸ ਕੀ ਚਾਹੀਦਾ, ਮੈਂ ਪੂਰਾ ਕਰਾਂਗਾ। ਹੇ ਸੁਲਹੀ, ਮੈਨੂੰ ਤੇਰੇ ਤੇ ਪਹਿਲਾਂ ਹੀ ਬਹੁਤ ਭਰੋਸਾ ਹੈ, ਜੋ ਕੁਝ ਤੂੰ ਆਖਿਆ ਮੈਨੂੰ ਤੇਰੇ ਮੂੰਹੋਂ ਇਹੀ ਸੁਣਨ ਦੀ ਆਸ ਸੀ। ਮੇਰੋ ਕਾਜ ਆਪਨੋ ਸਮਾਨ ਨੀਕੋ ਜਾਣਕਾਰ। ਮੈਨੂੰ ਪਤਾ ਸੀ ਜੇ ਮੈਂ ਜਿਹੜਾ ਕੰਮ ਤੈਨੂੰ ਕਵਾਂਗਾ, ਮੇਰਾ ਮਿੱਤਰ ਤੂੰ ਪਿਆਰਾ ਹੈ, ਜਿਸ ਕਰਕੇ ਜੋ ਮੈਂ ਆਖਾਂਗਾ ਉਹ ਕੰਮ ਤੂੰ ਆਪਦਾ ਕੰਮ ਜਾਣ ਕੇ ਚੰਗੀ ਤਰ੍ਹਾਂ ਕਰੇਂਗਾ। ਛਿਪ ਰਹੀ ਸੁਧਾਰ ਦੇਤ ਪ੍ਰੇਮ ਕੈ ਵਿਸ਼ੇਸ਼ ਕੋ। ਬੜਾ ਪ੍ਰੇਮ ਕਰਕੇ ਮੇਰੇ ਕੰਮ ਨੂੰ ਆਪਦਾ ਜਾਣ ਕੇ ਤੇ ਛੇਤੀ ਨਾਲ ਮੇਰਾ ਕੰਮ ਸੁਧਾਰੇਂਗਾ, ਠੀਕ ਕਰੇਂਗਾ ਜਾਂ ਨੇਪਰੇ ਚਾੜੇਂਗਾ। ਕਪਟ ਬਹੀਨ ਪ੍ਰੇਮ ਨਿਭੈ ਤੁਮਾਰੋ ਭਾਰੋ। ਤੇਰਾ ਤੇ ਮੇਰਾ ਜਿਹੜਾ ਪ੍ਰੇਮ ਹੈ ਨਾ ਸੁਲਹੀ ਮਿੱਤਰ, ਇਹਦੇ 'ਚ ਧੋਖਾ ਛਲ ਕੋਈ ਨਹੀਂ, ਤੇ ਪਰਮੇਸ਼ਰ ਕਰੇ ਪ੍ਰੇਮ ਦੇ ਸਹਿਤ ਹੀ ਆਪਣਾ ਜਿਹੜਾ ਇਹ ਮੋਹ ਤੇ ਬਣਿਆ ਹੋਇਆ ਨਾ, ਇਹਦੇ ਵਿੱਚ ਅੱਗੇ ਵੀ ਧੋਖਾ ਨਾ ਆਵੇ, ਇਸ ਤਰ੍ਹਾਂ ਹੀ ਆਪਣੀ ਯਾਰੀ ਨਿਭਦੀ ਰਹੇ। ਹਿਰਦੇ ਹਮਾਰੇ ਤੈਸੋ ਭੇਦ ਹੈ ਨਾ ਲੇਸ਼ ਕੋ। ਵੀ ਆਪਣੇ ਦੋਵਾਂ ਦੇ ਹਿਰਦੇ ਮਨ ਵਿੱਚ ਇੱਕ ਦੂਜੇ ਦੇ ਪਰਥਾਈ ਈਰਖਾ ਦਵੈਸ਼ ਨਹੀਂ, ਕੋਈ ਭੇਦ ਨਹੀਂ ਹੈ ਲੇਸ਼ ਮਾਤਰ ਵੀ। ਆਗੇ ਤੁਮ ਗਏ ਜਬ ਛੋੜ ਗਏ ਪੂਰੀ ਤਬ। ਤੇ ਕੰਮ ਮੈਨੂੰ ਇਹ ਹੈ, ਉਹੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਰਥਾਈ ਮੈਨੂੰ ਕੰਮ ਹੈ ਆਪਣੇ ਛੋਟੇ ਭਰਾ ਦੇ। ਸੁਲਹੀ ਕਹਿੰਦਾ, ਦੱਸ ਮਿੱਤਰ ਕੀ ਕੰਮ ਹੈ। ਤੇ ਪ੍ਰਿਥੀ ਚੰਦ ਕਹਿੰਦਾ, ਸੁਲਹੀ ਜਦੋਂ ਇਹ ਮਿੱਤਰ ਤੂੰ ਪਹਿਲਾਂ ਇੱਕ ਵਾਰੀ ਤੈਨੂੰ ਮੈਂ ਚਿੱਠੀ ਪਾ ਕੇ ਸੱਦਿਆ ਸੀ ਨਾ ਅੰਮ੍ਰਿਤਸਰ ਸਾਹਿਬ, ਤੂੰ ਜਾਣਦਾ ਵੀ ਉਦੋਂ ਤਾਂ ਗੁਰੂ ਅਰਜਨ ਦੇਵ ਜਿਹੜੇ ਮੇਰੇ ਦੁਸ਼ਮਣ ਮਿੱਤਰ ਭਰਾ ਵੀ ਛੋਟੇ ਤੇ ਵੱਡੇ ਦੁਸ਼ਮਣ ਵੀ ਆ, ਉਹ ਅਰਜਨ ਦੇਵ ਉਦੋਂ ਆਪਦਾ ਘਰ-ਬਾਰ ਸਾਰਾ ਛੱਡ ਛਡਾ ਕੇ ਤੇ ਨਾਲ ਦੇ ਉੱਥੇ ਪਿੰਡ ਚਲੇ ਗਏ ਸਨ, ਵਡਾਲੀ ਚਲੇ ਗਏ ਸੀ ਤੁਹਾਨੂੰ ਵੇਖ ਕੇ। ਜਾਏ ਬਸਿਓ ਗ੍ਰਾਮ ਮੈਂ ਸਮਾਜ ਲੈ ਅਸ਼ੇਸ਼ ਕੋ। ਤੇ ਸਾਰਾ ਲੋੜੀ ਦਾ ਸਮਾਨ ਲੱਦ ਕੇ ਤੇਰੇ ਆਉਣ ਦੀ ਖਬਰ ਸੁਣ ਕੇ ਤੇ ਵਡਾਲੀ ਚਲੇ ਗਏ ਸੀ, ਭਾਵ ਮੇਰੇ ਦੁਸ਼ਮਣ ਅਰਜਨ ਦੇਵ ਨੇ ਪਹਿਲਾਂ ਤੈਨੂੰ ਆਉਂਦੇ ਨੂੰ ਵੇਖ ਕੇ ਘਰ ਬਾਹਰ ਛੱਡ ਦਿੱਤਾ ਸੀ। ਆਪ ਸੰਗ ਮਿਲਿਓ ਆਏ ਤਬ ਮੈਂ ਰਹਿਓ ਸੁਪੁਰ। ਤੇ ਉਦੋਂ ਪਿੰਡ ਦੇ ਬਾਹਰ-ਬਾਹਰ ਅੰਮ੍ਰਿਤਸਰ ਸਾਹਿਬ ਤੋਂ
ਬਾਰ-ਬਾਰ ਮੈਂ ਤੈਨੂੰ ਆ ਕੇ ਮਿਲਿਆ ਸੀ। ਸੰਮਤ ਬਿਤਾਏ 3 ਗ੍ਰਾਮ ਤਾਜ ਆਇਓ ਤੇ ਹੈ। ਉਦੋਂ ਫਿਰ ਮੈਂ ਤੁਹਾਨੂੰ ਵਾਪਸ ਮੋੜ ਦਿੱਤਾ ਸੀ, ਕਿਉਂਕਿ ਅਰਜੁਨ ਦੇਵ ਉਦੋਂ ਜਦੋਂ ਛੱਡ ਕੇ ਹੀ ਚਲੇ ਗਏ ਅੰਮ੍ਰਿਤਸਰ ਸਾਹਿਬ, ਫਿਰ ਮੈਂ ਇੱਕ ਵਾਰੀ ਤੁਹਾਨੂੰ ਕਿਹਾ ਸੀ ਵੀ ਰੁਕ ਜਾਓ, ਹੁਣ ਕੋਈ ਲੋੜ ਨਹੀਂ ਇਹਨਾਂ ਨੂੰ ਤੰਗ ਕਰਨ ਦੀ। ਉਸ ਤੋਂ ਬਾਅਦ ਨਾ 3 ਸਾਲ ਮੇਰੇ ਭਰਾ ਗੁਰੂ ਅਰਜਨ ਦੇਵ ਜੀ ਵਡਾਲੀ ਵਿੱਚ ਰਹੇ ਤੇ 3 ਸਾਲਾਂ ਬਾਅਦ ਫੇਰ ਮੁੜ ਆਏ ਹਨ। ਹਮ ਸੋ ਸਨੇਹ ਠਾਣ ਪੁਰੀ ਬਸਿਓ ਆਣ ਕਰ। ਤੇ ਫਿਰ ਚਲੋ ਸਾਡੇ ਦੋ ਭਰਾਵਾਂ ਵਿੱਚ ਸੁਲ੍ਹਾ ਹੋ ਗਈ, ਮੋਹ ਤੇ ਵੱਧ ਗਿਆ। ਮੋਹ ਤੇ ਸਾਧ ਸੰਗਤ ਜੀ ਕਾਹਦਾ ਵਧਿਆ? ਉਹ ਬੀਬੀ ਕਰਮੋਂ ਕਹਿੰਦੀ ਵੀ ਉੱਥੇ ਮਰੇ ਨਹੀਂ ਹਰਗੋਬਿੰਦ ਸਾਹਿਬ, ਸੱਪ ਛਡਾਇਆ ਜਾਂ ਦਾਈ ਨੂੰ ਜ਼ਹਿਰ ਦਿੱਤਾ। ਪ੍ਰੀਤੀ ਚੰਦ ਕਹਿੰਦਾ ਉੱਥੇ ਮਾਰਨੇ ਔਖੇ, ਸਗੋਂ ਲਾਗੇ ਆ ਜਾਣ ਤੇ ਚੰਗਾ। ਉਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਸੇ ਦੀ ਇੱਛਾ ਮਾੜੀ ਹੋਵੇ ਚੰਗੀ ਹੋਵੇ ਪੂਰੀ ਤਾਂ ਸਭ ਦੀ ਕਰਦੇ ਆ ਨਾ, ਤੇ ਮਹਾਰਾਜ ਲਾਗੇ ਆ ਗਏ ਸੀ ਇੱਥੇ ਅੰਮ੍ਰਿਤਸਰ ਸਾਹਿਬ। ਤੇ ਪ੍ਰਿਥੀ ਚੰਦ ਨੇ ਫਿਰ ਸੁਲ੍ਹਾ ਕਰ ਲਈ ਸੀ ਮਹਾਰਾਜ ਨਾਲ ਵੀ ਘਰੇ ਆਵਾਂ ਜਾਵਾਂਗੇ ਤੇ ਚਲੋ ਹਰਗੋਬਿੰਦ ਸਾਹਿਬ ਨੂੰ ਮਾਰਨਾ ਸੌਖਾ ਹੋ ਜਾਵੇਗਾ। ਤੇ ਪ੍ਰਿਥੀ ਚੰਦ ਆਉਂਦਾ ਜਾਂਦਾ ਵੀ ਸੀ ਮਹਾਰਾਜ ਦੇ ਘਰ ਵਿੱਚ, ਬਹੁਤ ਪ੍ਰੇਮ ਬਣਾ ਲਿਆ ਸੀ ਇਹਨੇ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇਣ ਵਾਲੀ ਘਟਨਾ ਤੋਂ ਪਹਿਲਾਂ। ਸੁਲਹੀ ਨੂੰ ਕਹਿੰਦਾ ਮਹਾਰਾਜ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮੇਰੇ ਭਰਾ ਆ ਗਏ 3 ਸਾਲ ਬਾਅਦ ਵਡਾਲੀ ਤੋਂ ਅੰਮ੍ਰਿਤਸਰ ਸਾਹਿਬ, ਤੇ ਸਾਡੇ ਦੋ ਭਰਾਵਾਂ ਵਿੱਚ ਬੜਾ ਪ੍ਰੇਮ ਵਧਿਆ, ਸੁਲ੍ਹਾ ਹੋ ਗਈ ਸੀ ਤੇ ਇਕੱਠੇ ਹੀ ਰਹਿਣ ਲੱਗ ਪਏ ਸਾਂ। ਬੀਤੇ ਹੈ ਬਰਖ ਦੋਏ ਮਾਹ ਸੁਖ ਪਾਇਓ ਹੈ। ਤੇ ਬੜਾ ਚਲੋ ਰਲਦਿਆਂ ਮਿਲਦਿਆਂ ਸੁਖ ਪਾ ਕੇ ਸੁਲ੍ਹਾ ਹੁੰਦੀ ਹੈ। ਤੇ ਪ੍ਰੇਮ ਦੇ ਨਾਲ ਸਾਡੇ ਪਰਿਵਾਰਾਂ ਦੇ 2 ਸਾਲ ਵਧੀਆ ਹੋਰ ਲੰਘ ਗਏ ਸਨ। ਭਾਵ ਵੀ ਤੁਹਾਨੂੰ ਆਇਆਂ ਨੂੰ 5 ਸਾਲ ਹੋ ਗਏ, ਫਿਰ 3 ਸਾਲ ਤਾਂ ਇਹਨਾਂ ਨੂੰ ਨਗਰ ਛੱਡਿਆਂ ਨੂੰ ਹੋ ਗਏ। ਉਸ ਤੋਂ ਬਾਅਦ 3 ਸਾਲ ਬਾਅਦ ਆ ਗਏ ਸੀ ਅੰਮ੍ਰਿਤਸਰ ਸਾਹਿਬ ਸਤਿਗੁਰੂ ਅਰਜਨ ਦੇਵ ਜੀ ਪਰਿਵਾਰ ਸਮੇਤ। ਤੇ 2 ਸਾਲ ਸੁਲਹੀ ਸਾਡੇ ਫੇਰ ਸੌਖੇ ਲੰਘ ਗਏ ਸੀ। ਵੱਡੋ ਭਰਾਤ ਮੈਂ ਹਾਂ ਗੁਰੂ ਪਾਦ ਆਦੇ ਘਰ ਮੇਰੋ। ਪਰ ਗੱਲ ਇਹ ਹੈ ਵਿਚਲੀ ਵੀ ਵੱਡਾ ਤਾਂ ਮੈਂ ਆ ਨਾ, ਗੁਰੂ ਰਾਮਦਾਸ ਮਹਾਰਾਜ ਦਾ ਸਾਹਿਬਜ਼ਾਦਾ, ਤੇ ਗੁਰਿਆਈ ਛੋਟੇ ਭਰਾ ਕਰ ਰਹੇ। ਗੁਰਤਾ ਦਾ ਹੱਕ ਵੱਡੇ ਪੁੱਤਰ ਦਾ ਮੇਰਾ ਬਣਦਾ ਹੈ। ਪਿਤਾ ਨੇ ਅਜੋਗ ਕਰ ਗਾਦੀ ਸੋ ਬਿਠਾਇਓ ਹੈ। ਤੇ ਮੇਰੇ ਪਿਤਾ ਗੁਰੂ ਰਾਮਦਾਸ ਮਹਾਰਾਜ ਨੇ ਮਾੜੀ ਕੀਤੀ ਇਹ ਗੱਲ। ਅਯੋਗ ਭਾਵ ਜਿਹੜਾ ਨਹੀਂ ਕਰਨ ਵਾਲਾ ਕੰਮ ਸੀ ਉਹ ਕੀਤਾ, ਮੈਨੂੰ ਵੱਡੇ ਨੂੰ ਛੱਡ ਕੇ। ਤੇ ਸਾਰਿਆਂ ਤੋਂ ਛੋਟੇ ਅਰਜਨ ਦੇਵ ਮੇਰੇ ਵੈਰੀ ਮੇਰੇ ਭਰਾ ਨੂੰ ਗੁਰਤਾ ਤੇ ਬਿਠਾ ਦਿੱਤਾ ਸੀ। ਦੇਤ ਨਾ ਦਰਬ ਆਪ ਰਾਖਤ ਸਰਬ। ਤੇ ਗੁਰਿਆਈ ਤਖਤ ਤੇ ਬਹਿ ਕੇ ਮੈਨੂੰ ਕੁਝ ਦਿੰਦੇ ਨਹੀਂ, ਹੁਣ ਉਹ ਮੇਰਾ ਹਿੱਸਾ ਮੈਨੂੰ ਦੇਣ। ਸੰਗਤਾਂ ਜਿਹੜੀ ਮਾਇਆ ਲੈ ਕੇ ਆਉਂਦੀਆਂ, ਉਹ ਮਾਇਆ ਉਹ ਮੇਰਾ ਹਿੱਸਾ ਮੈਨੂੰ ਨਹੀਂ, ਮੈਨੂੰ ਕੁਝ ਵੀ ਨਹੀਂ ਦਿੰਦੇ, ਉਹ ਇਕੱਲੇ ਹੀ ਆਪ ਸਾਂਭੀ ਜਾਂਦੇ ਹਨ। ਔਰ ਧਾਰਤ ਗਰਭ ਕਾ ਸਮਾਜ ਅਧਕਾਇਓ ਹੈ। ਤੇ ਬੜਾ ਘਰ-ਬਾਰ ਬਣਿਆ ਹੋਇਆ, ਹਰਮੰਦਰ ਬਣਾਇਆ ਹੋਇਆ ਹੈ, ਬਹੁਤ ਸੋਹਣੇ ਉੱਤੇ ਮਹਿਲ ਮਾੜੀਆਂ ਹਨ। ਕਿੰਨੀਆਂ ਸੰਗਤਾਂ ਆਉਂਦੀਆਂ, ਸਭ ਮਾਇਆ ਦੀ ਖੇਡ ਉਹਨਾਂ ਦੇ ਹੱਥ ਵਿੱਚ ਹੈ। ਤੇ ਹੰਕਾਰ ਕਰਨ ਲੱਗ ਪਏ ਆ, ਮੈਨੂੰ ਵੇਖ ਕੇ ਬੜਾ ਔਖੇ ਹੁੰਦੇ ਆ। ਸ਼ਾਹ ਕੋ ਨ ਜਾਣੇ ਨਹੀਂ ਹਾਕਮ ਕੋ ਮਨ ਕਬ। ਤੇ ਹੁਣ ਚੁੱਕ ਦਿੰਦਾ ਸੁਲਹੀ ਨੂੰ, ਕਹਿੰਦਾ ਉਹ ਗੁਰੂ ਅਰਜਨ ਦੇਵ ਕਹਿੰਦੇ ਮੈਂ ਨਹੀਂ ਜਾਣਦਾ ਕਿਸੇ ਜਹਾਂਗੀਰ ਨੂੰ। ਭਾਵ ਮੈਂ ਆਖਿਆ ਸੀ ਵੀ ਮੇਰੀ ਚੱਲਦੀ ਪਹੁੰਚ ਆ ਜਹਾਂਗੀਰ ਬਾਦਸ਼ਾਹ ਤੱਕ, ਭਰਾ ਤਾਂ ਮੈਨੂੰ ਮੇਰਾ ਹਿੱਸਾ ਚਾਹੀਦਾ। ਤੇ ਅੱਗੋਂ ਅਰਜਨ ਦੇਵ ਮੈਨੂੰ ਕਹਿੰਦੇ ਸੁਲਹੀ ਕਹਿੰਦੇ ਮੈਂ ਕਿਸੇ ਬਾਦਸ਼ਾਹ ਜਹਾਂਗੀਰ ਨੂੰ ਨਹੀਂ ਜਾਣਦਾ, ਮੈਂ ਕਿਸੇ ਹਾਕਮ ਨੂੰ ਨਹੀਂ ਜਾਣਦਾ। ਅਸੀਂ ਉਹ ਇਸ ਤਰ੍ਹਾਂ ਕਹਿ ਰਹੇ ਹੰਕਾਰੇ ਹੋਏ ਆ। ਉਹ ਤਾਂ ਤੇਰਾ ਤਾਂ ਡਰ ਕੀ, ਉਹ ਤਾਂ ਜਹਾਂਗੀਰ ਬਾਦਸ਼ਾਹ ਦਾ ਵੀ ਡਰ ਨਹੀਂ ਮੰਨਦੇ ਹਨ। ਤਰਾਸ ਕੋ ਨ ਠਾਨੈ ਮਾਨ 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 ਮੈਂ ਵਧਾਏ ਕਰ। ਤੇ ਮਨ ਵਿੱਚ ਹੰਕਾਰ ਜਾ ਵਧਾ ਕੇ ਕਿਸੇ ਜਰਵਾਣੇ ਦਾ, ਹਾਕਮ ਦਾ, ਕਿਸੇ ਬਾਦਸ਼ਾਹ, ਕਿਸੇ ਪਾਤਸ਼ਾਹ ਦਾ ਡਰ ਨਹੀਂ ਮੰਨਦੇ, ਭੈ ਨਹੀਂ ਮੰਨਦੇ ਹਨ। ਆਏ ਚਾਰ ਔਰ ਤੇ ਉਪਾਇਨ ਅਨੇਕ ਭਾਂਤ। ਕਿਉਂਕਿ ਅਨੇਕਾਂ ਤਰ੍ਹਾਂ ਦਾ ਕੱਪੜਾ ਲੀੜਾ, ਅੰਬਾਰਾਂ ਦੇ ਅੰਬਾਰ, ਹੀਰੇ ਮੋਤੀ ਗਹਿਣੇ, ਮਾਇਆ ਧਾਇਆ, ਹੋਰ ਪਰਚੂਨ ਆਦਿਕ ਬਹੁਤ ਰਸਤਾਂ ਬਸਤਾਂ 4 ਦਿਸ਼ਾਵਾਂ ਤੋਂ ਸਿੱਖ ਲੈ ਲੈ ਕੇ ਆਉਂਦੇ ਆ। ਦੇਤ ਸਭ ਜਾਤ ਬਹੁ ਸੀਸ ਕੋ ਨਿਵਾਏ ਕਰ। ਸ਼ੀਸ਼ ਨਵਾਉਂਦੇ ਇਹਨਾਂ ਦੇ ਅੱਗੇ ਸਾਰੇ 4 ਦਿਸ਼ਾਵਾਂ ਤੋਂ ਹਿੰਦੂ ਮੁਸਲਮਾਨ ਸਭ ਜਿੰਨੇ ਵੀ ਧਰਮਾਂ ਦੇ ਲੋਕ, ਤੇ ਬੇਸ਼ਕੀਮਤੀ ਵਸਤੂਆਂ ਇਹਨਾਂ ਦੇ ਚਰਨੀ ਭੇਂਟ ਕਰਦੇ ਆ। ਮੈਂ ਸੋ ਕਰੈ ਬਾਦ ਔਰ ਧਾਰ ਕੈ ਪ੍ਰਮਾਦ ਵੱਡੋ। ਤੇ ਮੇਰੇ ਨਾਲ ਹੁਣ ਮੋਹ ਸੋ ਕਰੈ, ਮੇਰੇ ਨਾਲ ਹੁਣ ਝਗੜਾ ਕਰਦੇ ਵਿਅਰਥੀ। ਕੋਈ ਮੇਰਾ ਕਸੂਰ ਨਹੀਂ, ਇੱਕ ਤਾਂ ਮੇਰੀ ਹੱਕ ਨੱਪਿਆ ਹੋਇਆ ਵੈ, ਮੈਨੂੰ ਮਾਇਆ ਨਹੀਂ ਦਿੰਦੇ ਕਿ ਗੁਰਿਆਈ ਤੇ ਬੈਠੇ ਆ, ਸਭ ਕੁਝ ਸਾਂਭੀ ਜਾਂਦੇ ਆ। ਤੇ ਦੂਜਾ ਮੇਰੇ ਨਾਲ ਈਰਖਾ ਕਰਦੇ ਆ, ਬੜਾ
ਝਗੜਾ ਕਰਦੇ ਹੰਕਾਰੇ ਹੋਏ ਹਨ। ਲੋਕ ਪੂਰੀ ਆਦ ਕੇ ਸਭਨ ਸਿੱਖ ਰਾਏ ਕਰ। ਤੇ ਮੈਂ ਹੁਣ ਤਾਂ ਤੇਰੇ ਕੋਲ ਆਇਆ ਸੁਲਹੀ ਮੇਰੇ ਮਿੱਤਰ। ਹੁਣ ਕੀ ਕੀਤਾ ਹੈ ਗੁਰੂ ਅਰਜਨ ਦੇਵ ਜੀ ਨੇ, ਸਾਰੇ ਸ਼ਹਿਰ ਅੰਮ੍ਰਿਤਸਰ ਸਾਹਿਬ ਦੇ ਸਿੱਖ ਉਹਨਾਂ ਦੇ ਵੱਲ ਹੈ। ਉਹਨਾਂ ਸਾਰਿਆਂ ਸਿੱਖਾਂ ਨੂੰ ਚੁੱਕ ਦੇ ਕੇ ਸਿਖਾ ਸਿਖੂ ਕੇ ਨਿੰਦਾ ਕੋ ਕਰਾਏ ਮੇਰੀ ਸਿੱਖਣ ਬਿਗਾੜ ਦੇਤ। ਸਿੱਖਾਂ ਵਿੱਚ ਮੇਰਾ ਅਕਸ਼ ਵਿਗਾੜ ਦਿੱਤਾ ਹੈ, ਮੇਰੀ ਨਿੰਦਿਆ ਕਰਵਾ ਦਿੱਤੀ। ਹੁਣ ਨਿੰਦਾ ਤਾਂ ਸਾਧ ਸੰਗਤ ਜੀ ਦੀ ਮਹਾਰਾਜ ਨੇ ਕੀ ਕਰਵਾਉਣੀ, ਉਹ ਤਾਂ ਜਿਹੋ ਜਿਹਾ ਕੰਮ ਕਰਦਾ ਉਹ ਜ਼ਹਿਰ ਦੇਣ ਦਾ ਪੜਦਾ ਉਗਰ ਕੇ ਆ ਗਿਆ। ਸੰਗਤਾਂ ਫਿਰ ਇਹਨੂੰ ਮਾਰਨ ਪੈਂਦੀਆਂ ਸਨ, ਡਰਦਾ ਛੱਡ ਆਇਆ ਸ਼ਹਿਰ ਅੰਮ੍ਰਿਤਸਰ ਸਾਹਿਬ। ਕਹਿੰਦਾ ਸੁਲਹੀ ਆਖੇ ਧੰਨ ਗੁਰੂ ਅਰਜਨ ਦੇਵ ਮੇਰੇ ਭਰਾਤਾ ਮੇਰੇ ਦੁਸ਼ਮਣ ਨੇ ਸਾਰਿਆਂ ਸਿੱਖਾਂ ਨੂੰ ਚੁੱਕ ਦੇ ਕੇ ਗਲਤ ਮੇਰਾ ਅਕਸ਼ ਬਣਾ ਦਿੱਤਾ। ਵੀ ਪ੍ਰਿਥੀ ਚੰਦ ਆਖੇ ਮੇਰੇ ਪੁੱਤ ਨੂੰ ਜ਼ਹਿਰ ਦਿੰਦਾ, ਆਪ ਹੀ ਬ੍ਰਾਹਮਣ ਖਰੀਦ ਕੇ 500 ਰੁਪਈਆ ਨੂੰ ਦੇ ਕੇ ਤੇ ਮੇਰਾ ਨਾਮ ਬੱਦੂ ਕਰਵਾਇਆ। ਵੀ ਆਖੇ ਪ੍ਰਿਥੀ ਚੰਦ ਸਾਡੇ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਦੇਣ ਲੱਗਾ ਸੀ। ਸਿੱਖ ਇਹਨਾਂ ਦੇ ਮਗਰ ਲੱਗੇ, ਸਿੱਖ ਸਾਨੂੰ ਮਾਰਨ ਪੈਂਦੇ, ਸਿੱਖਾਂ ਨੂੰ ਕਹਿ ਕਵਾ ਕੇ ਤੇ ਮੇਰਾ ਅਕਸ਼ ਵਿਗਾੜ ਦਿੱਤਾ, ਸਿੱਖਾਂ ਦੇ ਵਿੱਚ ਮੇਰੀ ਵਿਗਾੜ ਦਿੱਤੀ ਹੈ। ਪੂਜਾ ਹਾਣ ਦੂਜਾ ਹਵੈ ਨਾ ਆਪ ਕੋ ਵਡਾਏ ਕਰ। ਕਿਉਂ ਮੈਂ ਇਹਨਾਂ ਨੇ ਇਸ ਤਰ੍ਹਾਂ ਕੀਤਾ ਵੀ ਪ੍ਰਿਥੀ ਚੰਦ ਇੱਥੋਂ ਚਲਾ ਜਾਵੇਗਾ ਤੇ ਸਾਰੀ ਪੂਜਾ ਇਕੱਲੇ ਸਾਡੀ ਹੋਵੇਗੀ, ਪ੍ਰਿਥੀ ਚੰਦ ਦੀ ਪੂਜਾ ਨਾ ਹੋਵੇ, ਸਭ ਸਾਡੇ ਤੋਂ ਵੱਡਾ ਹੋਰ ਕੋਈ ਨਾ ਹੋਵੇ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਚਾਹੁੰਦੇ ਆ, ਆਪਦੀ ਵਡਿਆਈ ਲੋਚਦੇ ਹਨ। ਜੋਰ ਪਾਏ ਮੇਰੇ ਪੈ ਆਵਾਸ ਤੇ ਨਿਕਾਸ ਦੀਨ। ਤੇ ਗੁਰੂ ਅਰਜਨ ਦੇਵ ਨੇ ਸਿੱਖਾਂ ਰਾਹੀਂ ਜ਼ੋਰ ਪਵਾ ਕੇ ਤੇ ਮੈਨੂੰ ਰਾਤ ਨੂੰ ਪਿੰਡ ਚੋਂ ਕਢਵਾ ਦਿੱਤਾ ਹੈ, ਇਥੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਕਢਵਾ ਦਿੱਤਾ ਹੈ। ਆਪਣੋ ਪ੍ਰਕਾਸ਼ਹੀਨ ਤਰਾਸਹੀਨ ਹੋਏ ਕੈ। ਤੇ ਕਿਸੇ ਬਾਦਸ਼ਾਹ ਦਾ ਕਾਨੂੰਨ ਦਾ ਡਰ ਨਹੀਂ ਰੱਖਿਆ, ਆਪਦਾ ਹੀ ਪ੍ਰਕਾਸ਼ ਪ੍ਰਤਾਪ ਚਾਹੁੰਦੇ ਸਾਰੇ ਸ਼ਹਿਰ ਦੇ ਵਿੱਚ। ਨਿਕਸਿਓ ਨਿਰਾਸੋ ਮੈਂ ਆਸਰੋ ਨਿਹਾਰਿਓ ਏਕ। ਨਿਰਾਸਰੋ ਹੇ ਸੁਲਹੀ ਮੈਂ ਨਿਰਾਸਰਾ ਹੋ ਕੇ ਮੈਂ ਰਾਤ ਨੂੰ ਜਾਨ ਬਚਾ ਕੇ ਭੱਜਿਆ ਹਾਂ, ਮੈਨੂੰ ਹੋਰ ਕਿਸੇ ਦਾ ਆਸਰਾ ਦਿਸਦਾ ਨਹੀਂ ਹੈ। ਸਖਾ ਹੋ ਬਡੇਰੇ ਤੁਮ ਆਇਓ ਏਮ ਜੋਏ ਕੈ। ਤੇ ਮੈਂ ਇੱਕ ਹੀ ਆਸਰਾ ਵੇਖਿਆ, ਉਹ ਤੂੰ ਹੈ ਮੇਰਾ ਵੱਡਾ ਮਿੱਤਰ, ਮੈਨੂੰ ਇੱਥੇ ਮਿਲ ਗਿਆ ਹੈ, ਤੂੰ ਹੀ ਮੇਰਾ ਸਾਰਿਆਂ ਤੋਂ ਵੱਡਾ ਆਸਰਾ ਹੈ। ਤੇਰੇ ਬਿਨ ਕੋ ਨਾ ਸਹਾਇਕ ਹਮਾਰੋ ਜਗ। ਮੇਰਾ ਸੰਸਾਰ ਤੇ ਇਹ ਸੁਲਹੀ ਤੇਰੇ ਬਿਨਾ ਹੋਰ ਕੋਈ ਸਹਾਇਤਾ ਕਰਨ ਵਾਲਾ ਨਹੀਂ, ਸਾਰਾ ਸੰਸਾਰ ਮੇਰਾ ਵੈਰੀ ਬਣਿਆ ਹੈ। ਤੇਹੀ ਕੋ ਅਸੀਸ ਦੇਤ ਨੀਤ ਅਵਲੋਇ ਕੈ। ਤੇ ਇਸ ਤਰ੍ਹਾਂ ਤੋਹੀ ਕੋ ਅਸੀਸ, ਤੇ ਉਸੇ ਨੂੰ ਅਸੀਸਾਂ ਦਿੰਦੇ ਸਭ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ, ਜਾਂ ਤੇਰੇ ਤਾਈਂ ਮੇਰੀਆਂ ਬੜੀਆਂ ਅਸੀਸਾਂ ਨੇ। ਨੀਤ ਅਵਲੋਇਕ ਹੈ, ਜੇ ਮੇਰਾ ਕਾਰਜ ਤੂੰ ਕਰ ਦੇਵੇਂ, ਤੈਨੂੰ ਦੇਖ ਕੇ ਮੈਨੂੰ ਚਾਅ ਚੜ ਗਿਆ, ਕਿਉਂਕਿ ਮੇਰਾ ਹੋਰ ਕੋਈ ਆਸਰਾ ਨਹੀਂ, ਤੇ ਤੈਨੂੰ ਵੇਖ ਕੇ ਮੈਨੂੰ ਬੜਾ ਵੱਡਾ ਆਸਰਾ ਲੱਭਿਆ ਹੈ, ਬੜੀ ਖੁਸ਼ੀ ਹੈ, ਤੈਨੂੰ ਅਸੀਸਾਂ ਦਿੰਦਾ ਹਾਂ। ਗਾਦੀ ਹੈ ਪਿਤਾ ਕੀ ਪਦ ਊਚ ਗੋਰਤਾ ਕੀ ਸੋਭ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਪਿਤਾ ਦੀ ਜਿਹੜੀ ਗੁਰਿਆਈ ਗੁਰਤਾ ਹੈ ਨਾ, ਬਹੁਤ ਉੱਚੀ ਪਦਵੀ ਹੈ, ਬਹੁਤ ਵੱਡਾ ਰੁਤਬਾ ਹੈ। ਮੋਹੀ ਕੋ ਦਿਵਾਏ ਦੇਹ ਦੋਏ ਨ ਤੇ ਖੋਏ ਕੈ। ਤੇ ਤੇਰੇ ਵਿੱਚ ਬਾਲ ਹੈ ਸੁਲਹੀ, ਤੇ ਮੇਰੀ ਤੂੰ ਕਈ ਵੀ ਨਹੀਂ ਮੋੜੇਗਾ। ਮੈਂ ਚਾਹਣਾ ਵੀ ਮਹਾਦੇਵ ਤੇ ਅਰਜੁਨ ਦੇਵ ਤੋਂ ਗੁਰਿਆਈ ਖੁਹਾ ਕੇ ਉਹ ਗੁਰੂ ਰਾਮਦਾਸ ਮਹਾਰਾਜ ਵਾਲਾ ਤਖਤ ਤੂੰ ਮੈਨੂੰ ਦਵਾ ਦੇ। ਸੁਲਹੀ ਪਠਾਨ ਕ੍ਰੋਧ ਧਾਰ ਕੈ ਮਹਾਨ ਭਣੈ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਸੁਲਹੀ ਨੇ ਫਿਰ ਜਿਵੇਂ ਇਸ ਪ੍ਰਿਥੀ ਚੰਦ ਦੀ ਗੱਲ ਸੁਣੀ, ਉਸ ਤੋਂ ਬਾਅਦ ਫਿਰ ਆਖਿਆ ਕੋਈ ਗੱਲ ਨਹੀਂ, ਮੈਂ ਜ਼ਰੂਰ ਜਿਹੜਾ ਵਾ ਇਹ ਤੇਰਾ ਕਾਰਜ ਕਰਾਂਗਾ। ਹੁਣ ਤਾਂ ਮੈਨੂੰ ਬਾਦਸ਼ਾਹ ਨੇ ਇੱਕ ਵਾਰੀ ਇੱਥੇ ਜ਼ਰੂਰੀ ਕਾਰਜ ਭੇਜਿਆ, ਤੇ ਤੂੰ ਇਉਂ ਕਰ ਗੁਜ਼ਾਰੇ ਵਾਸਤੇ ਆ ਜਿਹੜਾ ਹੇਹਰ ਪਿੰਡ ਜਿੱਥੇ ਤੂੰ ਖੜਾ ਇਹੀ ਤੈਨੂੰ ਮੈਂ ਦੇ ਦੇਣਾ ਪਟੇ ਵਜੋਂ, ਤੇ ਇੱਥੇ ਤੂੰ ਰਹਿ ਕੇ ਆਪਦਾ ਗੁਜ਼ਾਰਾ ਕਰ ਕੁਝ ਸਮਾਂ, ਉੱਥੇ ਵਾਪਸ ਨਾ ਜਾ, ਫਿਰ ਮੈਂ ਆਪਦੇ ਕੰਮ ਕੱਢ ਲਵਾਂ, ਫਿਰ ਆਪਾਂ ਤੈਨੂੰ ਲੈ ਕੇ ਦਿੱਲੀ ਚੱਲਾਂਗੇ, ਉੱਥੇ ਸਾਰੀ ਗੱਲ ਆਪਾਂ ਬਾਦਸ਼ਾਹ ਨੂੰ ਦੱਸਾਂਗੇ ਤੇ ਫੌਜ ਚੜਾ ਕੇ ਤੇ ਤੇਰੇ ਦੁਸ਼ਮਣ ਅਰਜਨ ਦੇਵ ਜੀ ਨੂੰ ਬੰਨ੍ਹ ਕੇ ਲੈ ਜਾਵਾਂਗੇ ਆਪਾਂ ਦਿੱਲੀ ਨੂੰ। ਇਸ ਤਰ੍ਹਾਂ ਸਾਧ ਸੰਗਤ ਜੀ ਹੁਣ ਪ੍ਰਿਥੀ ਚੰਦ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਖਿਲਾਫ ਸਾਧ ਸੰਗਤ ਜੀ ਅਣ ਹੋਈਆਂ ਗੱਲਾਂ ਫਿਰ ਇਹਨੇ ਪ੍ਰਿਥੀ ਚੰਦ ਨੂੰ ਜਿਵੇਂ ਦੱਸੀਆਂ ਤੁਸੀਂ ਸੁਣੀਆਂ, ਵੀ ਇਹਦੇ ਵਿੱਚੋਂ ਇੱਕ ਵੀ ਗੱਲ ਪ੍ਰਿਥੀ ਚੰਦ ਦੀ ਸੱਚੀ ਹੈ ਨਹੀਂ ਸੀ। ਇੱਕ ਤਾਂ ਇਹ ਕਹਿੰਦਾ ਵੀ ਤਖਤ ਵੱਡੇ ਭਰਾ ਦਾ ਹੋਣਾ ਚਾਹੀਦਾ, ਇਹ ਵੀ ਸਾਧ ਸੰਗਤ ਜੀ ਝੂਠ ਹੈ ਸੀ, ਕਿਉਂਕਿ ਇਹ ਤਖਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸੇਵਾਦਾਰ ਦਾ, ਜਿਹੜਾ ਸੇਵਾ ਕਰੇਗਾ ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖਾ ਜੇ ਕਿਉਂ
ਜਾਂ ਸੁੱਧ ਹੋਸ ਤਾਂ ਲਹਿਣਾ ਟਿਕਿਉਣ। ਧੰਨ ਧੰਨ ਬਾਬਾ ਲਹਿਣਾ ਜੀ ਨੂੰ ਇਹ ਤਖਤ ਮਿਲਿਆ। ਗੁਰੂ ਅੰਗਦ ਦੇਵ ਮਹਾਰਾਜ ਹੋਏ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਜੀ ਨੂੰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਖ ਕੇ ਤੇ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਸਿੱਖਾਂ ਪੁੱਤਰਾਂ ਘੋਖ ਕੇ ਪਹਿਲਾਂ ਵਿਚਾਰਿਆ। ਜਿੰਨੇ ਵੀ ਸਤਿਗੁਰੂ ਜਦੋਂ ਜਦੋਂ ਵੀ ਤਖਤ ਅੱਗੇ ਬਖਸ਼ਦੇ ਰਹੇ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਪਰਖ ਹੋਈ, ਦਾਸੂ ਦਾਤੂ ਜੀ ਦੀ ਪਰਖ ਹੋਈ, ਸਤਿਗੁਰੂ ਅਮਰਦਾਸ ਜੀ ਖਰੇ ਉਤਰੇ, ਧੰਨ ਗੁਰੂ ਰਾਮਦਾਸ ਜੀ ਫਿਰ ਖਰੇ ਉਤਰੇ, ਭਾਈ ਰਾਮਾ ਜੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ, ਇਹਨਾਂ ਦੋਵਾਂ ਦੇ ਪਰਖ ਹੋਈ ਸੀ ਥੜੇ ਬਣਾਉਣ ਤੇ। ਤੁਸੀਂ ਸਾਰਾ ਇਤਿਹਾਸ ਸੁਣਿਆ। ਇੱਥੇ ਵੀ ਪ੍ਰਿਥੀ ਚੰਦ ਝੂਠਾ ਹੈ ਸੀ, ਕਿਉਂਕਿ ਇਹ ਸਤਿਗੁਰਾਂ ਦਾ ਤਖਤ ਜਿਹੜਾ ਹੈ ਕਿਸੇ ਦੇ ਬਾਪ ਦਾਦੇ ਦੀ ਜਗੀਰ ਨਹੀਂ ਹੈ। ਇਹ ਤਾਂ ਸੇਵਾ ਅਕਾਲ ਪੁਰਖ ਪਰਮੇਸ਼ਰ ਦਾ ਤਖਤ, ਉਹ ਇਸ ਤਖਤ ਦੀ ਸੇਵਾ ਕਰਨ ਵਾਲੇ ਦਾ। ਬਾਕੀ ਭਾਈ ਜਿਹੜਾ ਪਰਮੇਸ਼ਰ ਹੈ ਗੁਰੂ, ਉਹ ਚਾਹੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਗੁਰੂ ਕਲਗੀਧਰ ਪਾਤਸ਼ਾਹ ਤੀਕਰ, ਇਹ ਸਾਰੇ ਪਾਤਸ਼ਾਹ ਸਾਧ ਸੰਗਤ ਜੀ ਹਜ਼ੂਰ ਪਰਮੇਸ਼ਰ ਤੇ ਆਪ ਸਰੂਪ ਧਾਰ ਧਾਰ ਕੇ ਮਨੁੱਖਾ ਦੇਹੀ ਧਾਰ ਧਾਰ ਕੇ ਆਉਂਦੇ ਰਹੇ ਵਿਧੀ ਦੇ ਨਾਲ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਉਹ ਇਹ ਜੇ ਪ੍ਰਿਥੀ ਚੰਦ ਸਾਧ ਸੰਗਤ ਜੀ ਚੰਗਾ ਹੁੰਦਾ ਤੇ ਇਹਦਾ ਇਤਿਹਾਸ ਅੱਜ ਕਿਵੇਂ ਇਹੋ ਜਿਹਾ ਬਣਦਾ। ਸੁਧਾਰਨ ਦੀ ਇਹ ਨਹੀਂ ਗੱਲ ਵੀ ਗੁਰੂ ਅਰਜਨ ਦੇਵ ਮਹਾਰਾਜ ਸੁਧਾਰ ਨਹੀਂ ਸਕਦੇ ਸੀ, ਸਾਰਾ ਕੁਝ ਕਰ ਸਕਦੇ ਸੀ, ਪਰ ਇੱਥੇ ਜਣਾਇਆ ਮਹਾਰਾਜ ਨੇ ਇਤਿਹਾਸ ਦੁਆਰਾ ਵੀ ਜਿਹੜਾ ਸਾਧ ਸੰਗਤ ਜੀ ਬੁਰਿਆਈ ਰਸਤੇ ਤੇ ਚੱਲਦਾ ਫਿਰ ਉਹਦੀ ਨਿੰਦਿਆ ਕਈ ਯੁੱਗਾਂ ਤੱਕ ਹੀ ਹੁੰਦੀ ਹੈ। ਸੱਚ ਤੇ ਹੱਕ ਤੇ ਚੱਲਣ ਵਾਲੇ ਦੀ ਸੋਭਾ ਕਈ ਯੁੱਗ ਹੁੰਦੀ ਹੈ। ਜਿੰਨਾ ਸਮਾਂ ਸਾਧ ਸੰਗਤ ਜੀ ਸੱਚ ਤੇ ਚੱਲਣ ਵਾਲੇ ਦੀ ਸੋਭਾ ਹੋਵੇਗੀ, ਉੱਥੇ ਝੂਠ ਤੇ ਮਕਾਰੀ ਧੋਖੇ ਤੇ ਚੱਲਣ ਵਾਲੇ ਦੀ ਨਿੰਦਾ ਵੀ ਬਰਾਬਰੀ ਨਾਲ, ਦੋਵੇਂ ਪੱਖ ਬਰਾਬਰ ਹੀ ਚੱਲਦੇ ਆ। ਤਾਂ ਫਿਰ ਇਹ ਕਹਿੰਦਾ ਸੀ ਅਖੇ ਜੀ ਮੈਨੂੰ ਸੁਲਹੀ ਧੱਕੇ ਨਾਲ ਕੱਢ ਦਿੱਤਾ ਸਿੱਖਾਂ ਨੂੰ ਖਿਲਾਫ ਕਰਾ ਕਰਕੇ, ਪਰ ਉਹ ਤਾਂ ਇਹਦੀਆਂ ਕਰਤੂਤਾਂ ਸੀ ਨਾ ਸਾਧ ਸੰਗਤ ਜੀ। ਪ੍ਰਿਥੀ ਚੰਦ ਨੇ ਜ਼ਹਿਰ ਦਿੱਤਾ, ਸੰਗਤਾਂ ਨਹੀਂ ਜਰ ਸਕੀਆਂ, ਉਹਨਾਂ ਨੇ ਪ੍ਰਿਥੀ ਚੰਦ ਦਾ ਵਿਰੋਧ ਕੀਤਾ। ਇਹਨੇ ਜਾਣਿਆ ਵੀ ਮੇਰਾ ਨੁਕਸਾਨ ਹੋਊਗਾ, ਇੱਥੇ ਵਿਰੋਧਤਾ ਵੱਧ ਗਈ, ਮੈਨੂੰ ਕਿਸੇ ਨੇ ਮੇਰੇ ਪੈਰੀ ਹੱਥ ਨਹੀਂ ਲਾਉਣਾ ਹੁਣ, ਕਿਉਂਕਿ ਖੋਟਾ ਨਿਕਲਿਆ ਹਾਂ ਮੈਂ, ਸਭ ਜਾਣ ਗਏ ਆ। ਵਿਚਾਰ ਕੇ ਤੇ ਦਿੱਲੀ ਅੰਮ੍ਰਿਤਸਰ ਇਹਨੇ ਪੁੰਨ ਨਹੀਂ ਛੱਡਿਆ, ਇੱਕ ਚਾਲ ਤਹਿਤ ਛੱਡਿਆ ਸੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਜਾ ਕੇ। ਉੱਥੇ ਮੈਂ ਇਕੱਠ ਕਰਕੇ ਅਮੀਰਾਂ ਵਜ਼ੀਰਾਂ ਦਾ ਧਨ ਲਾਲਚ ਦੇ ਕੇ ਖਰੀਦ ਕੇ ਤੇ ਇੱਕ ਰਾਜ ਸੀ ਬਲ ਦੇ ਨਾਲ ਇਹ ਗੁਰੂ ਰਾਮਦਾਸ ਮਹਾਰਾਜ ਦਾ ਤਖਤ ਮੈਂ ਹਾਸਲ ਕਰਾਂਗਾ, ਇਸ ਕਰਕੇ ਛੱਡ ਕੇ ਦਿੱਲੀ ਨੂੰ ਪਹੁੰਚਿਆ ਸੀ। ਅੱਗੇ ਸੁਲਹੀ ਦੇ ਨਾਲ ਫਿਰ ਜਿਵੇਂ ਇਹਦਾ ਉਹ ਸਾਰੀ ਵਾਰਤਾ ਸੰਵਾਦ ਹੋਇਆ, ਉਹਨੇ ਹੇਹਰ ਪਿੰਡ ਜਿਹੜਾ ਸਾਧ ਸੰਗਤ ਜੀ ਇਹਨੂੰ ਦੇ ਦਿੱਤਾ ਸੀ ਪ੍ਰਿਥੀ ਚੰਦ ਨੂੰ। ਇੱਥੇ ਫਿਰ ਇਹਨੇ ਚਲਾਕ ਬਹੁਤ ਸੀ, ਇਹਨੇ ਪਟਾ ਲਿਖਵਾ ਲਿਆ ਸੀ ਹੇਹਰ ਪਿੰਡ ਦਾ ਸੁਲਹੀ ਤੋਂ, ਉਹਨੂੰ ਜਿਹੜੀ ਵੀ ਸੋਭਾ ਜੀ ਸੁਣਾ ਕੇ ਉਹਦੀ ਸਿਫਤ ਕਰ ਕਰਕੇ ਫਿਰ ਇਹ ਪ੍ਰਿਥੀ ਚੰਦ ਨੇ ਇਹ ਹੇਹਰ ਪਿੰਡ ਵਿੱਚ ਸਾਧ ਸੰਗਤ ਜੀ ਸਰੋਵਰ ਬਣਾਇਆ ਸੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਘਟਾਉਣ ਵਾਸਤੇ, ਤੇ ਆਪਦਾ ਪ੍ਰਚਾਰ ਕਰਾਇਆ ਮਾਇਆ ਖਰਚ ਕੇ ਮਸੰਦਾਂ ਤੋਂ, ਦੂਜੇ ਤੀਜੇ ਪਾਸੇ ਸਿੱਖਾਂ ਤੋਂ ਵੀ ਅਸਲੀ ਗੁਰੂ ਤਾਂ ਕਿ ਪ੍ਰਿਥੀ ਚੰਦ ਹੈ ਤੇ ਅਸਲੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਤਾਂ ਹੇਹਰ ਪਿੰਡ ਵਿੱਚ ਲੱਗਿਆ ਹੋਇਆ। ਵਿਚਕਾਰ ਉਵੇਂ ਦਰਬਾਰ ਬਣਾਇਆ ਸਰੋਵਰ ਵਿੱਚ, ਉਹ ਫਿਰ ਪਾਣੀ ਨਾ ਖੜਨਾ, ਸੰਗਤਾਂ ਹੌਲੀ ਹੌਲੀ ਇਹਦੇ ਕਰਤੂਤਾਂ ਤੋਂ ਜਾਣੂ ਹੋਈਆਂ ਵੀ ਇਹਨੇ ਬੜੇ ਇੱਥੇ ਵਰਦਾਨ ਦਿੱਤੇ ਆਖੇ ਜੀ ਜਿਹੜਾ ਇਸ ਸਰੋਵਰ ਵਿੱਚ ਅੱਗੇ ਆਵੇਗਾ ਪ੍ਰਸੰਗ ਇਸ਼ਨਾਨ ਕਰੇਗਾ ਜੀ, ਦੁੱਧ ਪੁੱਤ ਦੀ ਕਮੀ ਨਹੀਂ ਰਹੇਗੀ, ਇਸ ਤਰ੍ਹਾਂ ਸੁੱਕੇ ਹਰੇ ਹੋਣਗੇ ਜੀ, ਇਹ ਬੜਾ ਵੱਡਾ ਤਪ ਸਥਾਨ ਹੈ, ਬੜੇ ਭਾਰੀ ਜੋੜ ਮੇਲੇ ਲੱਗਿਆ ਕਰਨਗੇ। ਹੁਣ ਵੀ ਸਾਧ ਸੰਗਤ ਦੱਸ ਦਿਓ ਖੰਡਰ ਹੀ ਬਣਿਆ ਪਿਆ, ਕੋਈ ਨਹੀਂ ਜਾਂਦਾ ਉੱਥੇ। ਇਹ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀਂ। ਇਹ ਤਾਂ ਪੂਰੇ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਏ। ਜਿਵੇਂ ਪ੍ਰਿਥੀ ਚੰਦ ਦੀ ਅੱਗੇ ਈਰਖਾ ਵੱਧਦੀ ਜਾਂਦੀ ਹੈ, ਲੋਭ ਲਾਲਚ ਕੀ ਕੁਝ ਕਰਵਾਉਂਦਾ ਹੈ, ਕਿਵੇਂ ਅੱਖਾਂ ਤੇ ਸਾਧ ਸੰਗਤ ਦੀ ਪੜਦੇ ਪਾਉਂਦਾ ਤੇ ਕਿਵੇਂ ਹੰਕਾਰ ਦੇ ਨਾਲ ਲੋਭ ਦੇ ਨਾਲ ਮਨੁੱਖ ਦੀ ਮੱਤ ਮਾਰੀ ਜਾਂਦੀ, ਉਹ ਪ੍ਰਿਥੀ ਚੰਦ ਦੇ ਇਤਿਹਾਸ ਦੁਆਰਾ ਸਾਨੂੰ ਬਾਖੂਬ ਪਤਾ ਚੱਲੇਗਾ। ਇੱਥੇ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। तेरे बिन को ना सहायक हमारो जग, तो ही को आशीष दे तो नीत अब लोए कै। गादी है पिता की पाद ऊंच गोरता की सब, मोही को दिवाए देहो दोए न ते खोए कै। वाहिगुरु जी का खालसा, वाहिगुरु जी की फतेह।